ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੀ ਜਾਣਕਾਰੀ ਲਈ ਉਹ ਕਰੰਟ ਅਫੇਅਰ ਦੇ ਮੁੱਦੇ ਲੈਂਦੇ ਹਾਂ ਜਿਹੜੇ ਬਿਲਕੁਲ ਤੁਹਾਡੇ ਧਿਆਨ ਗੋਚਰ ਹੁੰਦੇ ਆ ਔਰ ਇਹ ਦੇਸ਼ਾਂ ਵਿਦੇਸ਼ਾਂ ਤੋਂ ਲੈ ਜਾਂਦੇ ਆ ਜਾਂ ਆਪਣੇ ਸਟੇਟ ਦੇ ਜਾਂ ਨਾਲ ਦੇ ਸੂਬਿਆਂ ਦੇ। ਅਤੇ ਮੇਰਾ ਖਿਆਲ ਹੈ ਕਿ ਅੱਜ ਜਿਹੜਾ ਮੁੱਦਾ ਲੈ ਰਹੇ ਨੇ ਮੇਰੇ ਨਾਲ ਦੇ ਸਾਥੀ, ਉਹ ਮੁੱਦਾ ਸ਼ਾਇਦ ਪੰਜਾਬ ਦਾ ਵੀ ਹੋ ਸਕਦਾ, ਨਾਲ ਦੇ ਪ੍ਰਦੇਸ਼ਾਂ ਦਾ ਵੀ, ਜਾਂ ਫਿਰ ਬਾਹਰਲੇ ਦੇਸ਼ ਦਾ। ਔਰ ਮੈਂ ਇਹ ਗੁਜ਼ਾਰਿਸ਼ ਕਰੂੰਗਾ ਕਿ ਅੱਜ ਮੁੱਦਾ ਕਿਹੜਾ ਸਾਡੇ ਦਰਸ਼ਕਾਂ ਦੀ ਨਜ਼ਰ ਕਰਨਾ ਚਾਹ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਚੱਲਦੇ ਹਾਂ ਜੀ ਅਮਰੀਕਾ। ਗੁੱਡ, ਵਾਹ। ਅਮਰੀਕਾ ਹਮੇਸ਼ਾ ਸਟੈਂਡ ਲੈਂਦਾ ਕਿਉਂਕਿ ਵਰਲਡ ਲੀਡਰ ਹੈ ਜੀ, ਕਿਸੇ ਨਾ ਕਿਸੇ ਗੱਲ ਦੇ ਉੱਤੇ ਸਟੈਂਡ ਲਿੱਤਾ ਜਾਂਦਾ, ਸਾਰਿਆਂ ਦਾ ਸਰਤਾਜ ਦੇਸ਼ ਹੈ। ਹਾਂ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਸਾਰਾ ਬਿਜ਼ਨਸ ਹੀ ਅਮਰੀਕਨ ਡਾਲਰਸ ਦੇ ਵਿੱਚ ਹੁੰਦਾ। ਸੋ ਇਜ਼ਰਾਈਲ ਤੇ ਈਰਾਨ ਦੇ ਵਿੱਚ ਟਕਰਾਓ ਤੇ ਅਮਰੀਕਾ ਨੇ ਖੁੱਲ੍ਹੇਆਮ ਇਜ਼ਰਾਈਲ ਦਾ ਸਮਰਥਨ ਕੀਤਾ ਹੈ ਤੇ ਹੁਣ ਕਿਤੇ ਨਾ ਕਿਤੇ ਯੁੱਧ ਦੇ ਆਸਾਰ ਨਜ਼ਰ ਆ ਰਹੇ ਨੇ। ਇੰਟਰਨੈਸ਼ਨਲ ਕਮਿਊਨਿਟੀ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ 'ਚ ਹੈ ਔਰ ਇਜ਼ਰਾਈਲ ਦਾ ਜਿਹੜਾ ਪਿਛੋਕੜ ਹੈ ਜਾਂ ਇਜ਼ਰਾਈਲ ਦਾ ਜਿਹੜਾ ਵਰਤਮਾਨ ਹੈ ਉਹ ਵੀ ਜੇ ਕੋਖੋ ਤਾਂ ਕਾਫੀ ਉਹਦੇ 'ਚ ਵੀ ਇੱਦਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਪੂਰੀ ਦੁਨੀਆ ਨੂੰ ਅਲਰਟ ਕਰ ਦਿੰਦੀਆਂ ਨੇ ਕਿ ਆਉਣ ਵਾਲਾ ਸਮਾਂ ਕਿੱਦਾਂ ਦਾ ਹੋ ਸਕਦਾ ਹੈ। ਇਜ਼ਰਾਈਲ ਨੂੰ ਖਾਸ ਤੌਰ 'ਤੇ ਧਿਆਨ ਵਿੱਚ ਰੱਖ ਕੇ ਜੇ ਆਪਾਂ ਦੇਖਦੇ ਹਾਂ ਇੰਟਰਨੈਸ਼ਨਲ ਸਿਨੈਰੀਓ 'ਤੇ, ਤਾਂ ਉਸ ਹਿਸਾਬ ਨਾਲ ਜੇ ਅਮਰੀਕਾ ਉਹਨਾਂ ਨੂੰ ਸਪੋਰਟ ਕਰ ਰਿਹਾ ਹੈ ਤਾਂ ਈਰਾਨ ਦਾ ਪੱਖ ਕਿਤੇ ਨਾ ਕਿਤੇ ਕਮਜ਼ੋਰ ਨਜ਼ਰ ਆਉਂਦਾ ਹੈ। ਫਿਰ ਇਹ ਮੁਸਲਿਮ ਕੰਟਰੀਜ਼ ਸਾਰੀਆਂ ਕਿਸ ਤਰ੍ਹਾਂ ਇਹਦੇ ਨਾਲ ਖੜੀਆਂ ਹੁੰਦੀਆਂ ਨੇ ਔਰ ਕਿਸ ਤਰ੍ਹਾਂ ਅੱਗੇ ਜਾ ਕੇ ਇਹ ਸਾਰਾ ਸਮੀਕਰਨ ਬਣਦਾ ਹੈ, ਵੇਖਣ ਵਾਲੀ ਗੱਲ ਹੈ। ਹਾਲਾਂਕਿ ਜੋ ਅਸੀਂ ਕਹਿੰਦੇ ਹਾਂ ਕਿ ਇੱਧਰ ਰਸ਼ੀਆ ਹੈ, ਨਾਲ ਚਾਈਨਾ ਹੈ ਔਰ ਇੱਕ ਗਰੁੱਪ ਬਣ ਰਿਹਾ, ਉਹ ਈਰਾਨ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਇੱਕ ਗਰੁੱਪ ਸਟਰੋਂਗ ਬਣ ਸਕੇ ਜਦੋਂ ਦਾ ਯੂਕਰੇਨ ਤੇ ਰਸ਼ੀਆ ਦਾ ਯੁੱਧ ਸ਼ੁਰੂ ਹੋਇਆ। ਹਾਂ, ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਯੂਕਰੇਨ ਔਰ ਰਸ਼ੀਆ ਦਾ ਜਿਹੜੀ ਇਸ ਵੇਲੇ ਵੱਡਾ ਯੁੱਧ ਹੋ ਰਿਹਾ ਫਰਵਰੀ ਤੋਂ, ਔਰ ਉਹਦੇ ਵਿੱਚ ਲਗਾਤਾਰ ਬੜੀ ਤਬਾਹੀ ਹੋਈ ਆ ਔਰ ਉਹਦੇ ਵਿੱਚ ਇਸ ਵੇਲੇ ਜਿਹੜੀਆਂ ਥੱਲੇ ਵਾਲੀ ਕਲਾ ਦੇ ਵਿੱਚ ਜਾ ਰਿਹਾ ਯੂਕਰੇਨ, ਕਿਉਂਕਿ ਰਸ਼ੀਆ ਪਾਵਰਫੁੱਲ ਹੈ ਔਰ ਦੂਜੇ ਪਾਸੇ ਯੂਕਰੇਨ ਦੀ ਹਮਾਇਤ ਕਰ ਲਈ ਅਮਰੀਕਾ ਔਰ ਯੂਰਪ ਵਾਲੇ ਜਿਹੜੇ ਦੋ ਗਰੁੱਪ ਬਣੇ ਆ, ਉਹ ਦੋ ਗਰੁੱਪ ਇਸ ਵੇਲੇ ਉਹਨਾਂ ਦੇ ਸਾਹਮਣੇ ਹੈਗੇ ਆ ਔਰ ਅਮਰੀਕਾ ਦੇ ਜਿਹੜੇ ਹਥਿਆਰ ਆ, ਵੈਪਨ ਆ, ਉਹ ਸਾਰੇ ਉੱਥੇ ਵਰਤੇ ਜਾ ਰਹੇ ਆ ਔਰ ਮਿਜ਼ਾਈਲਾਂ ਵਗੈਰਾ ਤੱਕ ਵੀ ਇੱਥੋਂ ਤੱਕ ਚੱਲੀਆਂ ਵਾ, ਉਹਦੇ ਵਿੱਚ ਬੜਾ ਨੁਕਸਾਨ ਹੋਇਆ। ਔਰ ਤੀਜਾ ਯੁੱਧ ਹੁਣ ਜਿਹੜਾ ਦੂਸਰੇ ਪਾਸੇ ਆ ਰਿਹਾ ਹੈ ਇਜ਼ਰਾਈਲ ਔਰ ਇਹਦੇ ਵਿੱਚ ਅਮਰੀਕਾ ਦਾ ਵਿੱਚ ਹਿੱਸਾ ਆ ਰਿਹਾ ਕਿ ਅਮਰੀਕਾ ਨੇ ਅੱਜ ਕਹਿ ਤਾ ਕਿ ਜੇ ਈਰਾਨ ਨਹੀਂ ਟਕਰਾਓ ਤੋਂ ਪਿੱਛੇ ਹਟੂਗਾ ਤਾਂ ਇਜ਼ਰਾਈਲ ਦੀ ਹਮਾਇਤ ਅਸੀਂ ਕਰਾਂਗੇ। ਜੋ ਬਾਈਡਨ ਨੇ ਅੱਜ ਐਲਾਨ ਕਰ ਦਿੱਤਾ ਔਰ ਉਹਦੇ ਵਿੱਚ ਇਹਨਾਂ ਨੇ ਕਹਿ ਤਾ ਕਿ ਅਸੀਂ ਇਹਦੇ ਵਿੱਚ ਇਜ਼ਰਾਈਲ ਦਾ ਜਿਹੜੇ ਅਸੀਂ ਗੋਡੇ ਨਹੀਂ ਲੱਗਣ ਦੇਵਾਂਗੇ ਕਿਉਂਕਿ ਉਹ ਥੋੜ੍ਹਾ ਈਰਾਨ ਨਾਲੋਂ ਦੇਸ਼ ਛੋਟਾ ਵੀ ਹੈ ਔਰ ਇੰਨਾ ਪਾਵਰਫੁਲ ਵੀ ਨਹੀਂ ਹੈ। ਹਮਾਇਤ ਉਹ ਚਾਹ ਰਿਹਾ ਕਿ ਕਿਤੇ ਨਾ ਕਿਤੇ ਮੈਨੂੰ ਇੱਦਾਂ ਦੀ ਜਿਹੜੀ ਆ ਹਮਾਇਤ ਹੈਲਪ ਮਿਲ ਜੇ। ਔਰ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਕੋਈ ਦੇਸ਼ ਚਾਹੁੰਦਾ ਇਸ ਤਰ੍ਹਾਂ ਦੀ ਹਮਾਇਤ, ਅਮਰੀਕਾ ਗਿਆ ਖੜਦਾ। ਨੰਬਰ 1 ਉਹਨੂੰ ਮਾਰਕੀਟਿੰਗ ਚਾਹੀਦੀ ਆ, ਮੰਡੀ ਚਾਹੀਦੀ ਆ, ਹਥਿਆਰ ਵਿਕਣੇ ਚਾਹੀਦੇ ਆ ਕਿਉਂਕਿ ਉਹਨਾਂ ਦੇ ਹਥਿਆਰਾਂ ਨੂੰ ਜੰਗਾਲ ਲੱਗ ਜਾਂਦਾ। ਕਦੀ ਅਫਗਾਨਿਸਤਾਨ 'ਚ ਰੌਲਾ ਪੈਂਦਾ ਸੀ ਉਦੋਂ ਅਮਰੀਕਾ ਅੱਗੇ ਔਰ ਰਸ਼ੀਆ ਨਾਲ ਉਹਦੇ, ਜਿੰਨੀਆਂ ਵੀ 5 ਸੁਪਰ ਪਾਵਰ ਕੰਟਰੀਆਂ ਨੇ ਇਹ ਅੱਗੇ ਰਹਿੰਦੀਆਂ ਹੀ ਆ। ਬਾਕੀ ਰਹਿ ਜਾਂਦੀ ਚਾਈਨਾ ਦੀ ਗੱਲ। ਚਾਈਨਾ ਦਾ ਸਮਾਨ ਵਿਕਦਾ, ਫਿਰ ਉਹਦੇ 'ਚ ਬਿਜਲੀ ਦਾ ਸਮਾਨ, ਇਲੈਕਟ੍ਰੋਨਿਕ ਦਾ ਸਮਾਨ। ਲੜਾਈ ਦੇ ਦੌਰਾਨ ਇਹ ਸਾਰੇ ਦੇਸ਼ ਚਾਹੁੰਦੇ ਆ ਕਿ ਸਾਡਾ ਪੈਸਾ ਚੀਜ਼ਾਂ ਵੇਚ ਕੇ ਸਾਨੂੰ ਇਕੱਠਾ ਕਰਨਾ ਪਵੇ। ਕੋਈ ਦੇਸ਼ ਐਸਾ ਨਹੀਂ ਆ ਜਿੱਥੇ ਚਾਈਨਾ ਨਾ ਬੈਠਾ ਹੋਵੇ। ਜੇ ਕਿਤੇ ਕਰੋਨਾ ਦਾ ਰੌਲਾ ਪਿਆ ਤਾਂ ਚਾਈਨਾ ਅੱਗੇ ਰਿਹਾ ਔਰ ਉਹਦੇ 'ਤੇ ਇੰਜੈਕਸ਼ਨ ਜਿਹੜੇ ਲੱਗੇ ਆ, ਅੱਜ ਕੱਲ੍ਹ ਵੀ ਪ੍ਰਦਰਸ਼ਨੀਆਂ ਉੱਥੇ ਹੋ ਰਹੀਆਂ। ਪਰ ਆਹ ਜਿਹੜੀ ਲੇਟੈਸਟ ਖਬਰ ਆ ਰਹੀ ਆ ਜਿਹਦੇ ਵਿੱਚ ਅਮਰੀਕਾ ਬਿਲਕੁਲ ਮੋਹਰੀ ਬਣ ਗਿਆ ਉਹਦੇ ਅੱਗੇ ਕਿ ਮੈਂ ਚਾਹਾਂਗਾ ਕਿ ਇਜ਼ਰਾਈਲ ਦੀ ਇਸ ਵੇਲੇ ਹਮਾਇਤ ਕਰੂੰਗਾ ਔਰ ਉਸ ਹਮਾਇਤ ਦੇ ਵਿੱਚ ਇਹਨਾਂ ਨੇ ਚਾਹਿਆ ਕਿ ਅਸੀਂ ਉਹਨਾਂ ਦੇਸ਼ਾਂ ਨੂੰ ਨਾਲ ਲੈ ਕੇ ਚੱਲਾਂਗੇ, ਨਾ ਕੇਵਲ ਇਕੱਲਾ ਅਮਰੀਕਾ, ਨਾਲ ਇਹਦੇ ਸਾਥੀ ਹੋਰ ਵੀ ਦੇਸ਼ ਹੋਣਗੇ ਔਰ ਇਹ ਵੱਡੀ ਤੀਜੀ ਜੰਗ ਲੱਗ ਜੂਗੀ। ਔਰ ਉਹਦੇ ਵਿੱਚ ਥੋੜ੍ਹੇ ਮੁਸਲਮਾਨ ਕੰਟਰੀ ਤਾਂ ਲੈ ਆਉਣਗੇ ਕਿਉਂਕਿ ਈਰਾਨ ਦੇ ਵਿੱਚ ਮੁਸਲਿਮ ਕੰਟਰੀ ਦਾ ਬੋਲਬਾਲਾ ਹੈਗਾ, ਸਾਰੇ ਲੋਕਾਂ ਦਾ ਗਰੁੱਪ ਬਣਿਆ। ਉਹਦੇ 'ਚ ਜਿੰਨੇ ਵੀ ISI ਦੇ ਸਾਰੇ ਗਰੁੱਪ ਨੇ ਉਹ ਇਕੱਠੇ ਹੋ ਕੇ ਸਾਹਮਣੇ ਆ ਸਕਦੇ ਆ। ਮੇਰਾ ਖਿਆਲ ਹੈ ਕਿ ਜੇ ਇਹ ਗੱਲ ਨੂੰ ਕਿਤੇ ਰੋਕਾ ਨਾ ਲੱਗਿਆ ਜਾਂ ਦੇ ਵਿੱਚ ਕੋਈ ਹੋਰ ਕੰਟਰੀਆਂ ਨੇ ਦਖਲਅੰਦਾਜ਼ੀ ਨਾ ਕੀਤੀ ਤਾਂ ਇਹ ਮੇਰਾ ਖਿਆਲ ਹੈ ਫਿਰ ਦੁਬਾਰਾ ਰਸ਼ੀਆ ਔਰ ਯੂਕਰੇਨ ਵਰਗਾ ਹੀ ਰੌਲਾ ਪੈ ਜਾਊਗਾ ਕਿਉਂਕਿ ਇਹਨਾਂ ਦਾ ਆਪਸੀ ਟਕਰਾਅ ਬਹੁਤ ਦੇਰ ਤੋਂ ਹੈਗਾ। ਖੰਨਾ ਜੀ, ਤੁਸੀਂ ਪੜ੍ਹਦੇ ਰਹਿੰਦੇ ਜੋ, ਤੁਹਾਨੂੰ ਪਤਾ ਹੈ, ਤੁਸੀਂ ਕਈ ਵਾਰੀ ਖਬਰਾਂ ਦਿੱਤੀਆਂ ਵੀ ਹੈਗੀਆਂ ਔਰ ਇਹ ਮਸਲਾ ਬਿਲਕੁਲ ਬੜਾ ਵੱਡਾ ਭਖਦਾ ਮਸਲਾ ਔਰ ਤੁਸੀਂ ਇਹ ਮਸਲਾ ਜਦੋਂ ਹੁਣ ਲਿਆ ਵਾ ਔਰ ਡਿਸਕਸ ਕੀਤਾ ਵਾ
ਔਰ ਅਮਰੀਕਾ ਦੀ ਇਨਵੋਲਵਮੈਂਟ ਹੈਗੀ ਇਹਦੇ ਵਿੱਚ। ਉਹਨਾਂ ਸ਼ਰੇਆਮ ਕਹਿਤਾ ਕਿ ਅਸੀਂ ਇਹਦੇ ਹਾਮੀ ਹਾਂ, ਇਹਦੀ ਹੈਲਪ ਕਰਾਂਗੇ, ਹਥਿਆਰ ਦੇਵਾਂਗੇ, ਮਿਜ਼ਾਈਲਾਂ ਦੇਵਾਂਗੇ, ਔਰ ਸਾਰਾ ਨਾਸਾ ਵੱਲੋਂ ਇਹ ਕੰਟਰੋਲ ਕੀਤਾ ਜਾ ਰਿਹਾ, ਸਾਰਾ ਕੁਝ ਕੀਤਾ ਜਾ ਰਿਹਾ। ਉਹਨਾਂ ਦੇ ਵਿਗਿਆਨੀ ਵੀ ਲੱਗੇ ਪਏ ਆ। ਹੁਣ ਦੇਖੋ ਮੁਸਲਿਮ ਕੰਟਰੀ ਕੀ ਕਰਦੇ ਆ ਔਰ ਇਹ ਕੀ ਕਰਦੇ ਆ ਆਪਸ 'ਚ। ਬਿਲਕੁਲ ਠੀਕ ਹੈ। ਔਰ ਬਾਕੀ ਇਹਦਾ ਯੁੱਧ ਦੀ ਗੱਲ, ਯੁੱਧ ਤਾਂ ਹਮੇਸ਼ਾ ਹੀ G20 ਸੰਮੇਲਨ 'ਚ ਹੁਣੇ ਹੋਇਆ ਹੈ, ਉਹਦੇ 'ਚ ਵੀ ਯੁੱਧ ਦੀ ਨਖੇਦੀ ਕੀਤੀ ਸਾਰਿਆਂ ਨੇ ਮਿਲ ਕੇ। ਔਰ ਵਾਤਾਵਰਣ ਨੂੰ ਬਚਾਉਣ ਵਾਸਤੇ ਇੱਕ ਫੰਡ ਵੀ ਰੇਜ਼ ਕਰਨਾ ਹੈ, ਉਹ ਇੱਕ ਵੱਡਾ ਫੈਸਲਾ ਹੋਇਆ। ਪਰ ਯੁੱਧ ਦਾ ਸਭ ਤੋਂ ਜ਼ਿਆਦਾ ਨੁਕਸਾਨ ਵਾਤਾਵਰਣ ਤੇ ਹੁੰਦਾ ਹੀ ਹੈ, ਨਾਲ ਇਨਸਾਨੀ ਜ਼ਿੰਦਗੀਆਂ ਨੂੰ ਹੁੰਦਾ, ਨਾਲ ਸਾਰਾ ਬਿਜ਼ਨਸ ਖਤਮ ਹੋ ਜਾਂਦਾ, ਸਭ ਕੁਝ ਹਿੱਲ ਜਾਂਦਾ। ਸੋ ਯੁੱਧ ਦੀ ਨਖੇਦੀ ਹੋਈ, ਪਰ ਯੁੱਧ ਨੂੰ ਸਟਾਪ ਕਰਨ ਵਾਸਤੇ ਕੋਈ ਗੱਲ ਨਹੀਂ ਹੋਈ। ਹਾਲਾਂਕਿ ਭਾਰਤ ਨੇ ਵੀ G20 ਦੇ ਵਿੱਚ ਕੂਟਨੀਤੀ ਦਾ ਇਸਤੇਮਾਲ ਕਰਦੇ ਹੋਏ ਯੁੱਧ ਦੀ ਨਖੇਦੀ ਕੀਤੀ ਹੈ। ਔਰ ਏਸ਼ੀਅਨ ਵਿਜ਼ਡਮ ਦੀ ਹਮੇਸ਼ਾ ਗੱਲ ਹੁੰਦੀ ਰਹੀ ਹੈ। ਔਰ ਇਸ ਵਕਤ ਭਾਰਤ G20 ਨੂੰ ਹੋਸਟ ਕਰਨ ਜਾ ਰਿਹਾ ਹੈ, ਨੈਕਸਟ ਈਅਰ 2023 ਦੇ ਵਿੱਚ ਮੇਜ਼ਬਾਨ ਬਣਨ ਜਾ ਰਿਹਾ। ਪ੍ਰਧਾਨਗੀ ਕਰ ਰਹੇ ਆਪਣੀ, ਬਿਲਕੁਲ ਪ੍ਰਧਾਨਗੀ ਕਰ ਰਿਹਾ। ਔਰ ਇਹਨਾਂ ਸਭ ਗੱਲਾਂ ਨੂੰ ਦੇਖਦੇ ਹੋਏ ਜਦੋਂ ਅਸੀਂ ਯੁੱਧ ਦੀ ਗੱਲ ਕਰਦੇ ਹਾਂ ਤਾਂ ਯੁੱਧ ਤਾਂ ਹਮੇਸ਼ਾ ਹੀ ਨੁਕਸਾਨਦਾਇਕ ਰਹਿੰਦਾ ਹੈ। ਔਰ ਵਰਲਡ ਵਾਰ ਫਸਟ ਦੇਖੋ, ਵਰਲਡ ਵਾਰ ਸੈਕਿੰਡ ਦੇਖੋ, ਜਿੰਨੀਆਂ ਵਾਰਸ ਮਰਜ਼ੀ ਦੇਖ ਲਓ, ਨੁਕਸਾਨ ਕਿਹਦਾ ਹੈ? ਆਮ ਲੋਕਾਂ ਦਾ ਨੁਕਸਾਨ ਹੈ, ਕਿਉਂਕਿ ਜ਼ਿੰਦਗੀਆਂ ਜਾਂਦੀਆਂ ਨੇ, ਸਭ ਕੁਝ ਹਿੱਲ ਜਾਂਦਾ ਔਰ ਮੰਦੀ ਆ ਜਾਂਦੀ ਹੈ ਬਿਜ਼ਨਸ ਦੇ ਵਿੱਚ। ਇਹ ਸਭ ਗੱਲਾਂ ਦੇਖੋ ਤਾਂ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ, ਸਭ ਨੂੰ ਨੁਕਸਾਨ ਹੋਇਆ। ਪਰ ਕਈ ਕੌਨਸਪਾਇਰੇਸੀਜ਼ ਥਿਊਰੀਜ਼ ਅਲੱਗ ਆਉਂਦੀਆਂ ਨੇ ਕਿ ਜਿਹੜੇ ਨੇਸ਼ਨਸ ਇਸ ਵਾਰ ਨੂੰ ਸਪਾਂਸਰ ਕਰਦੇ ਨੇ, ਜਿਹੜੇ ਨੇਸ਼ਨ ਦੋਵਾਂ ਧਿਰਾਂ ਨੂੰ ਪੈਸਾ ਦਿੰਦੇ ਨੇ ਕਰਜ਼ੇ ਦੇ ਉੱਤੇ ਯੁੱਧ ਲੜਨ ਵਾਸਤੇ, ਉਹਨਾਂ ਧਿਰਾਂ ਨੂੰ ਜ਼ਰੂਰ ਫਾਇਦਾ ਹੁੰਦਾ, ਬਿਕੋਜ਼ ਉਹਨਾਂ ਵਾਸਤੇ ਵਾਰ ਇੱਕ ਬਿਜ਼ਨਸ ਹੈ। ਇਹ ਕੌਨਸਪਾਇਰੇਸੀ ਥਿਊਰੀਜ਼ ਆਉਂਦੀਆਂ ਨੇ ਕਿ ਵਾਰ ਦੇ ਵਿੱਚੋਂ ਵੀ ਮੁਨਾਫਾ ਕਮਾਉਣ ਵਾਲੇ ਲੋਕ ਬੈਠੇ ਨੇ। ਸੋ ਇਹ ਗੱਲਾਂ ਬਣੀਆਂ ਹੋਈਆਂ ਨੇ, ਪਰ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਹਾਂ। ਆਮ ਲੋਕ ਹਮੇਸ਼ਾ ਨੁਕਸਾਨ ਹੀ ਚੁੱਕਦੇ ਨੇ ਜਿੱਥੋਂ ਤੱਕ ਵਾਰਸ ਦਾ ਸੰਬੰਧ ਹੈ। ਸੋ ਇਹ ਵਾਰਸ ਨਹੀਂ ਹੋਣੇ ਚਾਹੀਦੇ, ਔਰ ਇੰਨੀ ਤਾਂ ਮੈਚਿਓਰ ਕਮਿਊਨਿਟੀ ਹੋਣੀ ਚਾਹੀਦੀ ਹੈ। ਵਰਲਡ ਲੀਡਰਸ ਨੇ ਔਰ ਇੰਟਰਨੈਸ਼ਨਲ ਲੀਡਰਸ ਇੰਨੇ ਤਾਂ ਮੈਚਿਓਰ ਹੋਣੇ ਚਾਹੀਦੇ ਨੇ ਕਿ ਯੁੱਧ 'ਚੋਂ ਕੀ ਨਿਕਲਣਾ। ਇੱਕ ਬਾਰ-ਬਾਰ ਸਟੇਟਮੈਂਟ ਆਪਾਂ ਹਮੇਸ਼ਾ ਦੁਹਰਾਉਂਦੇ ਹਾਂ ਐਲਬਰਟ ਆਇਨਸਟਾਈਨ ਦੀ, ਵਾਰ ਇਜ਼ ਨਥਿੰਗ ਬਟ ਮਰਡਰ ਇਨ ਯੂਨੀਫਾਰਮ। ਇਹ ਹਮੇਸ਼ਾ ਗੱਲ ਕਹੀ ਜਾਏਗੀ। ਸੋ ਆਪਾਂ ਅੱਗੇ ਵਧੀਏ ਜੀ। ਅੱਗੇ ਹੈ ਜੀ ਕਿ ਹਰ ਲੋੜਵੰਦ ਦਾ ਅਨਾਜ, ਕਿਉਂਕਿ ਆਪਾਂ ਹੁਣ ਭਾਰਤ ਵਾਪਸ ਆਉਂਦੇ ਹਾਂ, ਪੰਜਾਬ ਦੀ ਧਰਤੀ ਤੇ ਆ ਜਾਂਦੇ ਹਾਂ। ਹੋਣਾ ਚਾਹੀਦਾ, ਸਾਡਾ ਦੇਸ਼ ਹੈ ਔਰ ਇਹਦੇ ਵਿੱਚ ਲੋਕ ਉਡੀਕ ਰਿਹਾ ਕਿ ਕਿਹੜੀ ਖਬਰ ਜਿਹੜੀ ਹੈ ਇੰਡੀਆ ਦੀ ਹੋਊਗੀ ਜਾਂ ਪੰਜਾਬ ਦੀ। ਬਿਲਕੁਲ ਜੀ, ਸੁਪਰੀਮ ਕੋਰਟ ਨੇ ਆਰਡਰ ਦਿੱਤੇ ਨੇ ਜੀ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜਿੱਥੇ ਜ਼ਰੂਰਤਮੰਦ ਲੋਕ ਨੇ, ਲੋੜਵੰਦ ਲੋਕ ਨੇ, ਉੱਥੇ ਅਨਾਜ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸੋ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਅਸੀਂ ਦੇਖਦੇ ਹਾਂ ਭਾਰਤ 100 ਤੋਂ ਵੀ ਪਿੱਛੇ ਆ ਗਿਆ। ਇੰਨਾ ਇੰਡੈਕਸ ਨੰਬਰ ਹੈ ਜਿੱਥੇ ਭੁੱਖਮਰੀ ਭਾਰਤ ਵਿੱਚ ਅਸੀਂ ਸੋਚ ਸਕਦੇ ਸੀ ਭੁੱਖਮਰੀ, ਪਰ ਇੱਥੇ ਵੀ ਭੁੱਖਮਰੀ। ਹਾਲਾਂਕਿ ਪੰਜਾਬ ਦੀ ਧਰਤੀ ਨੂੰ ਵੀ ਕਿਤੇ ਨਾ ਕਿਤੇ ਛੂੰਹਦੀ ਪਈ ਹੈ ਗੱਲ। ਅਸੀਂ ਨਹੀਂ ਮੰਨਦੇ ਕਿ ਪੰਜਾਬ ਦੇ ਉੱਤੇ ਕੋਈ ਭੁੱਖਾ ਮਰ ਸਕਦਾ, ਕਿਉਂਕਿ ਇਹ ਸਾਡੀ ਹਿਸਟਰੀ ਰਹੀ ਆ। ਕਿਤੇ ਨਾ ਕਿਤੇ ਉਹਨੂੰ ਭੋਜਨ ਮਿਲ ਜਾਣਾ ਹੈ, ਹੋਰ ਕਿਤੇ ਨਹੀਂ ਜਾਏਗਾ ਤੇ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕ ਲਏਗਾ, ਉਹਨੂੰ ਭੋਜਨ ਮਿਲ ਜਾਣਾ। ਸੋ ਜੋ ਇਹ ਸੁਪਰੀਮ ਕੋਰਟ ਦਾ ਆਰਡਰ ਹੈ ਬਿਲਕੁਲ ਸਹੀ ਗੱਲ ਹੈ, ਕਿਉਂਕਿ ਅਸੀਂ ਦੇਖਦੇ ਹਾਂ ਇੱਕ ਪਾਸੇ ਦੇ ਅਸੀਂ ਜੀ ਦੁਨੀਆ ਦੇ ਦੂਜੇ ਨੰਬਰ ਦੇ ਅਮੀਰ ਆਦਮੀ ਭਾਰਤ ਵਿੱਚ ਬਣਦੇ ਪਏ ਹਾਂ। ਉਹ ਕੀ ਕਰਾਂਗੇ ਉਹਦਾ? ਆਮ ਲੋਕਾਂ ਦੇ ਕੋਲ ਜੇ ਤੁਸੀਂ ਅਨਾਜ ਨਹੀਂ ਪਹੁੰਚਦਾ ਪਿਆ। ਹਾਂ, ਦਾਨੀਆਂ ਦੀ ਜਿਹੜੀ ਸੂਚੀ ਜ਼ਾਹਿਰ ਹੁੰਦੀ ਹੈ, ਉਹ ਦਾਨੀਆਂ ਦੀ ਸੂਚੀ ਦੇ ਵਿੱਚ ਵੀ ਉਹਨਾਂ ਦਾ ਨਾਂ ਸ਼ਾਮਿਲ ਹੈ ਕਿ ਉਹ ਦਾਨ ਕਰਦੇ ਪਏ ਨੇ। ਉਹਨੇ ਦਾਨ ਕਰਦੇ ਪਏ ਨੇ, ਦਾਨ ਕਿੱਥੇ ਜਾਂਦਾ ਪਿਆ? ਇਹ ਦਾਨ ਕਿੰਨਾਂ ਨੂੰ ਕਰਦੇ ਪਏ ਨੇ? ਇਹ ਰੱਜਿਆਂ ਨੂੰ ਰਜਾਉਂਦੇ ਪਏ ਨੇ ਕਿ ਜਿੱਥੇ ਵਾਕਈ ਲੋੜਵੰਦ ਨੇ ਉੱਥੇ ਦਾਨ ਹੋ ਰਿਹਾ? ਅਸੀਂ ਦੇਖਦੇ ਹਾਂ ਨਾ, ਰੱਜਿਆਂ ਨੂੰ ਰਜਾਉਣ ਦਾ ਵੀ ਬੜਾ ਸਿਸਟਮ ਹੈ ਸਾਡੇ ਭਾਰਤ ਦੇ ਅੰਦਰ, ਤੇ ਜਿਹੜੇ ਅਸਲੀ ਲਾਇਕ ਨੇ, ਜਿਨ੍ਹਾਂ ਕੋਲ ਦਾਨ ਪਹੁੰਚਣਾ ਚਾਹੀਦਾ, ਮਤਲਬ ਜਿਨ੍ਹਾਂ ਕੋਲ ਮਦਦ ਮਿਲਣੀ ਚਾਹੀਦੀ ਆ, ਉਹਨਾਂ ਨੂੰ ਮਦਦ ਨਹੀਂ ਮਿਲਦੀ। ਔਰ ਇਸ ਕਰਕੇ ਭੁੱਖਮਰੀ ਦਾ ਇੰਡੈਕਸ ਵੱਧਦਾ ਜਾ ਰਿਹਾ, ਲੋਕ ਭੁੱਖ ਨਾਲ ਮਰਦੇ ਨੇ। ਸੋ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਸਟੈਂਡ ਲਿੱਤਾ। ਕਹਿੰਦੇ ਨੇ ਸਿਆਣੇ ਕਿ ਜਦੋਂ ਸਿਰ ਤੋਂ ਪਾਣੀ ਨਿਕਲ ਜਾਵੇ ਫਿਰ ਕੁਛ ਨਾ ਕੁਛ ਉਹਦਾ ਜਿਹੜਾ ਲੈਣਾ ਹੁੰਦਾ ਨਾ ਕੰਟਰੋਲ ਕਰਨ ਲਈ, ਉਹ ਕੋਈ ਨਾ ਕੋਈ ਅੱਗੇ ਆਉਂਦੀ ਹੈ ਤਾਕਤ। ਪਰ ਹੁਣ ਸੁਪਰੀਮ ਕੋਰਟ ਨੇ ਜਿਹੜਾ ਇਹ ਫੈਸਲਾ ਲਿਆ, ਇਸੇ ਕਰਕੇ ਲਿਆ ਕਿ ਕੁਝ ਪ੍ਰਦੇਸ਼ ਜਿੱਥੇ ਬਹੁਤ ਭੁੱਖਮਰੀ ਹੈ, ਜਿਸ ਤਰ੍ਹਾਂ ਤੁਸੀਂ ਪੰਜਾਬ ਦਾ ਨਾਂ ਲਿਆ, ਪੰਜਾਬ 'ਚ ਤਾਂ ਇਹ ਗੱਲ ਨਹੀਂ ਆਈ ਔਰ ਨਾ ਆਏਗੀ। ਔਰ ਬਾਕੀ ਜੇ ਅਸੀਂ ਕੰਪੈਰੇਟਿਵਲੀ ਦੇਖੀਏ, ਜਿਸ ਤਰ੍ਹਾਂ ਬਿਹਾਰ, ਯੂਪੀ, ਮੱਧ ਪ੍ਰਦੇਸ਼ ਔਰ ਉੜੀਸਾ ਵਰਗੇ ਪ੍ਰਾਂਤ ਨੇ ਜਿੱਥੇ ਲੋਕ ਰੋਟੀ ਨੂੰ ਤਰਸਦੇ ਆ, ਜਿੱਥੇ ਲੋਕ ਦੇਖਦੇ ਛੱਤਾਂ ਥੱਲੇ ਬੈਠ ਕੇ ਕਿ ਕਦੋਂ ਚੀਜ਼ਾਂ ਡਿੱਗ ਰਹੀਆਂ ਜਾਂ ਜੋ ਉਹਦੇ 'ਚ ਧੋ ਰਹੇ ਆ ਭਾਂਡੇ, ਕਦੋਂ ਧੋ ਕੇ ਸੁੱਟਣਗੇ, ਉੱਥੋਂ ਤੱਕ ਵੀ ਲੋਕਾਂ ਦੀ ਇਹ ਉਮੀਦ ਹੁੰਦੀ ਹੈ। ਔਰ ਇਹਦੇ ਵਿੱਚ ਇਹਨਾਂ ਨੇ, ਕਿਉਂਕਿ ਇਹਨਾਂ ਨੇ ਘੱਟੋ ਘੱਟ ਇਹ ਆ ਕੇ ਸਿਚੁਏਸ਼ਨ ਵੇਖੀ ਹੈ, ਸੁਪਰੀਮ ਕੋਰਟ ਦੇ ਕੁਝ ਜੱਜਾਂ ਨੇ ਜਾਂ ਉਹਨਾਂ ਕੋਲ ਜਾਚਕਾਂ ਗਈਆਂ ਹੋਣਗੀਆਂ, ਉਹਨਾਂ ਨੇ ਕਿਹਾ ਕਿ ਇਹਦੀ ਪਹਿਲੀ ਜ਼ਿੰਮੇਵਾਰੀ ਆ ਜਿਸ 'ਚ ਕੇਂਦਰ ਔਰ ਸੂਬੇ ਇਹਦੇ ਵਿੱਚ ਜ਼ਿੰਮੇਵਾਰ ਆ, ਉਹ ਇਸ ਚੀਜ਼ ਨੂੰ ਵੇਖਣਗੇ ਕਿ ਲੋਕ ਭੁੱਖਮਰੀ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ, ਉਹਨਾਂ ਨੂੰ ਕਿਸ ਤਰ੍ਹਾਂ ਦਾ ਰਾਸ਼ਨ ਭੇਜਣਾ। ਔਰ ਇਹ 'ਚ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਹੈਗੀਆਂ, ਜਿਨ੍ਹਾਂ ਦੇ ਵਿੱਚ ਸੂਬਿਆਂ ਨੂੰ ਕਣਕ ਦਿੱਤੀ ਜਾਂਦੀ ਆ, ਆਟਾ ਦਿੱਤਾ ਜਾਂਦਾ ਔਰ ਉਹਦੇ ਵਿੱਚ ਵੰਡਿਆ ਜਾਂਦਾ, ਔਰ ਉਹਦੇ 'ਚ ਟਰੱਕਾਂ ਦੇ ਟਰੱਕ ਆਉਂਦੇ ਆ, ਉਹਦੇ ਵਿੱਚ 2 ਕਿਲੋ ਦੇ ਕਰੀਬ ਪਰ ਪ੍ਰਤੀ ਜੀ ਜਿਹੜਾ ਆਉਂਦਾ ਉਹਨਾਂ ਨੂੰ, ਔਰ ਉਹਦੇ ਵਿੱਚੋਂ ਕੋਈ ਮਿਨੀਮਮ ਚਾਰਜ ਹੁੰਦੇ ਆ, ਬਾਕੀ ਕੋਈ ਜ਼ਿਆਦਾ ਨਹੀਂ ਹੁੰਦਾ। ਦਾਲਾਂ ਵੀ ਮਿਲ ਰਹੀਆਂ,
ਆਟਾ ਵੀ ਮਿਲ ਰਿਹਾ ਉਹਦੇ 'ਚ। ਇਹ ਹੈ ਸਾਰੇ ਸੂਬਿਆਂ ਦੀ, ਨਾ ਕੇਵਲ ਪੰਜਾਬ ਦੀ। ਹਾਲਾਂਕਿ ਪੰਜਾਬ ਵਿੱਚ ਬਹੁਤੇ ਲੋਕ ਇਸ ਤਰ੍ਹਾਂ ਦੇ ਨਹੀਂ ਕਿ ਉਹ ਇਸ ਪਾਸੇ ਆ ਜਾਣ। ਲੋਕ ਇੰਨਾ ਕੁ ਚਾਹੁੰਦੇ ਕਿ ਉਹਨਾਂ ਕੋਲ ਉਪਜੀਵਕਾ ਦੇ ਸਾਧਨ ਹੈਗੇ ਆ, ਰੋਟੀ ਦੇ ਸਾਧਨ ਹੈਗੇ ਆ, ਸਾਰਾ ਕੁਝ ਹੈਗਾ। ਪਰ ਕਈ, ਮੈਂ ਉਹਨਾਂ ਸੂਬਿਆਂ ਦੀ ਗੱਲ ਕਰਦਾ ਜਿਹੜੇ ਰਿਮੋਟ ਏਰੀਆ 'ਚ ਆ, ਜਿਹੜੇ ਬਿਲਕੁਲ ਪਹਾੜੀ 'ਚ ਵੱਸੇ ਪਏ ਆ, ਜਿੱਥੇ ਕੋਈ ਸੋਰਸ ਨਹੀਂ ਗੇ, ਸਾਧਨ ਨਹੀਂ ਗੇ ਆਮਦਨ ਦੇ, ਖਾਣ ਦੇ ਜਿਹੜੇ ਸੋਰਸ ਨਹੀਂ ਹੈਗੇ, ਉਹ ਇਸ ਕਰਕੇ ਇਸ ਗੱਲ ਤੋਂ ਵਾਂਝੇ ਹੋ ਜਾਂਦੇ ਆ। ਔਰ ਇਹਨਾਂ ਨੇ ਜਿਹੜਾ ਡਿਸੀਜਨ ਲਿਆ ਹੈ, ਇਹ ਆਮ ਲੋਕਾਂ ਲਈ ਹੈ, ਜਿਹੜੇ ਵਿਚਾਰੇ ਗਰੀਬ, ਢਿੱਡੋਂ ਭੁੱਖੇ ਆ, ਜਿਨ੍ਹਾਂ ਥੱਲੇ ਛੱਤ ਨਹੀਂ, ਜਿਨ੍ਹਾਂ ਦੇ ਕੋਈ ਲੀੜਾ ਲੱਤਾ ਨਹੀਂ, ਜਿਹੜੇ ਚਾਹੁੰਦੇ ਨੇ ਕਿ 2 ਬੁਰਕੀਆਂ ਰੋਟੀਆਂ ਮਿਲ ਜੇ ਔਰ ਕਿਸੇ ਕੋਲੋਂ ਵੀ ਵੇਖ ਕੇ ਖਾਧਾ ਜਾਵੇ। ਔਰ ਜਿਸ ਤਰ੍ਹਾਂ ਅਸੀਂ ਜਿਹੜੇ ਸੂਝਵਾਨ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ, ਜਦੋਂ ਅਸੀਂ ਉਹਨਾਂ ਦੇ ਬਾਰੇ ਪੜ੍ਹਦੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮਜ਼ਦੂਰ ਦਾ ਮੁੜਕਾ ਸੁੱਕਣ ਤੋਂ ਪਹਿਲਾਂ ਉਹਦੀ ਸਾਰੇ ਸਾਧਨ ਦਿੱਤੇ ਜਾਣ, ਪੈਸੇ ਦਿੱਤੇ ਜਾਣ ਔਰ ਉਹ ਰੋਜ਼ੀ ਰੋਟੀ ਦੇ ਬਿਲਕੁਲ ਬਰਾਬਰ ਹੋ ਜੇ। ਇਸੇ ਕਰਕੇ ਇਹਨਾਂ ਨੇ ਕਿਹਾ ਕਿ ਜਿਹੜਾ ਵੀ ਮਜ਼ਦੂਰ ਹੈ, ਗਰੀਬ ਆ, ਉਹਨਾਂ ਨੂੰ ਰੋਟੀ ਤੋਂ ਵਾਂਝਾ ਨਾ ਕਰਨ ਦਿਓ, ਕਿਉਂਕਿ ਉਦੋਂ ਤਾਂ ਬੜੇ ਭਾਸ਼ਣ ਹੁੰਦੇ, ਬੜਾ ਕੁਝ ਲਿਖਦੇ ਆ, ਬੜਾ ਪੜ੍ਹਦੇ ਆ। ਮੈਨੀਫੈਸਟੋ 'ਚ ਕਿਹਾ ਹੁੰਦਾ ਕਿ ਸਾਡੇ ਤੋਂ ਗਰੀਬੀ ਅਸੀਂ ਦੂਰ ਕਰ ਦਾਂਗੇ, ਆਹ ਕਰ ਦਾਂਗੇ। ਬੇਸਿਕ ਗੱਲ ਤਾਂ ਰੋਟੀ ਹੈ ਨਾ, ਬਾਕੀ ਬਿਜਲੀ, ਜਿਹੜੇ ਪਾਣੀ ਜਾਂ ਜਿਹਦੇ ਵਿੱਚ ਹੋਰ ਸਾਧਨ ਨੇ, ਉਹ ਬਾਅਦ ਦੀਆਂ ਗੱਲਾਂ। ਘੱਟੋ ਘੱਟ ਰੋਟੀ ਤਾਂ ਦਿਓ। ਔਰ ਇਹ ਸਿਰਫ ਤੇ ਸਿਰਫ ਹਿੰਦੁਸਤਾਨ 'ਚ ਗਰੀਬੀ ਦੀ ਗੱਲ ਹੈਗੀ ਆ। ਹੁਣ ਜੇ ਅਸੀਂ ਗੱਲ ਕੰਪੈਰੇਟਿਵਲੀ ਕਰੀਏ ਤਾਂ ਬਾਹਰਲੇ ਸੂਬਿਆਂ 'ਚ ਵੀ ਪ੍ਰੋਬਲਮ ਆ ਰਹੀ ਹੈ, ਜਿਸ 'ਚ ਇੰਗਲੈਂਡ, ਬਰਤਾਨੀਆ ਇਹਦੇ ਸਾਹਮਣੇ ਆ ਗਿਆ। ਅਮਰੀਕਾ 'ਚ ਵੀ ਗੱਲ ਹੋਈ ਹੈ, ਜਦੋਂ ਆਪਾਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ ਵੀ ਨੋ ਆਟਾ ਕਿਸੇ ਦੁਕਾਨ 'ਤੇ ਨੋ ਪਰੌਂਠੇ, ਡਬਲ ਹੋ ਗਿਆ। ਹਾਂ ਬਿਲਕੁਲ, ਪਹਿਲੇ ਗੱਲ ਨਹੀਂ ਸੀ। ਔਰ ਖਾਣਾ ਜੀ ਇੱਕ ਜ਼ਮਾਨਾ ਸੀ ਜਦੋਂ ਕਣਕ ਅਮਰੀਕਾ 'ਚੋਂ ਆਉਂਦੀ ਰਹੀ ਆ, ਰਸ਼ੀਆ ਤੋਂ ਆਉਂਦੀ ਰਹੀ ਆ ਇੰਡੀਆ 'ਚ। ਇੰਡੀਆ ਦੇ ਵਿੱਚ ਵਡਾਣਕ ਕਣਕਾਂ ਹੁੰਦੀਆਂ ਸੀਗੀਆਂ ਔਰ ਉਹਨਾਂ ਦਾ ਜ਼ਿਆਦਾ ਝਾੜ ਨਹੀਂ ਸੀਗਾ ਔਰ ਉਹਦੇ ਵਿੱਚ ਚਾਵਲ ਵੀ ਬਹੁਤ ਘੱਟ ਹੁੰਦੇ, ਪਰ ਫਿਰ ਵੀ ਜਿੱਥੇ ਰੋਟੀ ਨਹੀਂ ਸੀ ਉੱਥੇ ਚਾਵਲ ਮਿਲ ਜਾਂਦਾ ਸੀ। ਪਰ ਮੈਕਸੀਕਨ ਕਣਕ ਪੰਜਾਬ 'ਚ ਆਈ, ਉਹ ਦੁਬਾਰਾ ਉਹਦੀ ਪੈਦਾਵਾਰ ਹੋਈ, ਉਹ ਲਾਲ ਰੰਗ ਦੀਆਂ ਰੋਟੀਆਂ ਬਣਦੀਆਂ ਰਹੀਆਂ। ਉਹਦੀ ਤੂੜੀ ਘੱਟ ਸੀ, ਦਾਣੇ ਜ਼ਿਆਦਾ ਸੀ। ਜਿੰਨੀ ਕੁ ਤੂੜੀ ਉਨੇ ਕੁ ਦਾਣੇ, ਬਰਾਬਰ ਦਾ ਝਾੜ ਹੁੰਦਾ ਸੀ। ਉਸ ਸਾਰੇ ਯਤਨ ਨੇ ਜਦੋਂ ਉਹ ਆਪਣੇ ਆਏ ਆ ਸਾਇੰਸਦਾਨ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ, ਇਹ ਇੰਟਰੋਡਿਊਸ ਹੋਈ ਆ ਔਰ ਇਹ ਕਣਕ ਨੇ ਇੱਥੇ ਪੂਰੀ ਕੰਗਾਲੀ ਚੁੱਕਤੀ। ਆਮਦਨ ਇੰਨੀ ਹੋ ਗਈ ਲੋਕਾਂ ਦੀ, ਕਿਸਾਨਾਂ ਦੀ, ਝਾੜ ਵਧੇਰੇ ਹੋ ਗਿਆ। ਔਰ ਇਸ ਗੱਲ ਨੂੰ ਅਸੀਂ ਫਿਰ ਉਸ ਪਿਛੋਕੜ ਤੱਕ ਲੈ ਕੇ ਹੁਣ ਦੇ ਯੁੱਗ ਤੱਕ ਗੱਲ ਕਰਦੇ ਹਾਂ। ਔਰ ਇਹਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੀ ਗੱਲ ਤੁਸੀਂ ਹੁਣੇ ਕੀਤੀ ਹੈ, ਮੇਰਾ ਖਿਆਲ ਹੈ ਸਾਰੇ ਲੋਕਾਂ ਲਈ, ਗਰੀਬਾਂ ਲਈ ਖਾਸ ਕਰਕੇ ਗੱਲ ਹੈ ਕਿ ਜਿਹੜਾ ਗਰੀਬ ਜਦੋਂ ਵਿਚਾਰਾ ਆਉਂਦਾ, ਕਿਸੇ ਨੇ ਕਿਹਾ ਕਿ ਕਿਸੇ ਨੇ ਗਰੀਬ ਅੱਗੇ ਬਾਤ ਪਾਈ ਤਾਂ ਆਂਦਾ ਕਿ ਰੋਟੀ, ਉਹਨੂੰ ਬਾਤ ਦਾ ਵੀ ਜਿਹੜਾ ਬਾਜ਼ਾਰ ਹੈ ਤਾਂ ਉਹਨੂੰ ਰੋਟੀ ਲੱਗਦੀ ਸੀ। ਗਰੀਬ ਆਦਮੀ ਦੇ ਵਿਚਾਰੇ ਨੂੰ 2 ਰੋਟੀਆਂ ਮਿਲਦੀਆਂ ਤੇ 4 ਰੋਟੀਆਂ ਵਿਚਾਰਾ ਸਰਾਣੇ ਰੱਖ ਕੇ ਸੌਂਦਾ, ਕਿਤੇ ਆਟਾ ਨਾ ਮੁੱਕ ਜੇ, ਕਿਤੇ ਇਹ ਨਾ ਹੋਵੇ। ਇੱਥੋਂ ਤੱਕ ਉਹਦੇ ਸ਼ੰਕੇ ਨੇ। ਉਹ ਨਿਵਰਤ ਕਰਨਾ ਸਰਕਾਰਾਂ ਦੇ ਕੰਮ ਆ, ਸੂਬਾ ਸਰਕਾਰਾਂ ਦੇ ਹੈ, ਜਿਹੜੇ ਸੈਂਟਰ ਗੌਰਮੈਂਟ ਇਹਦੇ ਹੈਗੇ ਸਾਰੇ ਕੰਮ ਯਤਨ। ਔਰ ਮੇਰਾ ਖਿਆਲ ਹੈ ਕਿ ਸੈਂਟਰ ਨੂੰ ਇਸ ਗੱਲ ਦਾ, ਮਸਲੇ ਦਾ, ਉਹਦੇ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਕਿ ਆਉਣ ਵਾਲੇ ਸਮੇਂ 'ਚ ਖਾਸ ਕਰਕੇ ਜਿਹੜੇ ਸੂਬੇ ਪਛੜੇ ਨੇ ਉਹਨਾਂ ਨੂੰ ਇਸ ਚੀਜ਼ ਤੋਂ ਵਾਂਝਾ ਨਾ ਰੱਖਿਆ ਜਾਵੇ। ਐਗਜ਼ੈਕਟਲੀ, ਕਿਉਂਕਿ ਢਿੱਡਣਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਔਰ ਕਈ ਵਾਰ ਤੇ ਇਹ ਵੀ ਕਿਹਾ ਜਾਂਦਾ, ਆ ਲੈ ਫੜ ਮਾਲਾ ਆਪਣੀ, ਸਾਡੇ ਤੋਂ ਭੁੱਖਿਆਂ ਤੋਂ ਭਜਨ ਨਹੀਂ ਹੁੰਦਾ। ਬਿਲਕੁਲ, ਰੱਬ ਦੀ ਭਗਤੀ ਵੀ ਤਾਂ ਹੋਏਗੀ। ਤੇ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਭੁੱਖੇ ਢਿੱਡਾਂ ਨੂੰ ਧਰਮ ਦੀ ਸਿੱਖਿਆ ਨਹੀਂ ਦੇ ਸਕਦੇ, ਕਿਉਂਕਿ ਸਭ ਤੋਂ ਪਹਿਲੀ ਜ਼ਰੂਰਤ ਹੈ ਰੋਟੀ। ਰੋਟੀ ਨਾ ਢਿੱਡ ਪਈ ਤੇ ਫਿਰ ਕੀ ਕਰਾਂਗੇ। ਸੋ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ ਪਈ। ਆਪਾਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਹੈ, ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਇੱਕ ਬੰਦੇ ਕੋਲ ਲਿਫਾਫੇ 'ਚ ਰੋਟੀਆਂ ਨੇ, ਉਹ ਰੋਟੀਆਂ ਕੁਝ ਸੁੱਕ ਗਈਆਂ ਨੇ, ਉਹਨੇ ਟੂਟੀ ਖੋਲੀ, ਟੂਟੀ ਦੇ ਥੱਲੇ ਲਿਜਾ ਕੇ ਰੋਟੀਆਂ ਗਿੱਲੀਆਂ ਕੀਤੀਆਂ ਤੇ ਫਿਰ ਉਹ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਮਤਲਬ ਇਹ ਹਾਲਤ ਹੈ। ਔਰ ਤੁਸੀਂ ਇਹ ਕਿਸ ਗੱਲ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਿ ਅਸੀਂ ਦੁਨੀਆ ਦੇ ਦੂਜੇ ਨੰਬਰ ਦੇ ਅਮੀਰ ਆਦਮੀ, ਤੀਜੇ ਨੰਬਰ ਦੇ ਅਮੀਰ ਆਦਮੀ, ਕੀ ਮਤਲਬ ਹੈ ਇਹਨਾਂ ਗੱਲਾਂ ਦਾ। ਔਰ ਅਸੀਂ ਦਾਨ ਦਿੰਦੇ ਪਏ, ਕਿਹਨਾਂ ਨੂੰ ਦਿੰਦੇ ਪਏ ਹੋ? ਜਿਹੜੇ ਆਲਰੇਡੀ ਰੱਜੇ ਹੋਏ ਨੇ ਉਹਨਾਂ ਨੂੰ ਹੋਰ ਰਜਾਉਂਦੇ ਪਏ ਹੋ। ਜਿੱਥੇ ਲੋੜ ਹੈ ਉੱਥੇ ਦਿਓ, ਉੱਥੋਂ ਇਹਨਾਂ ਨੂੰ ਬਦਬੂ ਆਉਂਦੀ ਹੈ ਕਿਉਂਕਿ ਉਹਨੇ ਗੰਦੇ ਕੱਪੜੇ ਪਾਏ ਨੇ, ਉਹਦੇ ਕੋਲੋਂ ਸਮੈਲ ਹੀ ਆਉਣੀ ਹੈ। ਸਹੀ ਗੱਲ, ਪਰੇ ਹਟ ਪਰੇ ਹਟ। ਇਹੀ ਗੱਲ। ਇਹ ਦਾਨ ਦਿੰਦੇ ਪਏ ਹੋ, ਮਤਲਬ ਜਿੱਥੇ ਲੋੜ ਹੈ ਉੱਥੇ ਦਿਓ। ਲੋਕ ਸੜਕਾਂ ਤੇ ਸੁੱਤੇ ਪਏ ਨੇ, ਸਰਦੀਆਂ 'ਚ ਪਤਾ ਨਹੀਂ ਕਿੰਨੀਆਂ ਕੁ ਮੌਤਾਂ ਹੋ ਜਾਣੀਆਂ ਠੰਡ ਕਰਕੇ ਕਿ ਉਹਨਾਂ ਕੋਲ ਰਜਾਈ ਨਹੀਂ ਹੈ, ਗਰਮ ਕੱਪੜੇ ਨਹੀਂ ਹੈਗੇ, ਉਹਨਾਂ ਵੱਲ ਧਿਆਨ ਨਹੀਂ ਹੈਗਾ। ਇਹ ਦਾਨ ਕਿੱਥੇ ਦਿੰਦੇ ਪਏ ਹੋ? ਸੋ ਇਹ ਮੁਲਕ ਦਾ ਕੀ ਬਣਿਆ ਪਿਆ ਔਰ ਕਿੱਦਾਂ ਅਸੀਂ ਦੇਖਦੇ ਹਾਂ ਕਿ ਇਹਦੇ 'ਚ ਸੁਧਾਰ ਹੋ ਸਕਦਾ ਹੈ। ਵਾਕਈ ਇੱਕ ਸਿਰਦਰਦੀ ਬਣੀ ਹੋਈ ਹੈ। ਜੇ ਤੁਸੀਂ ਇਹਨੂੰ ਸੋਚਣ ਬੈਠੋਗੇ ਨਾ, ਤੁਹਾਨੂੰ ਕੋਈ ਹੱਲ ਨਹੀਂ ਮਿਲਣਾ। ਦੇਖੋ ਗੱਲ ਇੱਕ ਹੋਰ ਵੀ ਹੈਗੀ ਹੈ, ਜੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੋਂ ਤੇ ਉਹਨਾਂ ਦੇ ਪੂਰੇ ਉਸ ਪਰੰਪਰਾ ਤੋਂ ਅਸੀਂ ਧਿਆਨ ਗੋਚਰੇ ਹੋਈਏ ਤੇ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਤਾਂ 20 ਰੁਪਏ ਦਾ ਸੱਚਾ ਸੌਦਾ ਕੀਤਾ, ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ। ਫਿਰ ਉਹਨਾਂ ਨੇ ਇੱਕ ਪਿਰਤੀ ਬਣਾ ਦਿੱਤੀ,
ਜਿਹੜਾ ਗੁਰੂ ਕਾ ਲੰਗਰ ਅਟੁੱਟ ਵਰਤੂਗਾ ਔਰ ਸਾਰੇ ਗੁਰਦੁਆਰਿਆਂ 'ਚ ਧਾਰਮਿਕ ਸਥਾਨਾਂ 'ਚ ਅਜੇ ਉਸੇ ਤਰ੍ਹਾਂ ਹੀ ਚੱਲਦਾ ਹੈ। ਔਰ ਉਸ ਤੋਂ ਬਾਅਦ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਉਸ ਪਰੰਪਰਾ ਨੂੰ ਉਸੇ ਤਰ੍ਹਾਂ ਤੋਰਿਆ ਔਰ ਖਡੂਰ ਸਾਹਿਬ ਸ਼ੁਰੂ ਕਰਕੇ ਉਸੇ ਤਰ੍ਹਾਂ ਉੱਥੇ ਖੀਰਾਂ ਵੀ ਬਣੀਆਂ ਔਰ ਉੱਥੇ ਤਪੱਸਿਆ ਵੀ ਹੋਈ ਔਰ ਉੱਥੇ ਮੱਲ ਖਾੜਾ ਗੁਰਦੁਆਰਾ ਵੀ ਹੈ ਜਿੱਥੇ ਸਾਰੇ ਬੱਚਿਆਂ ਨੂੰ ਉਹਨਾਂ ਨੇ ਤਕੜੇ ਔਰ ਤੰਦਰੁਸਤ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਅਮਰਦਾਸ ਨੇ ਫਿਰ ਤੀਜੀ ਪਾਤਸ਼ਾਹੀ ਨੇ ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਗੋਂਦਵਾਲ ਸਾਹਿਬ ਲੰਗਰ ਦੀ ਪ੍ਰਥਾ ਨੂੰ ਤੋਰਿਆ, ਬੌਲੀ ਸਾਹਿਬ ਬਣਾਇਆ ਔਰ ਉਸ ਵੇਲੇ ਦੇ ਮਹਾਨ ਬਾਦਸ਼ਾਹ ਅਕਬਰ ਵੀ ਉੱਥੇ ਆ ਕੇ ਨਤਮਸਤਕ ਹੋਏ ਔਰ ਉਹਨਾਂ ਨੇ ਉੱਥੇ ਜ਼ਮੀਨ 'ਤੇ ਬਹਿ ਕੇ ਲੰਗਰ ਛਕਿਆ ਔਰ ਉਹਨਾਂ ਨੇ ਕਿਹਾ ਮੈਨੂੰ 14 ਤਬਕਾਂ ਮਤਲਬ 14 ਤਬਕ ਹੋ ਗਏ, 14 ਯੁੱਗਾਂ ਦੀ ਲੋਹ ਹੋ ਗਈ ਹੈ ਔਰ ਇਸ ਕਰਕੇ ਲੋਹ ਹੀ ਹੈ ਕਿ ਮੈਂ ਜ਼ਮੀਨ 'ਤੇ ਬਹਿ ਗਿਆ। ਤਖਤ ਦਾ ਮਾਲਕ ਜਦੋਂ ਜ਼ਮੀਨ 'ਤੇ ਬੈਠੇਗਾ, ਸੰਗਤ 'ਚ ਬੈਠੂਗਾ, ਪੰਗਤ 'ਚ ਬੈਠੂਗਾ, ਉਹਨੂੰ ਪਤਾ ਲੱਗਣਾ ਇਹ ਦੁਨੀਆ ਹੈਗੀ ਹੈ, ਇਹ ਦੁਨੀਆਦਾਰੀ ਹੈ। ਲੋਹ ਮਤਲਬ ਹੈਗਾ ਦਿਮਾਗ ਖੁੱਲਿਆ ਜਿੱਥੇ ਉਸ ਵੇਲੇ ਕੋਈ ਬਿਲਕੁਲ ਆਇਆ ਸੀ ਹੈ ਨਾ, ਉਹਦੇ ਵਿੱਚ ਰੁਕਿਆ ਪਿਆ ਸੀ, ਉਹ ਪਤਾ ਲੱਗ ਗਿਆ। ਹਾਂਜੀ ਤੁਸੀਂ ਠੀਕ ਕਿਹਾ, 14 ਤਬਕਾਂ, 14 ਯੁੱਗ ਨਹੀਂ 14 ਲੋਕ। ਹਾਂ 14 ਲੋਕ, 14 ਲੋਕ ਜਿਵੇਂ ਦਸ਼ਮੇਸ਼ ਪਿਤਾ ਨੇ ਸਮਝਾਇਆ ਕਿ ਇਸ ਸ੍ਰਿਸ਼ਟੀ ਦੇ ਵਿੱਚ 14 ਥਾਵਾਂ ਅਜਿਹੀਆਂ ਨੇ ਜਿੱਥੇ ਜੀਵਨ ਹੈ। ਉਹਨਾਂ ਸਾਰੇ ਲੋਕਾਂ ਦੀ ਲੋਹ ਮੈਨੂੰ ਹੋ ਗਈ, 14 ਲੋਕਾਂ ਦੀ ਲੋਹ ਹੋ ਗਈ। ਦਸ਼ਮੇਸ਼ ਪਿਤਾ ਨੇ ਆਪਣੀ ਬਾਣੀ 'ਚ ਪੂਰਾ ਪਰ ਇਹਨਾਂ ਨੂੰ ਗੁਰੂ ਅੰਗਦ ਦੇਵ ਜੀ ਨੂੰ ਫਿਰ ਇਹਨਾਂ ਨੇ ਕਿਹਾ ਅਕਬਰ ਨੇ ਔਰ ਹਿਸਟਰੀ ਆ ਕਿ ਤੁਸੀਂ ਜੇ ਚਾਹੋ ਤਾਂ ਮੇਰੇ ਕੋਲ ਇੱਥੇ ਬਹੁਤ ਜ਼ਮੀਨ ਆ, ਮੈਂ ਇਹਦਾ ਗੁਰੂ ਕੇ ਲੰਗਰ ਦੇ ਨਾਲ ਲਾ ਦੇਣਾ ਜ਼ਮੀਨ ਨੂੰ ਤਾਂ ਕਿ ਮੈਂ ਤੁਹਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਸਮੱਸਿਆ ਨਾ ਆਵੇ, ਤੁਹਾਨੂੰ ਨੂੰ ਗੁਰੂ ਕੇ ਲੰਗਰ ਨੂੰ ਇਸੇ ਤਰ੍ਹਾਂ ਚੱਲਦਾ ਰਹਿਣ ਦਿਓ। ਪਰ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਨਹੀਂ, ਇਹ ਨਹੀਂ ਹੈ, ਇਹ ਸੰਗਤ ਔਰ ਪੰਗਤ ਦਾ ਜਿਹੜਾ ਦਸਵੰਧ ਹੈ, ਜਿਹੜੀ ਕਮਾਈ ਕਰਕੇ 10ਵਾਂ ਹਿੱਸਾ ਲਿਆਉਣਗੇ, ਸੇਵਾ ਕਰਨਗੇ, ਉਹਦੇ ਨਾਲ ਲੰਗਰ ਚੱਲੂਗਾ ਔਰ ਚੱਲਦਾ ਰਹੇਗਾ। ਔਰ ਉਸ ਤੋਂ ਬਾਅਦ ਫਿਰ ਚੌਥੇ ਗੁਰੂ ਆਏ, ਪੰਜਵੇਂ ਆਏ, ਛੇਵੇਂ ਆਏ, ਫਿਰ ਚੱਲਦਾ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਚੱਲਦਾ ਰਿਹਾ। ਅੱਜ ਵੀ ਜਿੱਥੇ ਦੇਖ ਲਓ ਹਰ ਜਗ੍ਹਾ 'ਤੇ ਪਟਨਾ ਸਾਹਿਬ ਚਲ ਜਾਓ, ਤੁਸੀਂ ਹਜੂਰ ਸਾਹਿਬ ਚਲ ਜਾਓ, ਤੁਸੀਂ ਤਲਵੰਡੀ ਸਾਬੋ ਚਲ ਜਾਓ ਔਰ ਦਰਬਾਰ ਸਾਹਿਬ ਤੁਸੀਂ ਜਾਓ, 1 ਲੱਖ ਸੰਗਤ ਰੋਜ਼ ਪਹੁੰਚਦੀ ਹੈ ਔਰ ਗੁਰੂ ਕਾ ਲੰਗਰ ਉਸੇ ਤਰ੍ਹਾਂ ਵਰਤਦਾ। ਔਰ ਇਹ ਦੂਜੀ ਗੱਲ ਹੈ ਕਿ ਗੁਰੂ ਕਾ ਲੰਗਰ ਜਿਹੜਾ ਬਣਦਾ ਹੈ ਇਹਦਾ ਸਵਾਦ ਵੀ ਵੱਖਰਾ ਹੈਗਾ। ਤੁਸੀਂ ਗੁਰਦੁਆਰਾ ਸਾਹਿਬ ਜਾਂ ਗੁਰੂ ਕੇ ਲੰਗਰ ਦੀ ਦਾਲ ਖਾ ਕੇ ਦੇਖੋ, ਘਰ 'ਚ ਤੁਸੀਂ ਜੋ ਮਰਜ਼ੀ ਪਾ ਕੇ ਬਣਾ ਲਓ, ਉਹ ਲਜ਼ਤ ਨਹੀਂ ਹੋਊਗੀ ਜੋ ਗੁਰੂ ਸਾਹਿਬ ਦੇ ਉਸ ਲੰਗਰ 'ਚ ਹੈ। ਹਾਂ ਬਿਲਕੁਲ ਠੀਕ ਹੈ, ਬਿਲਕੁਲ ਠੀਕ ਕਹਿ ਰਹੇ ਹੋ। ਹਾਂ ਤੁਸੀਂ ਛਕਿਆ ਮੇਰੇ ਖਿਆਲ ਬਹੁਤ ਵਾਰੀ। ਮੈਂ ਤੇ ਬਚਪਨ ਤੋਂ ਬਿਲਕੁਲ ਸਹੀ ਗੱਲ। ਕਿਸੇ ਨੇ ਕਿਹਨੇ ਨਹੀਂ ਛਕਿਆ। ਹਾਂ ਕਿਸੇ ਨੇ ਨਹੀਂ ਇਹ ਕਹਿਣਾ ਕਿ ਅਸੀਂ ਨਹੀਂ ਛਕਿਆ। ਭਾਰਤ ਦੀ ਧਰਤੀ ਤੇ, ਪੰਜਾਬ ਦੀ ਧਰਤੀ ਤੇ ਸਭ ਨੇ ਛਕਿਆ ਔਰ ਹਰ ਥਾਂ ਤੇ ਪਹੁੰਚ ਜਾਂਦੇ ਆ। ਕਰੋਨਾ ਵਿੱਚ ਵੀ ਥਾਂ ਤੇ ਪਹੁੰਚ ਜਾਂਦੇ ਆ। ਤੁਸੀਂ ਇੱਕ ਗੱਲ ਹੋਰ ਮੈਂ ਕਹਾਂ, ਯੂਕਰੇਨ ਦੀ ਯੁੱਧ ਵਿੱਚ ਵੀ ਥਾਂ ਤੇ ਪਹੁੰਚ ਜਾਂਦੇ ਆ ਲੰਗਰ ਲੈ ਕੇ। ਇੱਕ ਗੱਲ ਹੋਰ ਮੈਂ ਕਰਨੀ ਚਾਹ ਰਿਹਾ ਕਿ ਜੇ ਤੁਸੀਂ ਹੋਟਲ ਤੇ ਜਾਂ ਤੁਸੀਂ ਢਾਬੇ ਤੇ ਰੋਟੀ ਲਓਗੇ 10 ਰੁਪਏ ਤੋਂ ਥੱਲੇ ਨਹੀਂ ਤੰਦੂਰੀ ਪਰੌਂਠਾ ਜੋ ਲਓਗੇ, ਪਰੌਂਠਾ ਨਹੀਂ ਰੋਟੀ। ਜੇ ਤੁਸੀਂ ਤਵੇ ਦੀ ਰੋਟੀ ਲਓ ਤਾਂ 10-15 ਤੋਂ ਥੱਲੇ ਨਹੀਂ। ਦਿੱਲੀ ਤੁਸੀਂ ਚਲ ਜਾਓ ਤੇ 20 ਰੁਪਏ ਤੱਕ ਤੁਹਾਨੂੰ ਮਿਲੂਗੀ ਚਾਹ ਦਾ ਕੱਪ ਤੇ ਰੋਟੀ। ਪਰ ਉੱਥੇ ਬੰਗਲਾ ਸਾਹਿਬ ਗੁਰਦੁਆਰਾ ਤੁਸੀਂ ਜਾਓਗੇ, ਰਕਾਬਗੰਜ ਜਾਓਗੇ, ਜਿੱਥੇ ਵੀ ਜਾਓਗੇ ਤੁਸੀਂ ਜਿਹੜਾ ਫ੍ਰੀ ਆਫ ਕਾਸਟ ਗੁਰੂ ਕਾ ਲੰਗਰ ਛਕੋਗੇ ਔਰ ਬੋਲੇ ਸੋ ਨਿਹਾਲ ਦੇ ਨਾਰੇ ਲਾ ਕੇ ਬਾਹਰ ਆ ਜਾਓਗੇ। ਇਹ ਗੱਲ ਹੈਗੀ ਆ ਗੁਰੂ ਪਰੰਪਰਾ। ਸਹੀ ਕਹਿ ਰਹੇ ਹੋ, ਹਰ ਥਾਂ ਦੇ ਉੱਤੇ, ਕਿਉਂਕਿ ਗੁਰੂ ਦੇ ਸਿੱਖ ਹਾਂ ਅਸੀਂ। ਔਰ ਮੈਂ ਕਈ ਵਾਰ ਆਪਣੇ ਦੋਸਤਾਂ 'ਚ ਬੈਠਦਾ ਹੁੰਦਾ ਨਾ ਤੇ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਵੀ ਔਖੀਆਂ ਥਾਵਾਂ ਤੇ ਵੀ ਪਹੁੰਚ ਜਾਂਦੇ ਆ। ਕੱਲ ਨੂੰ ਕਿਹਾ ਜਾਵੇ ਨਾ ਹਿਮਾਲਿਆ ਤੇ ਪਹੁੰਚਣਾ, ਉੱਥੇ ਵੀ ਕੋਈ ਲੋਕ ਬੈਠੇ ਨੇ, ਉੱਥੇ ਵੀ ਲੰਗਰ ਛਕਾਉਣਾ, ਅਸੀਂ ਉੱਥੇ ਵੀ ਪਹੁੰਚ ਜਾਗੇ। ਲਓ ਜੀ ਅਸੀਂ ਆ ਗਏ। ਨੇਪਾਲ ਚਰਚ ਕੋਈ ਹੋਇਆ ਕਿੰਨੀ ਵਾਰੀ ਔਰ ਇੱਥੋਂ ਸਾਰਾ ਸਮਾਨ ਗਿਆ, ਲੰਗਰ ਤੱਕ ਗਿਆ, ਕੰਬਲ ਗਏ ਇੱਥੇ, ਰਜਾਈਆਂ ਗਈਆਂ ਉੱਥੇ ਔਰ ਉਹਨਾਂ ਦੇ ਪਹਿਨਣ ਲਈ ਕੱਪੜੇ ਗਏ ਆ ਔਰ ਸਾਰੀਆਂ ਸਬਜ਼ੀਆਂ ਇੱਥੋਂ ਜਾਂਦੀਆਂ ਰਹੀਆਂ। ਜਦੋਂ ਵੀ ਕੋਈ ਇੱਦਾਂ ਦੀ ਆਫਤ ਆਉਂਦੀ ਆ ਜਾਂ ਕੁਦਰਤੀ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਤੇ ਜਾ ਕੇ ਜਾਂਦੇ ਆ ਗੁਰੂ ਦੇ ਖਾਲਸਾ ਦੇ ਲੋਕ ਜਾਂਦੇ, ਜਿਹੜੇ ਸੇਵਾਦਾਰ ਨੇ ਉੱਥੇ ਪੂਰਾ ਕੰਮ ਕਰਦੇ, ਸਾਰੇ ਜਾਂਦੇ। ਔਰ ਮੈਂ ਇਹੀ ਚੀਜ਼ ਸੋਚਦਾ ਕਿ ਇੱਕ ਪਾਸੇ ਗੁਰੂ ਸਾਹਿਬਾਨ ਜੋ ਦੇਸ਼ ਵਾਸਤੇ, ਸਮਾਜ ਵਾਸਤੇ, ਦੇਸ਼ ਦੇ ਲੋਕਾਂ ਵਾਸਤੇ ਕੁਰਬਾਨੀਆਂ ਦਿੰਦੇ ਨੇ ਔਰ ਇੱਕ ਪਾਸੇ ਉਹ ਲੋਕ ਜਿਹੜੇ ਦੇਸ਼ ਨੂੰ ਲੁੱਟਦੇ ਨੇ, ਲੋਕਾਂ ਨੂੰ ਲੁੱਟਦੇ ਨੇ, ਦੂਜਿਆਂ ਦਾ ਹੱਕ ਮਾਰਦੇ ਨੇ ਔਰ ਕਹਿੰਦੇ ਨੇ ਕਿ ਅਸੀਂ ਅਮੀਰ ਹਾਂ, ਦੁਨੀਆ ਦੇ ਅਮੀਰ ਬਣ ਗਏ ਹਾਂ। ਮੇਰਾ ਇੱਕ ਹੋਰ ਵੀ ਆਇਆ ਹੈ, ਇੱਕ ਜੇ ਸੁਪਰੀਮ ਕੋਰਟ ਨੇ ਕਿਹਾ ਵੀ ਕੇਂਦਰ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰਾਂ ਦਾ ਇਹ ਫਰਜ਼ ਬਣਦਾ, ਪਰ ਉਹਨਾਂ ਨੂੰ ਇਹ ਵੀ ਕਹਿਣਾ ਚਾਹੀਦਾ ਕਿ ਜਿੱਥੇ ਕੁਝ ਸਹੂਲਤਾਂ ਦੇਣ ਹੈ ਨਾ, ਜਿਹਦੇ ਵਿੱਚ ਧਾਰਮਿਕ ਸਥਾਨਾਂ 'ਤੇ ਚਾਹੇ ਦੁਰਗਿਆਣਾ ਮੰਦਿਰ ਸਾਹਿਬ ਹੈ ਜਾਂ ਦਰਬਾਰ ਸਾਹਿਬ ਹੈ, ਜਿੱਥੇ ਵੀ ਹੋ ਰਿਹਾ, ਜਾਂ ਜਵਾਲਾ ਮਾਤਾ ਜੀ ਜਿੱਥੇ ਲੰਗਰ ਲੱਗੇ ਆ, ਉੱਥੇ ਇਹਨਾਂ ਦੇ ਜਿਹੜੇ ਵੀ ਸਬਸਿਡੀ ਦੇਣੀ ਚਾਹੀਦੀ ਹੈ, ਜਿਹਦੇ ਵਿੱਚ ਗੈਸ ਸਿਲੰਡਰ, ਜਿਹਦੇ ਵਿੱਚ ਕੋਈ ਬਾਲਣਾ, ਆਟਾ ਜਿਹਦੇ ਵਿੱਚ ਪਾਉਣਾ ਚਾਹੀਦਾ, ਉਹ 'ਚ ਸਰਕਾਰਾਂ ਨੂੰ ਚਾਹੀਦਾ ਉਹਦੇ ਵਿੱਚ ਕੁਛ ਨਾ ਕੁਛ ਆਪਣਾ ਹਿੱਸਾ ਪਾਉਣ, ਨਾ ਕਿ ਸ਼ਰਧਾਲੂ ਲੋਕ ਪਾਉਂਦੇ ਆ ਉਹੀ ਕਰਨ। ਜੇ ਇਹਦੇ ਵਿੱਚ ਵੀ ਪੈਸਾ ਖਰਚ ਕਰੇਗੀ ਸਰਕਾਰ ਜਾਂ ਕਰੂਗੀ ਕੁਛ ਨਾ ਕੁਛ ਫੰਡਿੰਗ ਕਰਕੇ, ਤੇ ਬੜੀ ਵੱਡੀ ਦੌਲਤ ਹੈ ਸਾਰਾ ਕੁਛ ਦੀ, ਜੇ ਇਹਦੇ ਵਿੱਚ ਕੰਮ ਕੀਤਾ ਜਾਵੇ। ਇਹ ਵੀ ਇਸ ਤਰ੍ਹਾਂ ਦਾ ਕੋਈ ਨਾ ਕੋਈ ਇਹਨਾਂ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ ਕਿ ਇੰਨਾ ਹਿੱਸਾ ਕੱਢ ਕੇ ਤੁਸੀਂ ਵੀ ਆਪਣੇ ਦਸਵੰਧ ਦੇ ਤੌਰ 'ਤੇ
ਇਹਨਾਂ ਗੁਰੂ ਕੇ ਅਤੁੱਟ ਲੰਗਰ ਦੇ ਵਿੱਚ ਹਿੱਸਾ ਬਣਦਾ ਪਾਉਣਾ ਜ਼ਰੂਰੀ ਹੈ। ਹਾਂ ਬਿਲਕੁਲ ਸਹੀ ਗੱਲ ਹੈ ਜੀ। ਬਜ਼ੁਰਗ ਕਹਿੰਦੇ ਨੇ ਕੀ ਲੈ ਕੇ ਆਇਆ ਤੇ ਕੀ ਲੈ ਕੇ ਜਾਣਾ ਹੈ, ਜੋ ਕੁਝ ਹੈ ਇੱਥੋਂ ਵਾਸਤੇ ਹੀ ਹੈ। ਤਾਂ ਕਿਉਂ ਨਾ ਜਿੰਨਾ ਕੰਮ ਆ ਸਕੋ ਦੂਜੇ ਦੇ, ਉਹਨਾਂ ਜ਼ਰੂਰ ਕੰਮ ਆਉਣਾ ਚਾਹੀਦਾ। ਇਹ ਤਾਂ ਹੈ। ਬਲਕਾਰ ਜੀ, ਹੁਣ ਅਗਲਾ ਮੁੱਦਾ ਜਿਹੜਾ ਆਪਾਂ ਚੁੱਕਣ ਲੱਗੇ ਆ ਉਹ ਹੈ ਜਿਹੜਾ ਸੰਸਦ ਦਾ ਵਿੰਟਰ ਸੈਸ਼ਨ ਸ਼ੁਰੂ ਹੋ ਗਿਆ, ਸਰਦ ਰੁੱਤ ਸ਼ੁਰੂ ਹੋ ਗਈ। ਇਹਦਾ ਇਜਲਾਸ ਅੱਜ ਤੋਂ ਸ਼ੁਰੂ ਹੋਇਆ ਤੇ 23 ਦਿਨ ਤੱਕ ਚੱਲਣਾ ਇਹਨੇ, ਲਗਭਗ 3 ਹਫ਼ਤੇ। ਸੋ ਇਹਦੇ ਵਿੱਚ ਹੁਣ ਜੋ ਮਸਲੇ ਸਾਰੇ ਜੋ ਭਾਰਤ ਦੀਆਂ ਸਮੱਸਿਆਵਾਂ ਨੇ ਉਹੀ ਸਾਰੀਆਂ ਚਿੰਤਾਵਾਂ ਨੇ ਉਹੀ ਰੱਖਣੀਆਂ ਨੇ, ਉਹੀ ਗੱਲਬਾਤ ਹੋਣੀ ਹੈ, ਵੱਖ-ਵੱਖ ਸੂਬਿਆਂ ਦੀਆਂ ਗੱਲਾਂ ਹੋ ਜਾਣਗੀਆਂ। ਇਹਦੇ ਵਿੱਚ ਨਾ ਪ੍ਰਾਈਮ ਮਿਨਿਸਟਰ ਮੋਦੀ ਨੇ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਹੈ ਕਿ ਸੰਸਦ ਦੇ ਵਿੱਚ ਜਿਹੜਾ ਹੰਗਾਮਾ ਹੋ ਜਾਂਦਾ ਹੈ, ਨਾਅਰੇਬਾਜ਼ੀ ਇੱਕ ਦੂਜੇ ਦੇ ਖਿਲਾਫ, ਔਰ ਇੱਕ ਦੂਜੇ ਦੇ ਉੱਤੇ ਕਈ ਵਾਰ ਪੇਪਰ ਫਾੜ ਕੇ ਸੁੱਟਦੇ ਨੇ, ਠੀਕ ਹੈ, ਹੰਗਾਮਾ ਕਰਦੇ ਨੇ। ਔਰ ਇੱਕ ਤਾਂ ਨਿਊਜ਼ ਆਈ ਸੀ ਕਿ ਕਿਸੇ ਨੇ ਥੱਪੜ ਮਾਰ ਦਿੱਤਾ ਕਿਸੇ ਲੇਡੀ ਨੂੰ, ਕੁਰਸੀਆਂ ਵੀ ਚੱਲਦੀਆਂ, ਕੁਰਸੀਆਂ ਵੀ ਸਿਰ 'ਚ ਮਾਰਦੇ ਆ, ਕੁਰਸੀਆਂ ਡੰਡੇ ਵੀ ਮਾਰਦੇ ਆ, ਬੜਾ ਕੁਝ ਹੁੰਦਾ। ਕਈ ਵਾਰ ਬੰਦਾ ਸੋਚਦਾ ਕਿ ਇਦਾਂ ਦੇ ਲੋਕਾਂ ਨੂੰ ਆਪਾਂ ਚੁਣ ਕੇ ਪਾਰਲੀਮੈਂਟ 'ਚ ਭੇਜਦੇ ਆ ਜਿਨ੍ਹਾਂ ਨੂੰ ਬਿਹੇਵੀਅਰ ਨਹੀਂ ਪਤਾ, ਬੇਸਿਕ ਬਿਹੇਵੀਅਰ ਨਹੀਂ ਪਤਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਬਿਹੇਵ ਕਿਵੇਂ ਕਰਨਾ। ਸੋ ਇਹ ਨਾਅਰੇਬਾਜ਼ੀਆਂ, ਇਹ ਸੰਸਦ ਦੇ ਵਿੱਚ ਹੰਗਾਮਾ ਹੈ ਜਿਹੜਾ, ਇਹਦੇ ਨਾਲ ਕੀ ਹੁੰਦਾ, ਪੋਸਟਪੋਨ ਹੋ ਜਾਂਦਾ ਹੈ ਸੰਸਦ ਦਾ ਕਾਰਵਾਈ, ਫਿਰ ਨੈਕਸਟ ਡੇਟ। ਤਾਂ ਪ੍ਰਾਈਮ ਮਿਨਿਸਟਰ ਮੋਦੀ ਇੱਕ ਬਹੁਤ ਅੱਛੀ ਗੱਲ ਕਹਿੰਦੇ ਨੇ, ਬਹੁਤ ਵਧੀਆ ਗੱਲ ਕਹਿੰਦੇ ਨੇ ਕਿ ਇਹ ਟੈਕਸ ਪੇਅਰ ਦਾ ਪੈਸਾ ਹੈ, ਜੋ ਟੈਕਸ ਦਿੰਦੇ ਆ ਅਸੀਂ ਆਮ ਲੋਕ ਜੋ ਟੈਕਸ ਦਿੰਦੇ ਆ ਉਹ ਪੈਸਾ ਲੱਗਦਾ, ਉਹਦੇ ਨਾਲ ਇਹ ਪਾਰਲੀਮੈਂਟ ਦੇ ਸੈਸ਼ਨ ਚੱਲਦੇ ਨੇ, ਉਹ ਪੈਸਾ ਬਿਲਕੁਲ ਬਰਬਾਦ ਹੁੰਦਾ ਹੈ ਕਿਉਂਕਿ ਅਸੀਂ ਹੰਗਾਮਾ ਕਰਕੇ ਬਰਬਾਦ ਕਰ ਦਿੰਦੇ ਆ। ਵੱਡੀਆਂ ਤਨਖਾਹਾਂ ਚਾਹੀਦੀਆਂ ਨੇ ਮੰਤਰੀਆਂ ਨੂੰ, ਵੱਡੀਆਂ ਫੈਸਿਲਿਟੀਆਂ ਚਾਹੀਦੀਆਂ ਨੇ ਮੰਤਰੀਆਂ ਨੂੰ, ਔਰ ਜਦੋਂ ਟੈਕਸ ਪੇਅਰ ਦੀ ਮਨੀ, ਉਹ ਵੀ ਟੈਕਸ ਪੇਅਰ ਦੀ ਮਨੀ ਤੇ ਚਾਹੀਦੀਆਂ ਨੇ। ਔਰ ਜਦੋਂ ਸੰਸਦ ਦੀ ਗੱਲ ਆਉਂਦੀ ਉੱਥੇ ਵੀ ਟੈਕਸ ਪੇਅਰ ਦਾ ਪੈਸਾ ਬਰਬਾਦ ਕਰੋ। ਜਿਵੇਂ ਟੈਕਸ ਪੇਅਰ ਦਾ ਪੈਸਾ ਬਰਬਾਦ ਕਰਨ ਦਾ ਇਹਨਾਂ ਨੇ ਠੇਕਾ ਲਿੱਤਾ ਹੋਇਆ, ਤਾਂ ਇਹਨਾਂ ਨੂੰ ਚੁਣ ਕੇ ਅਸੀਂ ਪਾਰਲੀਮੈਂਟ 'ਚ ਬਿਠਾਇਆ ਹੋਇਆ। ਅਸਲ 'ਚ ਨਾ ਤੇ ਰੂਲਿੰਗ ਪਾਰਟੀ ਦੀ ਗੱਲ ਹੈ ਤੇ ਨਾ ਜਿਹੜੀ ਵਿਰੋਧੀ ਪਾਰਟੀਆਂ ਦੀ ਗੱਲ। ਜੇ ਵੈਸੇ ਸੋਚਿਆ ਜਾਵੇ ਤਾਂ ਇਸ ਵੇਲੇ ਬਹੁਮਤ ਜਿਹੜਾ ਭਾਜਪਾ ਦਾ, NDA ਦਾ ਹੈਗਾ ਉੱਥੇ। ਬਾਕੀ ਰਹਿ ਗਈ ਗੱਲ ਵਿਰੋਧੀ ਪਾਰਟੀ, ਮੇਨ ਪਾਰਟੀ ਕਾਂਗਰਸ, ਤੇ ਕਾਂਗਰਸ ਜਿਹੜੀ ਨੈਸ਼ਨਲ ਪਾਰਟੀ ਆ ਉਹਦੇ ਤਾਂ ਇਸ ਵੇਲੇ ਕਰਤਾ ਧਰਤਾ ਜਿਹੜੇ ਹੈਗੇ ਆ, ਇਸ ਸਮੇਂ ਦੀ ਮੈਂ ਗੱਲ ਕਰ ਰਿਹਾ। ਰਾਹੁਲ ਗਾਂਧੀ ਜੀ, ਉਹ ਤਾਂ ਭਾਰਤ ਜੋੜੋ ਯਾਤਰਾ 'ਤੇ ਜੇ ਫਸੇ ਪਏ, ਉਹ ਤਾਂ ਸ਼ਾਇਦ ਇਹ 'ਚ ਹਾਜ਼ਰ ਨਹੀਂ ਹੋਣਗੇ, ਅੱਜ ਨਹੀਂ ਹੈਗੇ ਉੱਥੇ। ਔਰ ਉਹਦੇ ਨਾਲ ਰਹਿ ਗਈ ਦੂਜੀਆਂ ਛੋਟੀਆਂ ਪਾਰਟੀਆਂ ਜਿਹੜੀਆਂ ਹੈਗੀਆਂ। ਰੀਜਨਲ ਪਾਰਟੀ ਤੋਂ ਇਹਦੇ ਵਿੱਚ ਕੋਈ ਹੋਊਗੀ ਨਹੀਂ, ਜਿਹੜੇ MP ਬਣੇ ਆ, ਨੁਮਾਇੰਦੇ ਹੈਗੇ ਦੂਸਰੀਆਂ ਪਾਰਟੀਆਂ ਦੇ, ਉਹ ਬਹੁਤਾ ਨਹੀਂ ਹੁੰਦਾ। ਉਹਨਾਂ ਨੇ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ, ਲੋਕਾਂ ਦੀ ਜਿਹੜੀ ਸਮੱਸਿਆਵਾਂ ਉਹਨਾਂ ਨੂੰ ਉੱਥੇ ਦਰਸਾਉਣਾ ਵੀ ਕਿਸੇ ਆਲੇ ਦੁਆਲੇ ਲਿੰਕ ਸੜਕਾਂ ਨਹੀਂ ਆ ਇਸ ਇਲਾਕੇ 'ਚ, ਸਾਡੇ ਫੰਡ ਜਿਹੜੇ ਪੈਸੇ ਘੱਟ ਮਿਲੇ ਆ, ਉਹ ਸਾਨੂੰ ਪੈਸੇ ਦਿਓ। ਦੂਜੇ ਪਾਸੇ ਹੁੰਦੇ ਕੋਈ ਭੁੱਖ ਕੰਗਾਲੀ, ਦੂਜੇ ਪਾਸੇ ਆ ਗਈ ਉੱਥੇ ਕੋਈ ਆਟਾ ਜਾਂ ਦਾਣਾ ਨਹੀਂ ਜਾ ਰਿਹਾ, ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨੀ ਜਾ ਰਹੇ ਆ, ਉਹ ਪੈਸੇ ਕਰਨੀ ਚਾਹੀਦੀ ਹੈ। ਪਰ ਤੁਹਾਡੀ ਗੱਲ ਸਹੀ ਹੈ, ਜਦੋਂ ਗੁੱਥਮ-ਗੁੱਥਾਂ ਹੁੰਦੇ ਆ ਜਾਂ ਉੱਥੇ ਆ ਕੇ ਰੌਲਾ ਪੈਂਦੇ ਆ, ਉਹ ਗੱਲ ਗਲਤ ਹੈਗੀ ਆ। ਮੂੰਹ ਨਾਲ ਗੱਲ ਕੀਤਾ ਜਾਵੇ, ਕਿਉਂਕਿ ਜਿਹੜੇ ਸਪੀਕਰ ਨੇ ਲੋਕ ਸਭਾ ਦੇ ਹਰ ਇੱਕ ਨੂੰ ਟਾਈਮ ਦਿੰਦੇ ਆ, ਉਹ ਟਾਈਮ ਨਾਲ ਉਹ ਆਪਣੀ ਗੱਲ ਕਰਨ ਤੇ ਨਿਬੇੜਾ ਕਰਕੇ ਉਹਨਾਂ ਦਾ ਜੋ ਪਰਚਾ ਲਿਖਿਆ ਉਹ ਪੜ੍ਹਨ, ਉੱਥੇ ਕਹਿਣ, ਉੱਤੇ ਹਰ ਜਿਹੜਾ MP ਆ, ਮੈਂਬਰ ਪਾਰਲੀਮੈਂਟ, ਉਹਨੇ ਗੱਲ ਤਾਂ ਉੱਥੇ ਆਪਣੀ ਦਰਸਾਉਣੀ ਹੈ, ਕਰਨਾ ਹੈਗਾ। ਪਰ ਰਹੀ ਗੱਲ ਹੁਣ ਜਿਹੜੇ ਇਸ ਵੇਲੇ ਮੁੱਦੇ ਚਮਕ ਰਹੇ ਆ ਪੂਰੇ ਹਿੰਦੁਸਤਾਨ 'ਚ, ਜਿਹਦੇ 'ਚ ਇਹ ਗੱਲ ਹੋ ਗਈ ਕਿ ਜਿਹੜਾ ਗਰੋਥ ਰੇਟ ਆ ਉਹ ਕਿੱਥੇ ਸਾਡਾ ਗਿਆ, ਉਹ ਬਹੁਤ ਘਟ ਗਿਆ। ਉਹ ਮਹਿੰਗਾਈ ਜਿਹੜੀ ਦਿਨੋਂ ਦਿਨ ਵੱਧਦੀ ਰਹਿੰਦੀ ਹੈ। ਉਹਦੇ ਵਿੱਚ ਤੋਂ ਇਲਾਵਾ ਜਿਹੜੇ ਕੁਝ ਚਾਈਨਾ ਨਾਲ ਸਾਡੀ ਲੜਾਈ ਦਾ ਮੁੱਦਾ ਹੈਗਾ, ਉਹ ਡਿਫੈਂਸ ਮਿਨਿਸਟਰ ਨੇ ਪੇਸ਼ ਕਰਨਾ, ਹੋਮ ਮਿਨਿਸਟਰ ਨੇ ਜਿਹੜੀਆਂ ਅੰਦਰੂਨੀ ਜਿਹੜੀਆਂ ਗੱਲਾਂ ਉਹਨਾਂ ਦਾ ਗੱਲ ਕਰਨੀ ਹੈ। ਰਹੀ ਗੱਲ ਸਰਹੱਦੀ ਜਿਹੜੇ ਸਾਡੇ ਨਾਲ ਕੰਟਰੀ ਨੇ, ਉਹਨਾਂ ਦੀ ਸਿਕਿਉਰਿਟੀ ਦੇ ਬਾਰੇ ਗੱਲ ਕਰਨਗੇ। ਉਹਦੇ ਨਾਲ ਜਿਹੜੇ ਸਾਡੇ ਫੋਰਨ ਮਿਨਿਸਟਰ ਨੇ, ਉਹ ਵੀ ਗੱਲ ਨੂੰ ਲਿਆਉਣਗੇ ਅੱਗੇ ਕਿ ਸਾਡੇ ਉਹਨਾਂ ਨਾਲ ਕੀ ਸੰਬੰਧ ਹੈ ਬਾਹਰਲੇ ਦੇਸ਼ਾਂ ਨਾਲ। ਇਸ ਵੇਲੇ ਬਾਹਰਲੇ ਦੇਸ਼ਾਂ ਦੇ ਇਸ ਵੇਲੇ G20 ਦਾ ਜਿਹੜਾ ਮੁੱਦਾ ਸ਼ੁਰੂ ਹੋ ਗਿਆ, ਉਹਦੇ ਬਾਰੇ ਵੀ ਗੱਲ ਹੋਊਗੀ, ਕਿਉਂਕਿ ਦਿੱਲੀ 'ਚ ਹੀ ਜਿਹੜਾ ਸਰਦ ਰੁੱਤ ਦਾ ਸਮਾਗਮ ਹੋ ਰਿਹਾ, ਤਾਂ ਦਿੱਲੀ 'ਚ ਹੀ ਉਹ ਸਾਰਾ ਕੁਝ ਹੋ ਰਿਹਾ। ਸਾਰੇ ਮੰਤਰੀ, ਕੈਬਨਿਟ ਮੰਤਰੀ ਉਹਦੇ 'ਚ ਇਨਵੋਲਵ ਆ, ਜਾਣਗੇ। ਉਹਨਾਂ ਦਾ ਇਹ ਬਾਕਾਇਦਾ ਤੌਰ 'ਤੇ ਮੋਦੀ ਜੀ ਨੇ ਉਹਨਾਂ ਨੂੰ ਸਮਝਾਤਾ ਕਿ ਕੀ ਗੱਲਾਂ ਅਸੀਂ ਕਰਨੀਆਂ, ਵਾਤਾਵਰਣ ਦੀ ਗੱਲ ਕਿੱਥੇ ਕਰਨੀ ਹੈ, ਕਿਹੜੇ ਫੰਡਿੰਗ ਆ ਰਹੀ ਹੈ, ਕਿਉਂਕਿ ਆਪਾਂ ਵੀ ਡਿਵੈਲਪਿੰਗ ਕੰਟਰੀ ਹੈ ਔਰ ਪੈਸਾ ਧੇਲਾ ਸਾਨੂੰ ਕਿਸੇ ਨਾ ਕਿਸੇ ਜਿਹੜੀਆਂ ਡਿਵੈਲਪ ਕੰਟਰੀਆਂ ਨੇ, ਵਿਕਾਸਸ਼ੀਲ ਦੇਸ਼ ਨੇ, ਉਹਨਾਂ ਤੋਂ ਪੈਸਾ ਮਿਲ ਸਕਦਾ। ਇਹ ਪਾ ਲਾ ਕੇ ਕਈ ਬੇਸ਼ੁਮਾਰ ਮੁੱਦੇ ਨੇ। ਔਰ ਇਹਦੇ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਪ੍ਰਧਾਨਗੀ ਇਸ ਵੇਲੇ ਇੰਡੀਆ ਕੋਲ ਹੈਗੀ ਆ, ਔਰ ਇਹਦੇ ਵਿੱਚ ਜਿਹੜਾ ਸਿਖਰ ਸੰਮੇਲਨ ਹੋ ਰਿਹਾ, ਉਹਦੇ ਵਿੱਚ ਜਿੰਨੇ 15 ਦੇਸ਼ ਜਿਹੜੇ ਪ੍ਰਮੁੱਖ ਦੇਸ਼ ਆ ਇਹ 'ਚ ਇਕੱਠੇ ਹੋ ਰਹੇ ਆ, ਔਰ ਉਹਦੇ ਵਿੱਚ ਜੋ ਇਹਨਾਂ ਨੇ ਬਣਾਈ ਆ ਕਾਰਵਾਈ, ਉਹ ਬਾਕਾਇਦਾ ਤੌਰ 'ਤੇ ਉੱਥੇ ਡਿਸਕਸ ਕੀਤੀ ਜਾਊਗੀ। ਪਰ ਅੱਜ ਸਰਦ ਰੁੱਤ ਦਾ ਪਹਿਲਾ ਸਮਾਗਮ ਹੈ ਪਾਰਲੀਮੈਂਟ ਦਾ, ਔਰ ਇਹਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ, ਜਾਂ ਲੋਕਾਂ ਦੀ ਇਹ ਗੱਲ ਹੈਗੀ ਕਿ ਆਲੋਚਨਾਤਮਕ ਤੌਰ 'ਤੇ ਕੋਈ ਗੱਲ ਨਾ ਹੋਵੇ। ਜਿਹੜੀ ਗੱਲ ਹੈਗੀ ਹੈ ਸਮੂਥਲੀ ਤਰੀਕੇ ਨਾਲ ਹੋ ਜੇ, ਕਿਉਂਕਿ ਸਿਰਫ ਪੰਜਾਬ ਨਹੀਂ ਜੂਝ ਰਿਹਾ, ਬਾਕੀ ਸੂਬੇ ਵੀ ਮਾਈਕ ਔਕੜ ਨਾਲ ਜੂਝ ਰਹੇ ਆ, ਔਰ ਜਿਹਦੇ ਵਿੱਚ ਪੁਰਾਣਾ ਇਹਨਾਂ ਦਾ ਬਜਟ ਬਹੁਤ ਘੱਟ ਹੈ, ਔਰ ਜਿਹੜੀ ਸੈਂਟਰ ਸਰਕਾਰ ਇਹਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਥੋੜ੍ਹਾ ਬਹੁਤ ਮੁਹੱਈਆ ਕਰੇ, ਤਾਂ ਕਿ ਇਹਦੇ ਨਾਲ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ ਉਹ
ਧਿਆਨ ਗੋਚਰੀ ਕਰਨ ਆਪਣੇ ਕੰਮ ਤੇ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਉੱਥੋਂ ਤੱਕ ਪੂਰਾ ਉਹਨਾਂ ਨਾਲ ਦਿੱਤਾ ਜਾਵੇ ਜੋ ਇਹਨਾਂ ਲਿਖਿਆ ਮੈਨੀਫੈਸਟੋ ਵਿੱਚ। ਔਰ ਪੈਸੇ ਨਾਲ ਹੀ ਹੋਣਾ, ਜੇ ਪੈਸੇ ਨਾਲ ਮੰਗਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਤਾਂ ਅੱਛੀ ਗੱਲ ਆ। ਔਰ ਜਿਸ ਤਰ੍ਹਾਂ ਹੁਣ ਦਿੱਲੀ ਦੀ ਗੱਲ ਕਹੀ ਹੈ, ਮੈਨੂੰ ਚੇਤਾ ਵੀ ਆ ਗਿਆ ਕਿ ਦਿੱਲੀ 'ਚ ਇਲੈਕਸ਼ਨ ਜਿਹੜੀ ਆ ਉਹ ਹੋਈ ਆ, ਜਿਸ 'ਚ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੀਆਂ, ਉਹਦੇ ਵਿੱਚ ਫਿਰ ਜਿੱਤ ਇਹਨਾਂ ਨੇ ਆਪ ਨੇ ਕਰ ਲਈ ਹੈ। ਔਰ 107 ਵਾਰਡਾਂ 'ਤੇ ਇਹਨਾਂ ਨੇ ਆਪਣਾ ਜ਼ੋਰ ਅਜ਼ਮਾਈ ਕਰਕੇ ਸਾਰਾ ਕੁਝ ਇਹਨਾਂ ਨੇ ਆਪਣੇ ਬੁੱਕਲ 'ਚ ਲੈ ਲਿਆ। ਇਸ ਵੇਲੇ ਮੇਰਾ ਖਿਆਲ ਹੈ ਤੁਸੀਂ ਵੀ ਇਹਦੇ ਬਾਰੇ ਦੱਸੋਗੇ ਕਿ ਇਹ ਹੁਣ ਇਸ ਵੇਲੇ ਉਹਨਾਂ ਨੂੰ ਉੱਤੇ ਜਿਹੜੀ ਜਿੱਤ ਪ੍ਰਾਪਤ ਕਿਉਂ ਹੋਈ, ਔਰ ਢੋਲ ਢਮਾਕਾ ਵੱਜ ਰਿਹਾ ਇਸ ਵੇਲੇ, ਔਰ ਲੱਡੂ ਵੰਡੇ ਜਾ ਰਹੇ ਆ, ਨਾਚ ਗਾਣਾ ਹੋ ਰਿਹਾ, ਔਰ ਲੋਕ ਖੁਸ਼ੀਆਂ ਵੰਡ ਰਹੇ ਆ। ਇਸ ਵੇਲੇ ਜਸ਼ਨ ਜਿੱਤ ਦਾ ਮਨਾ ਰਹੇ ਆਪ। ਔਰ ਮੇਰਾ ਖਿਆਲ ਆ ਪੇਸ਼ੀਨਗੋਈ ਤਾਂ ਆਪਾਂ ਪਹਿਲਾਂ ਵੀ ਕੀਤੀ ਸੀ ਵੀ ਹੋ ਸਕਦਾ, ਕਿਉਂਕਿ ਕੇਜਰੀਵਾਲ ਸਾਹਿਬ ਨੇ ਉੱਥੇ ਇੰਨੇ ਕੁ ਕੰਮ ਕੀਤੇ ਆ, ਲੋਕਾਂ ਨੂੰ ਖੁਸ਼ੀ ਦਿੱਤੀ ਆ, ਥੋੜ੍ਹੀਆਂ ਬਹੁਤ ਚੋਰੀਆਂ ਭਰੀਆਂ ਵੀ ਹੋਈਆਂ, ਕ੍ਰਿਟਿਸਾਈਜ਼ ਹੋਇਆ ਵੀ ਇਹਨਾਂ ਦਾ, ਆਲੋਚਨਾ ਵੀ ਹੋਈ ਆ, ਪਰ ਉਹਦੇ ਬਾਵਜੂਦ ਲੋਕ ਖੁਸ਼ ਆ। ਇੱਥੋਂ ਖੁਸ਼ੀ ਦਾ ਪਤਾ ਲੱਗਦਾ ਕਿ ਇਹਨਾਂ ਨੂੰ ਮੈਕਸੀਮਮ ਵੋਟ ਦੀ ਪ੍ਰਾਪਤੀ ਹੋ ਗਈ ਜੋ ਜਿੱਦਾਂ ਪੰਜਾਬ 'ਚ ਹੋਈ ਸੀ। ਐਗਜ਼ੈਕਟਲੀ, ਕਿਉਂਕਿ ਲੋਕਾਂ ਨੂੰ ਕੰਮ ਚਾਹੀਦਾ, ਜਿਹੜਾ ਕੰਮ ਕਰਕੇ ਦੇਏਗਾ, ਲੋਕਾਂ ਦੇ ਮਸਲੇ ਹੱਲ ਕਰੇਗਾ, ਲੋਕਾਂ ਨੂੰ ਸਹੂਲਤ ਦੇਏਗਾ। ਲੋਕਾਂ ਨੂੰ ਉਹ ਚਾਹੀਦੀ, ਸੌਖੀ ਜ਼ਿੰਦਗੀ ਚਾਹੀਦੀ ਹੈ, ਜ਼ਿੰਦਗੀ ਦੀਆਂ ਲੋਕਾਂ ਨੂੰ ਆਂਦੇ ਵੀ ਕੰਮ ਚਾਹੀਦਾ, ਚੰਮ ਨਹੀਂ ਚਾਹੀਦਾ। ਚੰਮ ਤੋਂ ਮਤਲਬ ਹੁੰਦਾ ਵੀ ਬੰਦੇ ਆ ਕੇ ਖੜੇ ਹੋ ਗਏ ਤੇ ਉਹ ਗੱਲਾਂ ਕਰਨਗੇ, ਭਾਸ਼ਣ ਦੇਣਗੇ। ਲੋਕਾਂ ਨੂੰ ਚਾਹੀਦਾ ਕੰਮ, ਜਿਹੜੇ ਪੁਆਇੰਟ ਡਿਸਕਸ ਕੀਤੇ ਆ ਜਾਂ ਜੋ ਉਹਨਾਂ ਨੇ ਕਿਹਾ ਉਹਨਾਂ ਦੀ ਰਹਿਨਮਾਈ ਕਰ ਰਹੇ ਆ, ਉਹਨਾਂ ਨੂੰ ਪੂਰਾ ਕਰ ਰਹੇ ਆ ਕਿ ਗੱਲਾਂ ਹੀ ਸਿਰੀਆਂ ਕਰ ਰਹੇ ਆ। ਇਹ ਤੁਹਾਡੀ ਗੱਲ ਸਹੀ ਹੈ ਕਿ ਲੋਕ ਸਹੂਲਤਾਂ ਮੰਗਦੇ ਨੇ, ਲੋਕਾਂ ਨੂੰ ਨਸੀਹਤ ਦੇਈ ਜਾਣਗੇ। ਉਹ ਯਾਰ ਨਸੀਹਤ ਨਾ ਦਿਓ, ਲੋਕੀ ਸਾਡੇ ਕੋਲੋਂ ਜ਼ਿਆਦਾ ਸਿਆਣੇ ਨੇ। ਕੰਮ ਕਰਕੇ ਦਿਖਾਓ, ਪੜ੍ਹੇ ਲਿਖੇ ਲੋਕ ਕੰਮ ਕਰਕੇ ਦਿਖਾਓ। ਲੋਕਾਂ ਨੂੰ ਕੰਮ ਚਾਹੀਦੇ ਨੇ, ਬਸ ਗੱਲਾਂ ਨਾਲ ਥੋੜਾ ਸਭ ਕੁਝ ਚੱਲੂਗਾ, ਕੰਮ ਨਾਲ ਚੱਲੂਗਾ। ਜਿਹੜਾ ਕੰਮ ਕਰਕੇ ਦਿਖਾਊਗਾ, ਲੋਕਾਂ ਦੇ ਮਸਲੇ ਹੱਲ ਕਰੂਗਾ, ਲੋਕਾਂ ਦੀਆਂ ਜਿਹੜੀਆਂ ਬੇਸਿਕ ਬੁਨਿਆਦੀ ਜ਼ਰੂਰਤਾਂ ਨੇ ਉਹਨਾਂ ਨੂੰ ਪੂਰੀਆਂ ਕਰੂਗਾ, ਸਹੂਲਤਾਂ ਦਊਗਾ, ਲੋਕਾਂ ਦੇ ਜੀਵਨ ਨੂੰ ਸੌਖਾ ਕਰੂਗਾ, ਜੋ ਲੋਕ ਚਾਹੁੰਦੇ ਨੇ। ਸਭ ਕੁਝ ਤਾਂ ਨਹੀਂ ਹੋ ਸਕਦਾ, ਕਿਉਂਕਿ ਕਈ ਵਾਰ ਲੋਕ ਬੜੀਆਂ ਜੋ ਪ੍ਰੈਕਟੀਕਲ ਗੱਲਾਂ ਨਹੀਂ ਉਹ ਵੀ ਡਿਮਾਂਡ ਕਰਨ ਲੱਗ ਪੈਂਦੇ ਨੇ, ਉਹ ਤਾਂ ਨਹੀਂ ਹੋ ਸਕਦੀਆਂ। ਪਰ ਜੋ ਹੋ ਸਕਦਾ ਹੈ, ਜੋ ਪੋਸੀਬਲ ਆ, ਜੋ ਸੰਭਵ ਹੈ, ਉਹ ਹੋਊਗਾ। ਅਸੰਭਵ ਨਹੀਂ ਹੋ ਸਕਦਾ, ਕਿਉਂਕਿ ਹੁਣ ਇਹਨਾਂ ਨੇ ਇਹ ਵੀ ਗੱਲਾਂ ਕਰਨਗੇ, ਕਿਉਂਕਿ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੋ ਗਿਆ ਵਿੰਟਰ ਸੀਜ਼ਨ ਦਾ, ਇਹਦੇ ਵਿੱਚ ਹਿਮਾਚਲ ਦੀ ਚੋਣ ਦਾ ਰਿਜ਼ਲਟ ਤੇ ਗੁਜਰਾਤ ਦੀ ਚੋਣ ਦੇ ਰਿਜ਼ਲਟ ਬਾਰੇ ਉਹਦਾ ਜੋ ਐਗਜ਼ੈਕਟ ਪੋਲ ਕਹਿ ਰਿਹਾ, ਉੱਤੇ ਵੀ ਇਹਨਾਂ ਨੇ ਚਰਚਾ ਕਰਨੀ ਹੈ। ਕਿਉਂਕਿ ਇਸ ਵੇਲੇ ਸਿਰਫ ਸਰਗਰਮੀ ਉਸੇ 'ਤੇ ਹੀ ਹੈ ਕਿ ਦੋ ਸਟੇਟਾਂ ਦੀ ਜਿਹੜੀ ਇਲੈਕਸ਼ਨ ਹੋ ਚੁੱਕੀ ਆ। ਹੁਣ ਇਹਨਾਂ ਨੇ ਇਹ ਕਰਨਾ ਕਿ ਦਿੱਲੀ 'ਚ ਤਾਂ ਅਸੀਂ BJP ਡਾਊਨ ਚਲੇਗੀ, BJP ਤੋਂ ਉੱਪਰ ਆਪ ਚਲੇਗੀ। ਕਾਂਗਰਸ ਨੂੰ ਵੀ 5 ਹੀ ਵਾਰਡ ਮਿਲੇ, 5 ਸੀਟਾਂ ਮਿਲੀਆਂ, ਵੱਧ ਨਹੀਂ। ਔਰ ਰਹੀ ਟੌਪ 'ਤੇ ਆਪ ਆ। ਹੁਣ ਦੂਜਾ ਮੁੱਦਾ ਜਾਂ ਮਸਲਾ ਇਹਨਾਂ ਨੇ ਇਹੀ ਕਰਨਾ ਅੱਗੇ ਖੜਾ ਕਿ ਇਸ ਵੇਲੇ ਹਿਮਾਚਲ ਔਰ ਗੁਜਰਾਤ ਕੀ ਜਿਹੜੀ ਪੇਸ਼ੀਨਗੋਈ ਹੋਊ, ਕਿਹੜੀ ਪਾਰਟੀ ਅੱਗੇ ਜਾਊਗੀ, ਕਿੰਨੀਆਂ ਸੀਟਾਂ ਲੈਣਗੇ, ਇਹਦੇ 'ਤੇ ਵੀ ਚਰਚਾ ਹੋਊ ਬਹਿ ਕੇ ਦਿੱਲੀ 'ਚ ਪਾਰਲੀਮੈਂਟ 'ਚ। ਜੀ ਚਲੋ, ਚਰਚਾ ਵਧੀਆ ਹੋਵੇ, ਫਰੂਟਫੁਲ ਹੋਵੇ ਤਾਂ ਹੀ ਹੈ, ਨਹੀਂ ਤਾਂ ਚਰਚਾਵਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ। ਇਹ ਮੀਟਿੰਗ ਬੜੀ ਜ਼ਬਰਦਸਤ ਰਹੀ ਜੀ। ਕੀ ਫੈਸਲਾ ਹੋਇਆ? ਅਗਲੀ ਮੀਟਿੰਗ ਦੀ ਡੇਟ ਫਿਕਸ ਹੋ ਗਈ, ਉਹਦਾ ਕੀ ਕਰਾਂਗੇ। ਸੋ ਅੱਗੇ ਚੱਲਦੇ ਹਾਂ ਜੀ। ਅੱਗੇ ਇਹ ਹੈ ਕਿ ਜਿਹੜਾ ਲਖੀਮਪੁਰ ਖੀਰੀ ਵਿੱਚ ਹਿੰਸਾ, ਉਹਦੇ ਵਿੱਚ ਜੋ ਨਾਮਜ਼ਦ ਹੋਏ ਸੀ ਆਸ਼ੀਸ਼ ਮਿਸ਼ਰਾ ਤੇ 13 ਹੋਰ, ਉਹਨਾਂ ਦੇ ਖਿਲਾਫ ਕੇਸ ਤਾਂ ਹੁਣ ਹੋਏਗਾ, ਕਿਉਂਕਿ ਦੋਸ਼ ਤੈਅ ਕਰ ਦਿੱਤੇ ਗਏ। ਦੋਸ਼ ਤੈਅ ਹੋ ਗਿਆ, ਕਿਉਂਕਿ ਦੇਖੋ ਅਕਤੂਬਰ ਤੋਂ ਸ਼ੁਰੂ ਹੋਇਆ ਔਰ ਸਾਲ ਦੇ ਕਰੀਬ ਚਲੇ ਗਿਆ। ਔਰ ਮਾਮਲਾ ਬੜਾ ਸੰਗੀਨ ਸੀਗਾ। ਸੰਗੀਨ ਇਸ ਕਰਕੇ ਸੀਗਾ ਕਿ ਇਹ ਸਾਜ਼ਿਸ਼ ਨਾਲ ਹੋਇਆ, ਕੋਈ ਅਚਾਨਕ ਹਾਦਸਾ ਨਹੀਂ ਹੋਇਆ। ਜਦੋਂ ਕਿਸਾਨ ਬੈਠੇ ਸੜਕ 'ਤੇ ਉਹਨਾਂ 'ਤੇ ਜ਼ੋਰ ਨਾਲ ਦਰੜ ਕਰਕੇ ਗੱਡੀ ਚੜਾਤੀ ਹੈ। ਇਹ ਵੀ ਕਿਸ ਮਤਲਬ ਸੋਚ ਦੇ ਇਹ ਲੋਕ ਨੇ ਜਿਹੜੇ ਬੈਠੇ ਬੰਦਿਆਂ ਨੂੰ, ਔਰ ਜਿਨ੍ਹਾਂ ਦਾ ਕੋਈ ਇਹਨਾਂ ਨਾਲ ਕੋਈ ਵੈਰ ਨਹੀਂ, ਵਿਰੋਧ ਨਹੀਂ, ਕਿਸੇ ਨੇ ਗਾਲ ਨਹੀਂ ਕੱਢੀ, ਕੁਛ ਨਹੀਂ ਕੱਢੀ, ਉਹ ਆਪਣੀ ਡਿਮਾਂਡ ਲਈ ਸੜਕ 'ਤੇ ਬੈਠੇ ਆ ਅਤੇ ਉਹਨਾਂ ਨੂੰ ਉੱਤੇ ਗੱਡੀ ਦੇ ਟਾਇਰ ਚੜ੍ਹਾ ਕੇ ਉਹਨਾਂ ਨੂੰ ਉੱਥੇ ਸਵਾ ਦਿੱਤਾ ਗਿਆ। ਇਹ ਕਿੱਧਰ ਦਾ ਦੇਸ਼ ਹੈ ਅਤੇ ਕਿੱਧਰ ਦੇ ਲੋਕ ਹੈ। ਅਤੇ ਇਹਨਾਂ ਦੇ ਮੁੰਡੇ ਦੇ ਆਸ਼ੀਸ਼ ਜਿਹੜਾ, ਇਹਦੇ ਫਾਦਰ ਸਟੇਟ ਹੋਮ ਮਿਨਿਸਟਰ ਸੀਗੇ ਮਿਸ਼ਰਾ ਜੀ, ਔਰ ਉਹਨਾਂ ਨੇ ਦੇਖੋ ਉਦੋਂ ਬਾਅਦ ਉਹ ਕੇਸ ਲੜਿਆ ਵੀ ਆ। ਉਦੋਂ ਬਾਅਦ ਉਹਨਾਂ ਨੇ ਆਪਣੀਆਂ ਇਹਦੇ ਪਿੱਛੇ ਦਿੱਤਾ ਵੀ ਹੈ ਸਾਰੀਆਂ ਕਿ ਅਸੀਂ ਜਿਹੜੀਆਂ ਨੂੰ ਸਜ਼ਾ ਦਿੱਤੇ ਆ, ਪਰ ਕੋਰਟ ਕਿੱਥੇ ਮੰਨਦੀ ਹੈ। ਕੋਰਟ ਨੇ ਕਿਹਾ ਕਿ ਇਹਨਾਂ ਨੇ ਜਾਣ ਕੇ ਮਾਰਿਆ ਗਿਆ, ਔਰ ਮੁੰਡੇ ਨੇ ਇੰਨੀ ਸਪੀਡ 'ਚ ਗੱਡੀ ਚੜ੍ਹਾ ਕੇ ਕਿਸਾਨਾਂ ਨੂੰ, ਪਹਿਲਾਂ ਤਾਂ ਕਿਸਾਨ ਵਿਚਾਰੇ ਭੁੱਖ ਨਾ ਮਾਰੇ ਸੀ, ਸਰਦੀ ਨਾ ਮਾਰੇ ਸੀ, ਕੋਈ ਹਾਰਟ ਅਟੈਕ ਨਾ ਮਾਰਿਆ ਸੀ, ਕੋਈ ਬਿਮਾਰੀ ਨਾ ਮਾਰੇ ਸੀ। ਕਿੰਨੇ ਕਿਸਾਨ ਵਿਚਾਰੇ ਉੱਥੇ ਆਪਣੀ ਮੰਗਾਂ ਪ੍ਰਵਾਨ ਕਰਾਉਣ ਲਈ ਮਾਰੇ ਗਏ। ਔਰ ਦੁਬਾਰਾ ਇਹਨਾਂ ਨੇ ਦੇਖੋ, ਇਹ ਵੀ ਇੱਕ ਸਾਜ਼ਿਸ਼ ਹੈ ਕਿ ਜਿਨ੍ਹਾਂ ਦੀ ਸਰਕਾਰ ਹੈ, ਜਿਹੜੇ ਸੈਂਟਰ 'ਚ ਬੈਠੇ ਨੇ, ਜਿਹੜੇ ਸਟੇਟ ਹੋਮ ਮਿਨਿਸਟਰ ਨੇ, ਉਹਨਾਂ ਦੇ ਮੁੰਡੇ ਨੇ ਇਹ ਕੰਮ ਕਰਕੇ ਤੇ ਖੀਰੀ ਜਾ ਕੇ ਲਖੀਮਪੁਰ 'ਚ ਜਾ ਕੇ ਉੱਥੇ ਇਹ ਕਿਸਾਨਾਂ ਨੂੰ ਸਦਾ ਲਈ ਮੌਤ ਦੇ ਮੂੰਹ 'ਚ ਪਾ ਦਿੱਤਾ। ਇਹ ਹੁਣ ਇਸ ਵੇਲੇ ਕੋਰਟ ਨੇ ਇਹਦਾ ਐਕਸ਼ਨ ਲਿਆ ਵਾ, ਉਹਦਾ ਦੋਸ਼ ਪੱਤਰ ਜਿਹੜਾ ਤੈਅ ਕਰ ਦਿੱਤਾ। ਔਰ ਇਹਦੇ ਵਿੱਚ ਇਕੱਲਾ ਆਸ਼ੀਸ਼ ਮਿਸ਼ਰਾ ਨਹੀਂ, ਉਹਦੇ ਨਾਲ ਹੋਰ 13 ਬੰਦੇ ਆ ਜਿਹੜੇ ਇਹਦੇ ਨਾਲ ਇਨਵੋਲਵ ਆ, ਉਹਨਾਂ ਨੂੰ ਵੀ ਇਸ ਦੋਸ਼ ਦੇ ਅੰਦਰ ਲਿਆ ਕੇ
ਸੈਕਸ਼ਨ 'ਚ ਲੈਣ ਦਾ ਵਾ, ਧਾਰਾ ਲੱਗ ਗਈਆਂ ਇਹਦੇ 'ਤੇ, ਚਾਰਜ ਸ਼ੀਟ ਜਾਰੀ ਹੋ ਗਈ ਆ। ਔਰ ਇਹਦੇ ਵਿੱਚ ਦੇਖੋ ਹੁਣ ਅੱਗੇ ਜੁਡੀਸ਼ਰੀ ਜਿਹੜੀ ਆ ਜਾਂ ਬਾਕੀ ਕੋਰਟ ਕੀ ਕਰਦੇ ਆ, ਔਰ ਜੇ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਫਿਰ ਐਜੀਟੇਸ਼ਨ ਹੁੰਦੀ ਆ, ਇਸੇ ਤਰ੍ਹਾਂ ਹੀ ਆ। ਪਰ ਇਸ ਵੇਲੇ ਜਿਹੜਾ ਬੜਾ ਟਾਈਮਲੀ ਇਹਨਾਂ ਨੇ ਫੈਸਲਾ ਲਿਆ ਵਾ, ਔਰ ਇਸ ਟਾਈਮ ਨਾਲ ਸੂਟੇਬਲ ਟਾਈਮ 'ਚ ਲੈ ਲਿਆ ਇਹਨਾਂ ਨੇ, ਤਾਂ ਕਿ ਸਾਰੇ ਜਿਹੜੇ ਦੋਸ਼ ਆ ਉਹਨਾਂ ਨੂੰ ਜੋ ਇਹਨਾਂ 'ਤੇ ਲੱਗੇ ਆ ਉਹਨਾਂ ਦੀ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ, ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਵੀ ਨੌਜਵਾਨ, ਕੋਈ ਵੀ ਇਸ ਤਰ੍ਹਾਂ ਦਾ ਅਨਸਰ ਇਸ ਤਰ੍ਹਾਂ ਦੀ ਕਾਰਵਾਈ ਨਾ ਕਰੇ ਜਿਹਦੇ ਵਿੱਚ ਸਾਰੇ ਪਰਿਵਾਰ ਉੱਜੜ ਜਾਣ। ਹੁਣ ਇਸ ਵੇਲੇ ਖੰਨਾ ਜੀ ਉਸ ਪਰਿਵਾਰ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ ਸਾਰਾ ਪਰਿਵਾਰ ਉੱਜੜ ਗਿਆ, ਜਿਨ੍ਹਾਂ ਦੇ ਕਮਾਈ ਕਰਦਾ ਜਾਂ ਚੌਧਰ ਕਰਦਾ ਜਾਂ ਘਰ ਵਿੱਚ ਘਰ ਨੂੰ ਸੰਭਾਲਣ ਵਾਲਾ ਬੰਦਾ ਮਾਰਿਆ ਗਿਆ, ਸੜਕ 'ਤੇ ਬੈਠਾ। ਜਿਹੜੇ ਤਾਂ ਫੌਜੀ ਸਾਡੇ ਲੜਦੇ ਨੇ ਜਾਂ ਉਹ ਤਾਂ ਮੰਨਦੇ ਉਹਨਾਂ ਦੇ ਅੰਦਰ ਕੋਈ ਲੜਨ ਦੀ ਤਾਂਘ ਹੈ, ਮਰਨ ਦੀ ਤਾਂਘ ਹੈ, ਇਹ ਤਾਂ ਵਿਚਾਰੇ ਅਚਨਚੇਤ ਮਾਰੇ ਗਏ। ਔਰ ਇਹਨਾਂ ਦਾ ਕੀ ਹੈਗਾ, ਵਿਚਾਰੇ ਇੰਨੀ ਕੁ ਕਹਿੰਦੇ ਫਿਰ ਲਿਖਾ ਕੇ ਲਿਆਏ ਸੀ ਕਿ ਉਹਨਾਂ ਨੂੰ ਬਗੈਰ ਬਹਾਨੇ ਦੇ, ਬਗੈਰ ਕਿਸੇ ਗੱਲ ਦੇ ਦਰੜ ਕੇ ਗੱਡੀ ਨਿਕਲ ਗਈ। ਔਰ ਬੜੀ ਮਾੜੀ ਗੱਲ ਹੈ। ਔਰ ਉਹ ਭਾਈ ਸਾਹਿਬ ਨੂੰ ਪੁੱਛੋ ਕਿ ਤੁਹਾਡੇ 'ਚ ਤਾਕਤ ਕਿੱਥੋਂ ਆ ਗਈ ਗੱਡੀ ਚਲਾ ਕੇ ਇਦਾਂ? ਉਹ ਤਾਕਤ ਉਸੇ ਅੰਨ ਨਾਲ ਆਈ ਜਿਹੜਾ ਅੰਨ ਕਿਸਾਨ ਪੈਦਾ ਕਰਦੇ ਨੇ, ਉਸੇ ਅੰਨ ਨੂੰ ਖਾ ਕੇ। ਖੇਤਾਂ ਦੇ ਬਾਦਸ਼ਾਹ ਵਾ ਜਿਹੜੇ ਕੰਮ ਕਰਦੇ, ਮਿਹਨਤ ਕਰਦੇ। ਇਹ ਕੰਮ ਕੀਤਾ ਹੈ ਔਰ ਇੱਕ ਪੱਤਰਕਾਰ ਵੀ ਉਹਦੇ 'ਚ ਇਨਵੋਲਵ ਨੇ, ਪੱਤਰਕਾਰ ਵੀ ਮਾਰੇ ਗਏ। ਸਹੀ ਗੱਲ ਬਹੁਤ। ਇਹ ਕਿਹੜੇ ਪਾਸੇ ਦੀ ਸੋਚ ਹੈ? ਨਹੀਂ ਕੋਈ ਚਲਾਕੀ ਨਹੀਂ, ਮਤਲਬ ਇਸ ਤਰ੍ਹਾਂ ਦੀ ਸੋਚ ਕਿ ਦੂਸਰੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੁਸੀਂ। ਪਾਵਰ ਦਾ, ਸੱਤਾ ਦਾ ਨਸ਼ਾ ਇੱਥੋਂ ਤੱਕ ਕਿ ਮੇਰੇ ਪਿਤਾ ਜੀ ਮਿਨਿਸਟਰ ਨੇ ਤੇ ਮੈਂ ਕੁਝ ਵੀ ਕਰ ਸਕਦਾ। ਸਹੀ ਗੱਲ, ਮੈਂ ਹਰ ਕੁਝ ਕਰ ਸਕਦਾ, ਮੈਨੂੰ ਕੋਈ ਕੁਝ ਕਹਿਣ ਵਾਲਾ ਨਹੀਂ, ਮੈਨੂੰ ਕੋਈ ਰੋਕਣ ਵਾਲਾ ਨਹੀਂ। ਮਤਲਬ ਤੁਸੀਂ ਦੇਖੋ ਸਹੀ, ਹਜੇ ਤਾਂ ਇਹ ਇੱਕ ਗੱਲ ਸਾਹਮਣੇ ਆਈ ਹੈ, ਪਹਿਲਾਂ ਵੀ ਪਤਾ ਨਹੀਂ ਕੀ ਕੁਝ ਹੁੰਦਾ ਹੋਏਗਾ ਜਿਹੜਾ ਸਾਹਮਣੇ ਨਹੀਂ ਆਇਆ। ਜੰਗਲੀ ਰਾਜ ਇਹਨੂੰ ਕਹਿੰਦੇ ਆ, ਇਹੀ ਆ। ਇਹ ਤਾਂ ਕਿਸਾਨਾਂ ਨੂੰ ਤੁਸੀਂ ਮਾਰ ਦਿੱਤਾ ਗੱਡੀ ਚੜਾ ਕੇ, ਤੇ ਉਦੋਂ ਅੰਦੋਲਨ ਸੀ, ਇਹ ਗੱਲ ਸਾਹਮਣੇ ਆ ਗਈ। ਇਸ ਤੋਂ ਇਲਾਵਾ ਤੁਸੀਂ ਪਤਾ ਨਹੀਂ ਕੀ ਕਰਦੇ ਪਏ ਹੋ। ਸਹੀ ਗੱਲ, ਜਿਹੜੀ ਇਹ ਸੋਚ ਆ, ਇਹ ਸੋਚ ਹੋਰ ਥਾਂ ਤੇ ਵੀ ਤਾਂ ਇਹੀ ਸੋਚ ਆ, ਮੈਂ ਮਿਨਿਸਟਰ ਦਾ ਮੁੰਡਾ, ਮੈਂ ਕੁਝ ਵੀ ਕਰ ਸਕਦਾ, ਤੁਸੀਂ ਕਿਤੇ ਵੀ ਕੁਝ ਕਰਦੇ ਹੋਵੋਗੇ। ਉਹ ਗੱਲਾਂ ਹਜੇ ਸਾਹਮਣੇ ਨਹੀਂ ਆਈਆਂ, ਇਹ ਸਾਹਮਣੇ ਆ ਗਈ। ਜੇ ਉਹ ਵੀ ਲੱਭਣ ਲੱਗੋ ਤਾਂ ਪਤਾ ਨਹੀਂ ਕੀ ਕੁਝ ਸਾਹਮਣੇ ਆਉਣਾ, ਪਤਾ ਨਹੀਂ ਕੀ ਕੁਝ ਤੁਸੀਂ ਕਰਦੇ ਪਏ ਹੋਵੋਗੇ। ਸੋ ਇਹ ਸਭ ਗੱਲਾਂ ਜਿਹੜੀਆਂ ਨੇ ਇਹ ਤਾਂ ਤਹਿਕੀਕਾਤ ਦਾ ਵਿਸ਼ਾ ਹੈ। ਇਹ ਸੋਚ ਮਾੜੀ ਹੈ, ਇਹ ਸੋਚ ਦੇਸ਼ ਵਾਸਤੇ ਵੀ ਮਾੜੀ ਹੈ ਔਰ ਕਿਤੇ ਨਾ ਕਿਤੇ ਉਹਨਾਂ ਲੋਕਾਂ ਵਾਸਤੇ ਵੀ ਮਾੜੀ ਹੈ ਜਿਹੜੇ ਇਦਾਂ ਦੇ ਕੰਮ ਕਰਦੇ ਨੇ, ਕਿਉਂਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ। ਕਿੱਥੋਂ ਤੱਕ ਤੁਹਾਨੂੰ ਸੱਤਾ 'ਚ ਬੈਠੇ ਹੋਏ ਤੁਹਾਡੇ ਪਾਵਰਫੁਲ ਲੋਕ ਬਚਾ ਲੈਣਗੇ? ਕਾਨੂੰਨ ਫਿਰ ਵੀ ਕਾਨੂੰਨ ਹੈ। ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੇ ਜੋ ਕਾਨੂੰਨ ਲਿਖਿਆ ਸਭ ਦੇ ਵਾਸਤੇ ਸਮਾਨ ਲਿਖਿਆ, ਸਭ ਦੇ ਵਾਸਤੇ ਬਰਾਬਰ ਹੈ, ਤੇ ਕਾਨੂੰਨ ਦੇ ਸਾਹਮਣੇ ਤੇ ਸਭ ਬਰਾਬਰ ਨੇ। ਤੁਸੀਂ ਕਹੋਗੇ ਕਿ ਅਸੀਂ ਬੜੀ ਪਹੁੰਚ ਵਾਲੇ ਆ, ਅਸੀਂ ਹਰ ਥਾਂ ਦੇ ਉੱਤੇ ਸਭ ਕੁਝ ਟਵਿਸਟ ਕਰ ਲਾਂਗੇ, ਆਪਣੇ ਹੱਕ 'ਚ ਮੋੜ ਲਾਂਗੇ। ਕੁਦਰਤ ਵੀ ਤਾਂ ਕੋਈ ਚੀਜ਼ ਹੈ, ਇਹ ਤਾਂ ਹੈ, ਕੁਦਰਤ ਵੀ ਤਾਂ ਕੋਈ ਚੀਜ਼ ਹੈ, ਕਿੱਥੋਂ ਤੱਕ ਮੋੜੋਗੇ? ਇਨਸਾਫ ਤਾਂ ਕੁਦਰਤ ਵੀ ਕਰਦੀ ਹੈ। ਸੋ ਇਹ ਸਭ ਗੱਲਾਂ ਨਾ, ਸੱਤਾ ਦਾ ਨਸ਼ਾ, ਇਹ ਬੜਾ ਮਾੜਾ ਨਸ਼ਾ ਹੈ, ਇਹ ਨਸ਼ਾ ਨਹੀਂ ਹੋਣਾ ਚਾਹੀਦਾ, ਇਹ ਸਭ ਤੋਂ ਭੈੜਾ ਨਸ਼ਾ ਹੈ। ਸਹੀ ਗੱਲ। ਸੋ ਅੱਗੇ ਵਧਦੇ ਹਾਂ ਆਪਾਂ। ਅੱਗੇ ਹੈ ਜੀ ਕਿ ਮੂਸੇਵਾਲਾ ਕਤਲकांड ਜਿਹੜਾ ਕੇਸ ਹੈ ਉਹਦੇ ਵਿੱਚ ਬੱਬੂ ਮਾਨ ਤੇ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਹੋਰ ਗਾਇਕਾਂ ਨੂੰ ਵੀ ਪੁੱਛ ਪੜਤਾਲ ਲਈ ਸੰਮਨ ਜਾਰੀ ਕੀਤੇ ਗਏ ਨੇ। ਹਾਂ, ਇਹ ਮਾਮਲਾ ਬੜੀ ਦੇਰ ਤੋਂ ਪੱਕ ਰਿਹਾ ਸੀ ਔਰ ਇਸ ਮਾਮਲੇ ਦੇ ਪਿੱਛੇ ਜੋ ਕਿਆਸ ਰਾਹੀਆਂ ਜਾਂ ਉਮੀਦਾਂ, ਉਹਦੇ ਤੱਕ ਨਾ ਤਾਂ ਐਡਮਿਨਿਸਟ੍ਰੇਸ਼ਨ ਪੂਰੀ ਤਰ੍ਹਾਂ ਪਹੁੰਚੀ ਹੈ, ਨਾ ਭਗਵੰਤ ਮਾਨ ਸਰਕਾਰ ਔਰ ਨਾ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਪੁਲਿਸ, ਉਹਨਾਂ ਨੇ ਕੋਈ ਗੱਲ ਕੀਤੀ। ਔਰ ਉਹਦੇ ਫਾਦਰ ਨੇ, ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਜਾਂ ਤਾਂ ਮੈਂ 25 ਤੱਕ ਪੰਜਾਬ ਛੱਡ ਜੂੰਗਾ, ਜਾਂ ਮੈਂ ਇੱਥੇ ਪਿਆ ਸਾਰਾ ਸਮਾਨ ਇਹਨਾਂ ਦੇ ਸਪੁਰਦ ਕਰ ਜੂੰਗਾ ਔਰ ਮੈਂ ਛੱਡ ਕੇ ਔਰ ਬਾਹਰਲੇ ਕਿਸੇ ਦੇਸ਼ ਜਾਂ ਕਿਸੇ ਬਾਹਰਲੇ ਸਟੇਟ 'ਚ ਚਲਾ ਜੂੰਗਾ। ਉਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ। ਫਿਰ ਇਹ ਸਰਕਾਰ ਥੋੜ੍ਹੀ ਜਿਹੀ ਅਲਰਟ ਹੋਈ, ਇਹਨਾਂ ਨੇ ਕੀਤਾ ਕਿ ਅਸੀਂ ਗੋਲਡੀ ਬਰਾੜ ਉੱਥੋਂ ਫੜ ਲਿਆ ਜੀ ਅਮਰੀਕਾ ਤੋਂ। ਉਹ ਵੀ ਗੱਲ ਇਸ ਵੇਲੇ ਪੂਰੀ ਮੀਡੀਆ 'ਤੇ ਨਾਮੁਮਕਿਨ ਆ ਔਰ ਨਾ ਕਿਸੇ ਮੰਨੀ ਆ। ਔਰ ਉਹਨੇ YouTube 'ਤੇ ਕਹਿਤਾ ਕਿ ਮੈਂ ਕਿਸੇ ਏਜੰਸੀ ਦੇ ਤੋਂ ਗ੍ਰਿਫਤਾਰੀ ਨਹੀਂ ਲਈ, ਇਹਦਾ ਨਾਂ ਹੈਗਾ ਮੈਂ ਬਾਹਰ ਹਾਂ ਅਮਰੀਕਾ ਤੋਂ। ਔਰ ਉਹ ਸਟੱਡੀ ਲਈ ਗਿਆ ਸੀਗਾ ਗੋਲਡੀ ਬਰਾੜ ਕੈਨੇਡਾ, ਔਰ ਉਹ ਕੈਨੇਡਾ ਤੋਂ ਆਉਂਦਾ ਮੈਂ ਅਮਰੀਕਾ ਤਾਂ ਗਿਆ ਹੀ ਨਹੀਂ ਗਾ। ਔਰ ਇੱਥੋਂ ਦੇਖੋ ਇਹਨਾਂ ਨੇ ਕਹਿਤਾ, ਐਲਾਨ ਕਰਤਾ ਸੀਗਾ ਭਗਵੰਤ ਮਾਨ ਨੇ ਕਿ ਅਸੀਂ ਉਹਨੂੰ ਕੈਪਚਰ ਕਰ ਲਿਆ ਔਰ ਉਹਨੂੰ ਜਲਦੀ ਅਸੀਂ ਅਮਰੀਕਨ ਸਰਕਾਰ ਨਾਲ ਗੱਲ ਕਰਕੇ ਪੰਜਾਬ ਲਿਆਵਾਂਗੇ। ਔਰ ਉਹਦੇ 'ਚ ਬਿਕਰਮਜੀਤ ਸਿੰਘ ਮਜੀਠੀਆ ਨੇ ਇਹਦਾ ਆਲੋਚਨਾ ਕੀਤੀ ਆ ਔਰ ਸੁਖਬੀਰ ਬਾਦਲ ਨੇ ਵੀ ਆਲੋਚਨਾ ਕੀਤੀ ਹੈ ਕਿ ਬਿਲਕੁਲ ਫੇਕ ਨਿਊਜ਼ ਹੈ। ਰਹੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਆ, ਇਹਦੇ 'ਚ ਹੁਣ ਬੱਬੂ ਮਾਨ ਬੜੇ ਪ੍ਰਸਿੱਧ ਸਿੰਗਰ ਨੇ ਔਰ ਉਹਨਾਂ ਨੇ ਬੜੇ ਅੱਛੇ ਗਾਏ ਗੀਤ ਔਰ ਬੜੇ ਲੋਕ ਉਹਨਾਂ ਨੂੰ ਪਸੰਦ ਕਰਦੇ, ਖਾਸ ਕਰਕੇ ਨੌਜਵਾਨ। ਔਰ ਦਿਲਪ੍ਰੀਤ ਢਿੱਲੋਂ ਤੇ ਔਰ ਉਹਦੇ ਨਾਲ ਦੂਸਰੇ ਜਿਹੜੇ ਮਨਪ੍ਰੀਤ ਔਲਖ ਜਿਹੜੇ ਆਏ ਨੇ, ਉਹਨਾਂ ਨੂੰ ਸੰਮਨ ਜਾਰੀ ਹੋਏ ਆ, ਉਹਨਾਂ ਨੂੰ ਬੁਲਾ ਰਹੇ ਆ। ਔਰ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ
ਫੋਰਸ ਬਣੀ ਹੈ ਇੱਥੇ, ਉਹਨਾਂ ਨੇ ਇਨਵਾਈਟ ਕੀਤਾ ਇਹਨੂੰ ਇੱਥੇ ਹੀ ਉੱਥੇ ਡਾਕਟਰ ਨਾਨਕ ਸਿੰਘ ਨੇ ਜਿਹੜੇ SSP ਉਹਨਾਂ ਦੀ ਦੇਖ ਰੇਖ 'ਚ ਹੋ ਗਿਆ ਸਾਰਾ ਕੁਝ, ਔਰ ਤਿੰਨਾਂ ਨੂੰ ਪੁੱਛ ਪੜਤਾਲ ਹੋਊਗੀ ਇਹਦੇ ਕੇਸ ਬਾਰੇ, ਤਹਿਕੀਕਾਤ ਹੋਏਗੀ ਔਰ ਪੁੱਛਿਆ ਜਾਊਗਾ ਕਿ ਇਹਦੇ ਵਿੱਚ ਕੀ ਹੋਇਆ। ਔਰ ਇਹਦੇ ਵਿੱਚ ਉਹਨਾਂ ਦੇ ਫਾਦਰ ਨੇ ਇਹਨਾਂ ਦੇ ਬਾਰੇ ਕਿਹਾ ਸੀਗਾ ਕਿ ਕੁਝ ਗਰੁੱਪ ਬਣੇ ਆ ਜਿੰਨੇ ਵੀ ਮਿਊਜ਼ਿਕ ਇੰਡਸਟਰੀ ਬਾਰੇ ਉਹਨਾਂ ਨੇ ਆਲੋਚਨਾ ਕੀਤੀ ਹੈ ਕਿ ਮਿਊਜ਼ਿਕ ਇੰਡਸਟਰੀ ਵਿੱਚ ਇਹ ਪਲਾਨਿੰਗ ਹੋਈਆਂ, ਇਹਦੇ ਵਿੱਚ ਸਾਰਾ ਕੁਝ ਹੋਇਆ। ਕਿਉਂਕਿ ਦੇਖੋ ਇਹ ਜਦੋਂ ਵੀ ਹੁੰਦਾ, ਜੋ ਵੀ ਕੁਝ ਮਾਰ ਮਰਾਈ ਹੁੰਦੀ ਆ, ਉਹਦੇ ਵਿੱਚ ਇਹ ਪ੍ਰੋਬਲਮ ਹੁੰਦੀ ਆ ਉਸ ਫੀਲਡ ਦੇ ਲੋਕਾਂ ਦੀ, ਨਾ ਕਿ ਦੂਸਰਿਆਂ ਦੀ। ਇਹ 'ਚ ਕੋਈ ਧਾਰਮਿਕ ਏਜੰਸੀ ਦਾ ਕੋਈ ਇਹਦੇ 'ਚ ਨਹੀਂ ਲੈਣਾ ਦੇਣਾ, ਜਾਂ ਇਹਦੇ ਵਿੱਚ ਕੋਈ ਸੋਸ਼ਲ ਜਿਹੜੀ ਏਜੰਸੀਆਂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਗਾ। ਮਿਊਜ਼ਿਕ ਇੰਡਸਟਰੀ ਨਾਲ ਸੀਗੇ। ਉਹਦੇ ਫਾਦਰ ਨੇ ਕਿਹਾ ਕਿ ਜੋ ਮੈਨੂੰ ਦੁੱਖ ਪਹੁੰਚਾਇਆ ਗਿਆ ਸਾਰਾ ਕੀਤਾ ਹੈਗਾ ਮਿਊਜ਼ਿਕ ਇੰਡਸਟਰੀ ਦੀ ਸਾਰੀ ਇਹ ਬਣੀ ਤੇ ਘੜੀ ਸਾਜ਼ਿਸ਼ ਹੈ, ਅਤੇ ਮੈਂ ਇਹਦੇ 'ਤੇ ਇਹ ਚਾਹੁੰਦਾ ਕਿ ਪੰਜਾਬ ਪੁਲਿਸ ਨੂੰ ਦੁਬਾਰਾ ਇਹਨਾਂ 'ਤੇ ਤਫਤੀਸ਼ ਕੀਤੀ ਜਾਵੇ। ਇਸ ਤੋਂ ਪਹਿਲਾਂ ਵੀ ਬੜੇ ਸਿੰਗਰਾਂ ਨਾਲ ਪੁੱਛ ਪੜਤਾਲ ਹੋਈ ਹੈ, ਔਰ ਉਹ 'ਚ SSP ਸਾਹਿਬ ਔਰ ਉਹਦੇ ਵਿੱਚ ਡਾਇਰੈਕਟਰ ਜਨਰਲ ਪੁਲਿਸ ਇਨਵੋਲਵ ਰਹੇ ਆ। ਬੜੀ ਦੂਰ ਤੱਕ ਇਹ ਮਸਲਾ ਗਿਆ। ਹੁਣ ਇਹਨਾਂ ਨੇ ਸਾਰੇ ਗਰੁੱਪ 'ਚੋਂ ਦੇਖ ਕੇ ਔਰ ਇਹਨਾਂ ਦੀ ਸਾਰੀ ਇਨਕੁਆਇਰੀ ਕਰਨਗੇ, ਜੋ ਉਹਨਾਂ ਨੂੰ ਇਹਦੇ ਵਿੱਚ ਪੁਆਇੰਟ ਮਿਲੇ ਉੱਤੇ ਫਿਰ ਗੱਲ ਹੋਊ। ਕਿਉਂਕਿ ਬੜਾ ਲੰਬਾ ਮਸਲਾ ਚਲੇ ਗਿਆ ਸੀ। ਉਹਦੇ ਫਾਦਰ ਬੜੇ ਇਸ ਗੱਲ ਤੋਂ ਖਫਾ ਸੀਗੇ, ਔਰ ਉਹਨਾਂ ਨੇ ਕਿਹਾ ਸੀ ਮੈਨੂੰ ਇਹ ਗੱਲ ਜਿਹੜੀ ਆ ਜੱਚਦੀ ਨਹੀਂ ਕਿ ਪੰਜਾਬ ਪੁਲਿਸ ਦੇ ਹੱਥ ਬੜੇ ਇਸ ਤਰ੍ਹਾਂ ਦੇ ਹੁੰਦੇ, ਲੰਬੇ ਬਾਹਰੋਂ ਚੱਕ ਲਿਆਉਂਦੇ ਆ, ਉਹ ਇਹ ਕਰ ਲੈਂਦੇ ਆ। ਇਹਨਾਂ ਦਾ ਨਾਂ ਹੈਗਾ ਕਿ ਇਹ ਅਪਰਾਧ ਜਿੱਥੇ ਵੱਧ ਜਾਂਦਾ ਉੱਥੋਂ ਕੰਟਰੋਲ ਕਰ ਲੈਂਦੇ ਆ। ਪਰ ਇੱਕ ਕਤਲ ਜਿਹੜਾ ਦਿਨ ਦਿਹਾੜੇ ਚਿੱਟੇ ਦਿਨ ਕਤਲ ਹੋਇਆ ਜਵਾਹਰ ਕੇ ਪਿੰਡ ਵਿੱਚ, ਔਰ ਇਹ ਪਿੰਡ ਮਾਨਸਾ ਤੋਂ ਬਿਲਕੁਲ 10-15 ਕਿਲੋਮੀਟਰ ਹੀ ਹੈ। ਅਜੇ ਥਾਰ ਗੱਡੀ ਤੇ ਘਰ ਨਿਕਲਿਆ ਹੀ ਵਿਚਾਰਾ, ਤੇ ਉਹਦੇ ਨਾਲ ਦੇਖੋ ਇੱਕ ਦਿਨ 'ਚ 8 ਜਾਂ 10 ਬੰਦੇ ਜਿੰਨੇ ਆਏ ਆ, ਉਹਨਾਂ ਉਹਨੂੰ ਸ਼ੂਟ ਕੀਤਾ। ਉਹ 'ਚ ਰਾਈਫਲਾਂ, ਉਹਦੇ 'ਚ ਗੰਨਾਂ ਕਿੱਥੋਂ ਆਈਆਂ, ਨਾ ਉਹ ਪਕੜੀਆਂ ਗਈਆਂ ਪੂਰੀਆਂ, ਨਾ ਅਜੇ ਤੱਕ ਉਹ ਪੂਰੇ ਮੁੰਡੇ ਫੜੇ ਗਏ ਆ। 2 ਮੁੰਡੇ ਅਣਪਛਾਤੇ ਜਦੋਂ ਮਾਰ ਦਿੱਤੇ ਆ ਉਹ ਹੋਇਆ। ਲਾਰੈਂਸ ਬਿਸ਼ਨੋਈ ਅਜੇ ਤੱਕ ਫੜਿਆ ਹੈਗਾ, ਔਰ ਉਹਦੇ 'ਤੇ ਰੌਲਾ ਇਹ ਪੈ ਰਿਹਾ ਕਿ ਉਹ ਅਜੇ ਤੱਕ ਉਹਨਾਂ ਨੇ ਕਿਹਾ ਉਹ ਕਹਿੰਦਾ ਕਿ ਮੈਂ ਉਹਦੇ ਵਿੱਚ ਹੈ ਹੀ ਨਹੀਂ, ਮੈਂ ਤਿਹਾੜ ਜੇਲ੍ਹ 'ਚ ਹਾਂ। ਮੈਂ ਤਾਂ ਜਦੋਂ ਕਤਲ ਜਿਸ ਦਿਨ ਹੋਇਆ ਉਸ ਦਿਨ ਮੈਂ ਤਿਹਾੜ ਜੇਲ੍ਹ 'ਚ ਹਾਂ। ਹੁਣ ਪੁਲਿਸ ਦੀ ਥਿਊਰੀ ਕੁਛ ਹੋ ਰਿਹਾ, ਔਰ ਜਿਹੜੇ ਗੈਂਗਸਟਰ ਜਿਨ੍ਹਾਂ ਦੇ ਨਾਂ ਲੱਗ ਰਹੇ ਉਹਨਾਂ ਦੀ ਥਿਊਰੀ ਹੋ ਰਿਹਾ। ਅਜੇ ਤੱਕ ਇਹ ਕਿਸੇ ਪਾਸੇ ਇਹਦਾ ਕੋਈ ਸਿੱਟਾ ਨਹੀਂ ਨਿਕਲਿਆ, ਔਰ ਮੇਰਾ ਖਿਆਲ ਇਹ ਲੰਬਾ ਸਮਾਂ ਨਿਕਲਦਾ ਜਾਊਗਾ। ਕਿਉਂਕਿ ਇਸ ਕਰਕੇ ਹੈ ਕਿ ਜਦੋਂ ਤੱਕ ਇਹਨਾਂ ਨੇ ਆਪਣੀ ਪਿੰਨ ਪੁਆਇੰਟ ਨਹੀਂ ਕਰ ਸਕੇ, ਜਦੋਂ ਤੱਕ ਇਹਨਾਂ ਨਹੀਂ ਉਹਨਾਂ ਨਾਲ ਮਨਾਇਆ ਜਾਂ ਉਹਨਾਂ 'ਤੇ ਨਹੀਂ ਗੱਲ ਕੀਤੀ, ਬੇਸ਼ੱਕ ਜਿੰਨਾ ਮਰਜ਼ੀ ਟੌਰਚਰ ਕਰ ਦੇਣ, ਜੋ ਮਰਜ਼ੀ ਹੈ, ਪਰ ਜੁਡੀਸ਼ਰੀ ਅੱਗੇ ਇਹੋ ਹੀ ਮੰਗਦੀ ਹੈ ਕਿ ਤੁਸੀਂ ਇਹਦੇ 'ਤੇ ਜੋ ਕੁਝ ਧਾਰਾ ਲਾਈਆਂ ਪੰਜਾਬ ਪੁਲਿਸ ਨੂੰ ਕਿਹਾ ਉਹਦੇ ਵਿੱਚ ਦੱਸੋ ਪ੍ਰੂਫ ਕਿ ਕਿੱਥੇ ਆ। ਜਦੋਂ ਬੰਦਾ ਤਿਹਾੜ ਜੇਲ੍ਹ 'ਚ ਬੈਠਾ ਤੂੰ ਮਾਰ ਕੌਣ ਗਿਆ? ਹਾਲਾਂਕਿ ਪਲਾਨਿੰਗ ਮੰਨਦੇ ਆ ਉਹਦੀ ਹੋਊਗੀ, ਪਰ ਉਹ ਉੱਥੇ ਤਾਂ ਨਹੀਂ ਨਾ ਪਹੁੰਚਿਆ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਪੁਲਿਸ ਵੀ ਵੇਖੂਗੀ, ਜੁਡੀਸ਼ਰੀ ਵੇਖੂਗੀ। ਅਜੇ ਮਾਮਲਾ ਇਹ ਜਿਹੜਾ ਬਿਲਕੁਲ ਇਸੇ ਤਰ੍ਹਾਂ ਦਾ ਹੈਗਾ ਜਿਹੜਾ ਕਿਸੇ ਵੀ ਪੂਰੇ ਸਿੱਟੇ 'ਤੇ ਨਹੀਂ ਪਹੁੰਚ ਰਿਹਾ। ਬਿਲਕੁਲ ਜੀ, ਇਹ ਕੋਰਟ ਆਪਣਾ ਕੰਮ ਕਰ ਰਹੀ ਹੈ, ਪੁਲਿਸ ਆਪਣਾ ਕੰਮ ਕਰ ਰਹੀ ਹੈ, ਔਰ ਜੋ ਮਾਪੇ ਨੇ ਸਿੱਧੂ ਮੂਸੇਵਾਲਾ ਦੇ, ਉਹਨਾਂ ਨੂੰ ਆਪਣਾ ਪੋਤਾ ਮਿਲਣਾ ਨਹੀਂ ਹੈ ਕਿ ਨਹੀਂ, ਉਹ ਤਾਂ ਬਹੁਤ ਵੱਡਾ ਦੁੱਖ ਹੈ, ਬਹੁਤ ਵੱਡਾ ਦੁੱਖ ਹੈ। ਇੱਕੋ ਹੀ ਇਕਲੌਤਾ ਬੇਟਾ ਜਿਹਦਾ ਨਾਮ ਪੂਰੇ ਵਿਸ਼ਵ ਵਿੱਚ ਸੀਗਾ, ਜਿਹਨੇ ਇੰਨਾ ਕੁਛ ਕੀਤਾ, ਜਿਹਦੀ ਕਲਾ ਤੋਂ ਲੋਕ ਮੰਨਦੇ ਸੀ, ਜਿਹਦੀ ਆਵਾਜ਼, ਜਿਹਦੀ ਕੰਪੋਜੀਸ਼ਨ, ਜਿਹਦੇ ਗੀਤ ਪੂਰੇ ਸਿਰਫ ਪੰਜਾਬੀ ਨਹੀਂ ਪਾਕਿਸਤਾਨ ਦੇ ਲੋਕਾਂ ਨੇ ਬਹੁਤ ਜ਼ਿਆਦਾ ਸੋਗ ਮਨਾਇਆ, ਔਰ ਆਸਟ੍ਰੇਲੀਆ ਮੁਲਕਾਂ ਦੇ ਵਿੱਚ ਹੋਰ ਯੂਰਪੀਅਨ ਸਿੰਗਰਸ ਨੇ ਵੀ, ਔਰ ਅੰਗਰੇਜ਼ਾਂ ਨੇ ਵੀ ਪੂਰੇ। ਹਾਲਾਂਕਿ ਲੈਂਗੁਏਜ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਨੂੰ ਸਾਡੀ ਲੈਂਗੁਏਜ ਸਮਝ ਨਹੀਂ ਆਉਂਦੀ। ਮਿਊਜ਼ਿਕ ਦੀ ਕੋਈ ਲੈਂਗੁਏਜ ਫੋਰਨਰਸ ਨੇ, ਯੂਰਪੀਅਨ ਰਿਦਮ ਉਹਦਾ, ਪਰ ਰਿਦਮ ਉਹਦਾ ਤਾਲ, ਸੁਰ, ਔਰ ਮੁੰਡਾ ਨੌਜਵਾਨ ਉੱਚਾ ਲੰਬਾ ਸਟਾਈਲ ਆਪਣਾ ਉਹਦਾ ਗਾਇਕੀ ਦਾ, ਉਹਨੇ ਆਪਣਾ ਸਟਾਈਲ ਐਡਾ ਐਸਟੈਬਲਿਸ਼ ਕੀਤਾ ਸੀਗਾ, ਲੋਕਾਂ ਨੂੰ ਉਹ ਬੜਾ ਮਨਪਸੰਦ ਸੀਗਾ। ਔਰ ਯੰਗ ਯੂਥ ਇਸ ਕਰਕੇ ਬਹੁਤ, ਜਿੰਨੇ ਜਵਾਨ ਮੁੰਡੇ ਸਾਰਿਆਂ ਨੂੰ ਪਸੰਦ ਕਰਦੇ ਸੀ, ਜਿਸ 'ਚ ਮੁੰਡੇ ਵੀ ਆ, ਕੁੜੀ ਵੀ ਆ, ਬੱਚੇ ਵੀ ਆ, ਔਰ ਬਜ਼ੁਰਗ ਵੀ ਉਹਨੂੰ ਪਸੰਦ ਕਰਦੇ ਸੀ ਉਹਦੀ ਗਾਇਕੀ। ਔਰ ਇਹਦੇ ਗਾਇਕੀ ਦੇ ਪਿੱਛੇ ਕੁਛ ਨਾ ਕੁਛ ਸਾਜ਼ਿਸ਼ ਤਾਂ ਹੈ, ਕਿਸੇ ਏਜੰਸੀ ਦੀ, ਕਿਸੇ ਮੁੰਡਿਆਂ ਦੀ, ਕਿਸੇ ਲੋਕਾਂ ਦੀ ਜਿਨ੍ਹਾਂ ਨੇ ਮਾਰਿਆ ਨੂੰ, ਔਰ ਹੈ ਤਾਂ ਪੰਜਾਬ ਦੇ ਵਸਨੀਕ ਹੀ ਹੈ ਨਾ। ਔਰ ਇਹਨੂੰ ਲੱਭਣ 'ਚ ਕੌਣ ਕਿਉਂ ਦੇਰੀ ਕਰ ਰਹੀ ਹੈ ਪੰਜਾਬ ਪੁਲਿਸ? ਦੇਖੋ ਪੁਲਿਸ ਵੀ ਜੀ, ਮਤਲਬ ਉਹਦੀ ਵੀ ਇੱਕ ਲਿਮਿਟੇਸ਼ਨ ਹੈ, ਕਿੱਥੇ ਤੱਕ ਜਾਣ। ਬਿਲਕੁਲ ਉਹ ਵੀ ਬੰਦੇ ਨੇ, ਕਿਤੋਂ ਕੋਈ ਟਿਪ ਮਿਲਦੀ ਹੈ, ਇੱਕਦਮ ਤਾਂ ਸੂ ਮਿਲਦੀ ਹੈ ਤਾਂ ਅੱਗੇ ਨੂੰ ਵੱਧਦੇ ਨੇ। ਗੱਲ ਤਾਂ ਤੁਹਾਡੀ ਸਹੀ ਹੈ, ਠੀਕ ਹੈ, ਪਰ ਇਨਵੈਸਟੀਗੇਸ਼ਨ ਤਾਂ ਕਰਨਾ ਪੈਣਾ, ਇਨਵੈਸਟੀਗੇਸ਼ਨ ਤੇ ਕਰਨਾ ਉਹਨਾਂ ਦੀ ਡਿਊਟੀ ਹੈ, ਉਹ ਤਨਖਾਹਾਂ ਲੈ ਰਹੇ ਆ, ਕਿਤੇ ਸਿਰੇ ਤੇ ਲਾਉਣੀ ਪੈਣੀ, ਉਹਨਾਂ ਦੇ ਉੱਤੇ ਵੀ ਬੜਾ ਪ੍ਰੈਸ਼ਰ ਹੈ। ਇਹ ਵੀ ਕਿਸੇ ਨੂੰ ਜਿਹੜਾ ਨਿਹੱਕ ਨਾ ਮਾਰਨ, ਜਿਹਦਾ ਜਿਹੜਾ ਜਿਹਨੇ ਕੀਤਾ, ਜਿਹੜਾ ਦੋਸ਼ ਜਿੱਤੇ ਮੜਿਆ ਗਿਆ ਹੋਵੇ, ਨਿਹੱਕ ਮੁੰਡਾ ਕੋਈ ਨਾ ਮਾਰਿਆ ਜਾਵੇ ਜਾਂ ਨਾ ਸਜ਼ਾ ਲਵੇ, ਉਹਨਾਂ ਦੀਆਂ ਮਾਵਾਂ ਰੋਣਗੀਆਂ ਹੈ ਕਿ ਨਹੀਂ, ਉਹਨਾਂ ਤੇ ਨਾ ਇਦਾਂ ਦਾ ਕੋਈ ਤਸ਼ੱਦਦ ਹੋਵੇ। ਦੇਖੋ ਬਲਕਾਰ ਜੀ, ਸਾਡੇ ਜਿਹੜੇ ਕਾਨੂੰਨਦਾਨ ਨੇ, ਜਿਹੜੇ ਮਾਹਿਰ ਨੇ ਕਾਨੂੰਨ ਦੇ, ਉਹ ਵੀ ਇਹ ਕਹਿੰਦੇ ਨੇ ਕਿ ਇੱਕ ਕਸੂਰਵਾਰ ਭਾਵੇਂ ਛੁੱਟ ਜਾਏ, ਪਰ ਇੱਕ ਬੇਕਸੂਰ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ, ਕਦੀ ਨਹੀਂ ਹੋਣੀ ਚਾਹੀਦੀ। ਉਹ ਬੜਾ ਵੱਡਾ ਪਾਪ ਆ ਜਿਹਦੇ ਤੇ ਬੱਚਾ ਹੱਸਦਾ ਖੇਡਦਾ ਆਪਣੀ ਮਾਂ ਕੋਲ ਆਉਂਦਾ, ਘਰ ਵਸਦਾ, ਉਹਦਾ ਵੀ ਘਰ ਉੱਜੜ ਜਾਂਦਾ, ਫਿਰ ਉਸ ਮਾਂ ਦਾ, ਪਿਓ ਦਾ ਵੀ।
ਬੱਚੇ ਹੀ ਘਰ ਹੁੰਦੇ ਆ, ਬੱਚੇ ਹੀ ਘਰ ਨੂੰ ਵਸਾਉਂਦੇ ਆ ਤੇ ਬੱਚੇ ਹੀ ਘਰ ਨੂੰ, ਘਰ ਦਾ ਚਿਹਰਾ ਮੋਹਰਾ ਬਦਲਦੇ ਆ। ਬਿਲਕੁਲ ਜੀ। ਔਰ ਕਈ ਇਦਾਂ ਦੇ ਵੀ ਨੇ ਜਿਹੜੇ ਕਸੂਰਵਾਰ ਬੰਦੇ ਨੂੰ ਵੀ ਉਹਦਾ ਕੇਸ ਲੜ ਕੇ ਉਹਨੂੰ ਕੱਢ ਕੇ ਲੈ ਜਾਣਗੇ। ਸਭ ਨੂੰ ਪਤਾ ਹੁੰਦਾ ਉਹਨੇ ਕਸੂਰ ਕੀਤਾ ਹੈ, ਪਰ ਕਸੂਰਵਾਰ ਨੂੰ ਵੀ ਕੱਢ ਕੇ ਲੈ ਜਾਣਗੇ ਤੇ ਬੇਕਸੂਰ ਨੂੰ ਫਸਾ ਦੇਣਗੇ। ਕਈ ਇਦਾਂ ਦੇ ਵੀ ਬੈਠੇ ਨੇ, ਸਹੀ ਗੱਲ। ਇਦਾਂ ਦਾ ਵੀ ਖੇਡ ਜਾਂਦੇ ਨੇ। ਹਾਂ। ਔਰ ਉਹ ਤਾਂ ਇੱਕ ਸਰੇਆਮ ਗੱਲ ਕਹਿੰਦੇ ਨੇ, ਵੀ ਆਰ ਨਾਟ ਇਨ ਦੀ ਬਿਜ਼ਨਸ ਆਫ ਜਸਟਿਸ, ਵੀ ਆਰ ਇਨ ਦੀ ਬਿਜ਼ਨਸ ਆਫ ਲਾਅ। ਲਾਅ ਨੂੰ ਟਵਿਸਟ ਕਿਵੇਂ ਕਰਨਾ ਹੈ ਔਰ ਆਪਣੇ ਬੰਦੇ ਨੂੰ ਕਿਵੇਂ ਕੱਢ ਕੇ ਲੈ ਕੇ ਜਾਣਾ, ਭਾਵੇਂ ਉਹ ਕਸੂਰਵਾਰ ਕਿਉਂ ਨਹੀਂ ਹੈ। ਸਾਡਾ ਉਹ ਕੰਮ ਹੈ। ਜਸਟਿਸ ਹੋਇਆ ਨਹੀਂ ਹੋਇਆ ਉਹਨਾਂ ਸਾਨੂੰ ਕੋਈ ਲੈਣਾ ਦੇਣਾ ਨਹੀਂ। ਇਹ ਕੋਈ ਆਫੀਸਰਸ ਨਹੀਂ ਕਹਿਣਗੇ, ਕੋਈ ਜੱਜਿਸ ਨਹੀਂ ਕਹਿਣਗੇ। ਜਿਹੜੇ ਕਾਨੂੰਨ ਦੀਆਂ ਖੇਡਾਂ ਖੇਡਦੇ ਨੇ ਉਹ ਕਹਿਣਗੇ ਉਹ ਕੋਈ ਵੀ ਹੋ ਸਕਦਾ ਹੈ। ਸੋ ਇਹ ਖੇਡਾਂ ਖੇਡਣ ਵਾਲੇ ਵੀ ਬੈਠੇ ਨੇ, ਸਹੀ ਗੱਲ, ਤੇ ਇਨਸਾਫ ਦੀ ਗੱਲ ਕਰਨ ਵਾਲੇ ਵੀ ਬੈਠੇ ਨੇ। ਸੋ ਆਪਾਂ ਅੱਗੇ ਵਧੀਏ ਜੀ। ਆਪਾਂ ਜਿਸ ਕੰਮ ਵਾਸਤੇ ਬੈਠੇ ਹਾਂ ਉਹ ਅਗਲੀ ਨਿਊਜ਼ ਲੈਂਦੇ ਹਾਂ ਜੀ। ਅਗਲੀ ਨਿਊਜ਼ ਇਹ ਹੈ ਕਿ 600 ਯੂਨਿਟ ਹੁਣ ਸਰਕਾਰ ਨੇ ਤਾਂ ਇੱਕ ਲਾਲਚ ਦਿੱਤਾ ਸੀ ਨਾ ਕਿ ਸਾਨੂੰ ਵੋਟਾਂ ਪਾਓ, ਉਹਨੂੰ ਲਾਲਚ ਪੂਰਾ ਕਰਨਾ ਪਏਗਾ। ਵੋਟਾਂ ਪੈ ਗਈਆਂ, ਜਿੱਤ ਗਏ ਹੋ ਕਾਨੂੰਨ ਦੇ ਮੁਤਾਬਿਕ, ਤੁਸੀਂ ਜੇਤੂ ਕਰਾਰ ਦੇ ਦਿੱਤੇ ਗਏ ਹੋ ਸੰਵਿਧਾਨ ਦੇ ਮੁਤਾਬਿਕ। ਹੁਣ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ। 300 ਯੂਨਿਟ ਹਰ ਮਹੀਨੇ ਫ੍ਰੀ, 600 ਯੂਨਿਟ 2 ਮਹੀਨੇ ਦਾ ਫ੍ਰੀ। ਹੁਣ ਲੋਕੀ ਵੀ ਅੱਗੋਂ ਤੇਜ਼ ਨੇ। ਹੁਣ 1 ਮੀਟਰ ਦੇ ਉੱਤੇ ਤਾਂ ਹੋ ਸਕਦਾ 300 ਤੋਂ ਵੱਧ ਜਾਣ, 600 ਯੂਨਿਟ ਪਹੁੰਚ ਜਾਣ, 450 ਯੂਨਿਟ ਪਹੁੰਚ ਜਾਣ, 400 ਯੂਨਿਟ ਪਹੁੰਚ ਜਾਣ। ਜੇ 1 ਯੂਨਿਟ ਵੀ ਉੱਤੇ ਹੋ ਗਿਆ ਪੂਰਾ ਦਾ ਪੂਰਾ ਕੈਲਕੂਲੇਟ ਹੋ ਕੇ ਤੁਹਾਨੂੰ ਬਿੱਲ ਮਿਲ ਜਾਣਾ। ਪਰ 300 ਯੂਨਿਟ ਫ੍ਰੀ ਨੇ, ਇਸ ਕਰਕੇ 2 ਮੀਟਰ ਲਗਾ ਦਿਓ ਘਰ ਦੇ ਵਿੱਚ, ਅੱਧੇ ਉੱਧਰ ਅੱਧੇ ਉੱਧਰ, ਸਾਨੂੰ ਯੂਨਿਟ ਫ੍ਰੀ ਹੋ ਜਾਣਗੇ, ਅਸੀਂ ਕੋਈ ਬਿੱਲ ਨਹੀਂ ਦੇਣਾ। ਦੇਖੋ ਲੋਕ ਕਿੰਨੇ ਸ਼ੈਤਾਨ ਨੇ, ਕਿੰਨੇ ਤੇਜ਼ ਨੇ। ਹੁਣ ਸਰਕਾਰ ਕਹਿੰਦੀ ਜੇ ਤੁਸੀਂ ਸ਼ੈਤਾਨ ਹੋ ਤੇ ਅਸੀਂ ਵੀ ਸਰਕਾਰ ਹੁੰਦੇ ਹਾਂ, ਅਸੀਂ ਕਿ ਤੁਹਾਡੀ ਚੱਲਣ ਨਹੀਂ ਦੇਣੀ। ਤੇ ਕਾਨੂੰਨ ਆ ਗਿਆ ਕਿ ਇੱਕ ਘਰ ਦੇ ਵਿੱਚ 2 ਮੀਟਰ ਨਹੀਂ ਲੱਗਣਗੇ, ਇੱਕ ਘਰ ਦੇ ਵਿੱਚ ਇੱਕੋ ਹੀ ਮੀਟਰ ਲੱਗੇਗਾ। ਬੈਨ ਕਰਤਾ, ਬੈਨ ਹੋ ਗਿਆ। ਪਰ ਹੁਣ ਜਿਹੜੀ ਪਾਵਰਕਾਮ ਜਿਹੜੀ ਏਜੰਸੀ ਆ, ਬਿਜਲੀ ਬੋਰਡ ਆ, ਇਹਦੇ ਵਿੱਚ ਹੰਗਾਮਾ ਹੋਇਆ ਪੂਰਾ ਕਿ ਇੰਨੀਆਂ ਐਪਲੀਕੇਸ਼ਨ ਆ ਗਈਆਂ ਲੋਕਾਂ ਦੀਆਂ ਦੂਜਾ ਮੀਟਰ ਲਵਾਉਣ ਦੀ। ਜਿਹੜਾ ਡਿਊਲੈਕਸ ਆ ਜਿਹਦੇ 2 ਮਕਾਨ ਬਣੇ ਆ ਹੇਠਾਂ ਉੱਤੇ, ਉਹਦੀ ਉੱਪਰ ਵੀ ਰਸੋਈ, ਉਹਦਾ ਉੱਪਰ ਵੀ ਹਾਲ ਕਮਰਾ, ਉਹਦੇ ਸਾਰਾ ਕੁਛ ਹੈਗਾ। ਉਹਨਾਂ ਨੇ ਡਿਮਾਂਡ ਕੀਤੀ ਕਿ ਸਾਨੂੰ 2 ਮੀਟਰ ਚਾਹੀਦੇ ਆ। ਮੇਰਾ ਮੁੰਡਾ ਇਸ ਵੇਲੇ ਕਿਚਨ ਚਲਾਊਗਾ, ਉਹਦੇ ਵਿੱਚ ਉਹਦੀ ਮੇਰੀ ਨੂੰਹ ਆ, ਸਾਰਾ ਕੁਛ ਹੈਗਾ। ਹੁਣ ਸਰਕਾਰ ਤਾਂ ਭਾਵੇਂ ਜੋ ਮਰਜ਼ੀ ਕਹੀ ਜਾਵੇ, ਜਿਹਦੇ 2 ਬੱਚੇ ਆ ਤੇ ਇੱਕ ਮੁੰਡਾ ਤਾਂ ਉੱਤੇ ਰਹੂਗਾ ਹੀ, ਉਹਨੇ ਆਪਣਾ ਕੰਮ ਤਾਂ ਉੱਥੇ ਸ਼ੁਰੂ ਕਰਨਾ ਹੀ ਆ। ਉਹ ਬੱਤੀਆਂ ਵੀ ਜਗਾਊਗਾ, ਉੱਤੇ ਨਾ ਹੀਟਰ ਵੀ ਚਲਾਊਗਾ, ਹੈ ਨਾ, ਗੀਜ਼ਰ ਵੀ ਚਲਾਊਗਾ, ਫਿਰ ਉਹ ਸਾਰਾ ਲੋਡ ਤਾਂ ਵਧੂਗਾ ਹੀ। ਇਹ ਕੁਛ ਜੈਨੂਨ ਗੱਲਾਂ ਹੈਗੀਆਂ। ਤੇ ਕੁਛ ਲੋਕਾਂ ਨੇ ਉਹਨਾਂ ਵੱਲ ਵੇਖ ਕੇ ਇੱਦਾਂ ਦਾ ਭਾੜਾ ਪੜਿਆ, ਉਹਨਾਂ ਨੇ ਵੀ 2-2 ਵੈਸੇ ਲਵਾ ਲਿਆ ਕਿ ਡਿਵਾਈਡ ਹੋ ਜਾਊਗਾ, 300 ਇੱਕ 'ਤੇ ਆ ਜਾਊਗਾ ਤੇ 150-200 ਇੱਕ 'ਤੇ ਆ ਜਾਊਗਾ, ਤੇ ਅਸੀਂ ਸਾਰੇ ਉੱਤਾ ਬਿਜਲੀ ਬਿੱਲ ਸਾਡਾ ਹੋ ਜਾਊਗਾ ਮਾਫ, ਅਸੀਂ ਦੇਵਾਂਗੇ ਸਿਰਫ ਕਿਰਾਇਆ ਕਿਹਦਾ, ਮੀਟਰ ਦਾ। ਹੁਣ ਉਹ ਬਹੁਤ ਲੋਕਾਂ ਨੇ ਇਹ ਪੈਂਤੜਾ ਬੰਨਿਆ, ਪਰ ਸਰਕਾਰ ਕਿਹੜੀ ਇਸ ਤਰ੍ਹਾਂ ਦੀ ਬੱਚੀ ਆ, ਉਹਨਾਂ ਨੂੰ ਵੇਖ ਲਿਆ ਵੀ ਕੀ ਕੁਛ ਹੋ ਰਿਹਾ। ਉਹਨਾਂ ਨੇ ਇਸੇ ਤਰ੍ਹਾਂ ਇਹਨਾਂ ਨੂੰ ਰੰਗੇ ਹੱਥੀਂ ਫੜ ਲਿਆ ਔਰ ਉਹਦੇ ਵਿੱਚ ਕਈਆਂ 'ਤੇ ਇਹਨਾਂ ਨੇ ਇੱਦਾਂ ਦੇ ਲੱਗੇ ਵੀ ਆ ਜਿਹੜਾ ਨੁਕਸਾਨ ਹੋ ਰਿਹਾ। ਔਰ ਉਹਦੇ ਵਿੱਚ ਇਹਨਾਂ ਨੇ ਫਲਾਇੰਗ ਸਕੁਆਡ ਵੀ ਮੇਨਟੇਨ ਕਰਤਾ, ਜਿਹੜੇ ਆਉਣਗੇ ਔਰ ਰੇਡ ਕਰਨਗੇ, ਪਤਾ ਕਰਨਗੇ ਵੀ ਇੱਥੇ ਮੀਟਰ 'ਤੇ ਲੋਡ ਕਿੰਨਾ ਔਰ ਕਿੱਧਰੋਂ ਆਇਆ ਲੋਡ। ਉਹ ਸਾਰਾ ਕੁਛ ਇਹਨਾਂ ਨੇ ਕਰਕੇ, ਕਿਉਂਕਿ ਅੱਗੇ ਘੱਟੋ ਘੱਟ ਵੀ ਮਤਲਬ 75% ਜਿਹੜੇ ਸੀ ਫ੍ਰੀ ਲੋਕਾਂ ਦੇ ਹੋ ਗਏ ਸੀ। ਆ ਪਿਛਲੇ ਬਿੱਲਾਂ 'ਚ ਗਿਆ 75% ਲੋਕਾਂ ਨੇ ਫ੍ਰੀ ਬਿਜਲੀ ਬਾਲੀ ਆ। ਉਹਨਾਂ ਲਿਮਟ 'ਚ ਲੈ ਆਂਦਾ, ਉਹਨੇ 'ਚ 600 ਯੂਨਿਟ ਤੋਂ ਥੱਲੇ ਆ ਗਿਆ। ਜਨਰਲ ਕੈਟਾਗਰੀ ਦੇ ਜੇ 600 ਤੋਂ ਥੱਲੇ ਆਉਣਗੇ, 2 ਯੂਨਿਟ ਥੱਲੇ ਹੈਗੇ ਆ, ਮੰਨ ਲਓ ਉਹਨਾਂ ਦੇ 599 ਆ ਤਾਂ ਉਹ ਬਰੀ ਹੋ ਗਏ, ਉਹਨਾਂ ਨੂੰ 2 ਰੁਪਏ ਨਹੀਂ ਦੇਣੇ ਪੈਣੇ। ਜਿਹੜੇ ਦੂਸਰੇ ਰਿਜ਼ਰਵ ਕੈਟਾਗਰੀ ਦੇ ਹੈਗੇ ਆ ਜਾਂ ਸੁਤੰਤਰਤਾ ਸੈਨਾਨੀ ਆ, ਉਹਨਾਂ ਦੇ 600 ਤੋਂ 55 ਹੋ ਗਏ। 600 ਤਾਂ ਗਏ ਉਹਨਾਂ ਦੇ ਇੱਕ ਪਾਸੇ, 55 ਦਾ ਯੂਨਿਟਾਂ ਦਾ ਬਿੱਲ ਦੇਣਾ ਪਊਗਾ। ਇਹ ਬੜਾ ਵੱਡੀ ਤਕਸੀਮ ਜਮ੍ਹਾਂ ਘਟਾਓ ਅਤੇ ਭਾੜੇ ਪੜੇ ਗਏ। ਔਰ ਇਹਦੇ ਵਿੱਚ ਜਿਹੜੇ ਵੀ ਲੋਕ ਬਚੇ ਆ, ਉਹਨਾਂ ਨੇ ਉਹ ਬਚੇ ਜਿਨ੍ਹਾਂ ਨੇ 2-2 ਮੀਟਰ ਲਾਏ। ਹੁਣ ਆ ਗਈ ਸਰਦੀ 'ਚ ਜੇ ਚੱਲੇ ਤਾਂ ਹੀਟਰ ਚੱਲਣਗੇ, ਗੀਜ਼ਰ ਚੱਲਣਗੇ, ਪੱਖੇ ਬੰਦ ਆ, ਹੈ ਕਿ ਨਹੀਂ, AC ਬੰਦ ਆ, ਸਾਰਾ ਕੁਝ ਬੰਦ ਆ। ਐਤਕੀ ਫਿਰ ਜਿਹੜੇ ਬਿੱਲ ਆ ਉਹਨੂੰ ਵੀ ਘੱਟ ਆਉਣਗੇ। ਇਸ ਕਰਕੇ ਆਉਣਗੇ ਕਿ ਲੋਕਾਂ ਨੇ ਗੀਜ਼ਰ ਘੱਟ ਚਲਾਉਣਗੇ, ਹੀਟਰ ਤਾਂ ਜੇ ਚੱਲੇ ਨਹੀਂ, ਸਰਦੀ ਇੰਨੀ ਹੈ ਨਹੀਂ। ਔਰ ਇਹਦੇ ਨਾਲ ਐਤਕੀ ਵੀ ਇਹਨਾਂ ਨੂੰ ਉਸੇ ਤਰ੍ਹਾਂ ਹੀ ਉਸ ਦੌਰ ਤੋਂ ਗੁਜ਼ਰਨਾ ਪਊਗਾ। ਸਰਕਾਰ ਨੂੰ ਇਹ ਲੱਗਿਆ ਕਿ ਜਿਹੜੇ ਉੱਥੇ ਰੱਖੇ ਆ ਬੰਦੇ, ਜਿਹੜੇ ਕੰਮ ਕਰ ਰਹੇ ਆ ਬਿਜਲੀ ਬੋਰਡ ਦੇ, ਉਹਨਾਂ ਨੂੰ ਤਨਖਾਹ ਕਿੱਥੋਂ ਦੇਣੀ ਹੈ? ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਖਰਚਾ, ਉਹਨਾਂ ਦਾ DA, ਉਹਨਾਂ ਦਾ TA, ਉਹ ਕਿਹਨੇ ਦੇਣਾ? ਪਹਿਲਾਂ ਨਹੀਂ ਸੋਚਿਆ ਸੀ ਨਾ, ਪਹਿਲਾਂ ਹਾਂ ਉਹ ਕਰਕੇ ਹੁਣ ਵਾਅਦੇ ਕਰਦੇ ਪਏ ਸੀ, ਉਦੋਂ ਨਹੀਂ ਸੋਚਿਆ ਸੀ ਕਿ ਕਿੱਥੋਂ ਦੇਣੇ ਨੇ ਤੇ ਫਿਰ ਤਨਖਾਹਾਂ ਕਿੱਥੋਂ ਦੇਵਾਂਗੇ। ਹੁਣ ਕੋਈ ਸੋਰਸ ਬਣਾਉਣਗੇ, ਕਿਉਂਕਿ ਲੋਕਾਂ ਦਾ ਸਹੂਲਤ ਮੰਗਣੀ, ਪਹਿਲਾਂ ਹੀ ਬਣਾਉਣਾ ਚਾਹੀਦਾ ਸੀ। ਪਰ ਇਹ ਦਿੱਲੀ 'ਚ ਤਾਂ ਚੱਲਦਾ,
ਦਿੱਲੀ 'ਚੋਂ ਕਰ ਲਿਆ ਉਹਨਾਂ ਨੇ, ਦਿੱਲੀ 'ਚ ਉਹ ਸਾਰਾ ਮਾਡਲ ਲੈ ਕੇ ਆਉਣ ਉਹ ਕਰਨਾ, ਦਿੱਲੀ 'ਚ ਕੀਤਾ ਤੇ ਨਾ ਕੀਤਾ ਇਹ ਵੀ ਕਰ ਲੈਣਗੇ। ਔਰ ਨਹੀਂ ਉਹ ਠੀਕ ਹੈ, ਉਹ ਇੱਕ ਇਲਾਕਾ ਹੈ ਜਾਂ ਕਈ ਵਾਰ ਤੇ ਐਕਸਪਰਟਸ ਇਹ ਵੀ ਮੰਨਦੇ ਨੇ ਕਿ ਦਿੱਲੀ ਦਾ ਮਤਲਬ ਜੋ ਆਮ ਆਦਮੀ ਪਾਰਟੀ ਕੋਲ ਸਾਰੀ ਵਜ਼ਾਰਤ ਹੈ ਉਹ ਇੱਕ ਵੱਡੀ ਮਿਊਨਿਸਪਲ ਕਾਰਪੋਰੇਸ਼ਨ ਕਹਿ ਸਕਦੇ ਹੋ ਤੁਸੀਂ, ਉਹ ਸਟੇਟ ਨਹੀਂ ਕਹਿ ਸਕਦੇ ਹੋ। ਸਟੇਟ ਇਹ ਹੈ, ਸਟੇਟ ਦੀਆਂ ਆਪਣੀਆਂ ਜ਼ਰੂਰਤਾਂ ਨੇ, ਸਟੇਟ ਦੇ ਆਪਣੇ ਏਰੀਆ ਵੱਡਾ, ਇਹ ਬਹੁਤ ਵੱਡੀ ਚੀਜ਼ ਹੈ ਔਰ ਸਟੇਟ ਨੂੰ ਸਾਂਭਣਾ ਕੋਈ ਆਸਾਨ ਕੰਮ ਨਹੀਂ ਹੁੰਦਾ। ਇਸ ਕਰਕੇ ਪਹਿਲਾਂ ਕੈਲਕੂਲੇਸ਼ਨਸ ਕਰਕੇ ਰੱਖਣੀਆਂ ਸੀ ਕਿ ਜੇ ਇਧਰੋਂ ਘਾਟਾ ਪਏਗਾ ਤੇ ਫਿਰ ਇਹ ਪੂਰਾ ਕਿੱਥੋਂ ਕਰਨਾ ਹੈ। ਹਜੇ ਤਾਂ 1000 ਰੁਪਇਆ ਮਾਤਾਵਾਂ, ਬੀਬੀਆਂ, ਭੈਣਾਂ ਜਿਹੜੀਆਂ ਇਹ ਕਹਿੰਦੇ ਨੇ ਸਾਰੀਆਂ ਪੰਜਾਬ ਦੀਆਂ ਨੇ 18 ਸਾਲ ਤੋਂ ਉੱਤੇ ਸਾਰੀਆਂ ਲੇਡੀਜ਼, ਉਹਨਾਂ ਨੂੰ 1000 ਰੁਪਇਆ ਮਹੀਨਾ ਦੇਣਾ, ਉਹ ਹਜੇ ਪੈਂਡਿੰਗ ਹੈ। ਉਹ ਤਾਂ ਘਰਾਂ 'ਚ ਲੜਾਈ ਪਾਤੀ ਉਹਨਾਂ ਨੇ। ਉਹ ਜਦੋਂ ਉਹਨਾਂ ਨੇ ਕਿਹਾ, ਉਹਨਾਂ ਨੇ ਬੀਬੀਆਂ ਨੂੰ ਪੁੱਛਿਆ ਤੇ ਬੀਬੀਆਂ ਨੇ ਉਦੋਂ ਕਿਹਾ ਨਹੀਂ ਵੋਟ ਇੱਧਰ ਹੀ ਪਾਉਣੀ ਹੈ ਕਿਉਂਕਿ ਇੱਧਰੋਂ ਪੈਸਾ ਸਾਨੂੰ ਮਿਲ ਰਿਹਾ, ਅਸੀਂ 4 ਜਣਾਂ ਨਹੀਂ ਤੇ ਘਰ 'ਚ ਹੈਗੀਆਂ, 4000 ਦਾ ਆਊਗਾ ਨਾ, ਤੇ ਬਾਕੀ ਰਹਿ ਗਈ ਗੱਲ ਜਿਹੜੀ ਦੂਜੇ ਖਰਚੇ ਦੀ, ਉਹ ਅਸੀਂ ਤੁਹਾਡੇ ਕੋਲ ਲੈ ਲੈਣਾ। ਉਦੋਂ ਤਾਂ ਵੋਟਾਂ ਗਈਆਂ ਪੈ, ਤੇ ਹੁਣ ਉਹਨਾਂ ਦੇ ਜਿਹੜੇ ਮਰਦ ਨੇ ਘਰ ਦੇ ਜਾਂ ਜਿਹੜੇ ਔਰਤਾਂ ਨੂੰ ਪੁੱਛਦੇ ਆ ਵੀ ਤੁਹਾਡੇ ਪੈਸੇ ਕਿੱਧਰ ਗਏ, ਉਹ ਕਹਿੰਦੇ ਕੋਈ ਗੱਲ ਨਹੀਂ ਆ ਜਾਣਗੇ, ਸਰਕਾਰ ਅਜੇ ਲਾਮਬੰਦ ਹੋਈ ਇਹਦੇ ਲਈ ਖਰਚਾ ਉਹਨਾਂ ਦਾ ਕੋਈ ਹੈ ਨਹੀਂ ਇੰਨਾ ਤੇ ਆ ਜਾਊਗਾ। ਪਰ ਆ ਰਹੀ ਗੱਲ ਬਿਜਲੀ ਦੀ, ਜਿੱਥੇ ਆਪਾਂ ਆਉਣਾ ਚਾਹ ਰਹੇ ਹਾਂ, ਇਹ ਗੱਲ ਹੈਗੀ ਆ ਕਿ ਜੇ ਇਹਨਾਂ ਕੋਲ ਇਸ ਤਰ੍ਹਾਂ ਦਾ ਇਹਨਾਂ ਲਾਲਚ ਦਿੱਤੀ ਆ ਜਾਂ ਇਹਨਾਂ ਨੇ ਵਿਖਾਵਾ ਕੀਤਾ ਤੇ ਲੋਕ ਕਿਹੜੇ ਘੱਟ ਆ, ਲੋਕ ਵੀ ਉਧਰ ਦੂਜੇ ਪਾਸੇ ਤੁਰ ਪਏ ਆ ਵੀ ਜਿੱਥੇ ਅਸੀਂ 600 ਯੂਨਿਟ ਨੂੰ ਕੱਟ ਨਾ ਬਾਲੀਏ, ਇੱਥੋਂ ਤੱਕ ਨਹੀਂ ਆਇਆ ਕਿ ਅਸੀਂ 600 ਯੂਨਿਟ ਨੂੰ ਘੱਟ ਕਰ ਦਈਏ, ਰਾਤ ਨੂੰ ਲਾਈਟਾਂ ਨਾ ਜਗਾਈਏ, ਜਿੱਥੇ ਜਿੱਥੇ ਕੋਈ ਵਾਧੂ ਜਗਦੀਆਂ ਬੰਦ ਕਰ ਦਈਏ। ਰੋਜ਼ ਪੜ੍ਹ ਲਈ ਉਹਦੇ 'ਚ ਕੀ ਆ, ਕਿਉਂਕਿ ਇਹਨਾਂ ਨੇ ਕੁਛ ਮੀਟਰ ਦੂਜੇ ਵੀ ਦੇ ਰਹੇ ਆ ਜਿਸ 'ਚ ਇੱਦਾਂ ਦੀਆਂ ਪੈ ਰਹੇ ਆ, ਉਹ ਦੇ ਕੇ ਮੀਟਰ 'ਤੇ ਰੀਡਿੰਗ ਦੂਜੀ ਆ ਜਾਊਗੀ ਅਤੇ ਚਿੱਪ ਲੱਗ ਰਹੀਆਂ, ਤਾਂ ਉਹ ਮੀਟਰ ਤਾਂ ਜੇ ਦੇਣਗੇ, ਪਰ ਇਹਨਾਂ ਜਿਹੜੇ ਪੁਰਾਣੇ ਮੀਟਰ ਉਹਨਾਂ 'ਤੇ ਵੇਖਣਾ ਚਾਹੀਦਾ ਨਾ ਕਿ ਉਹਦੇ ਵਿੱਚ ਜਿਹੜੇ 600 ਯੂਨਿਟ ਨੇ ਜਾਂ 300 ਯੂਨਿਟ ਪਰ ਮੰਥ ਆਉਂਦਾ, ਉਹਦੇ ਵਿੱਚ ਘੱਟੋ ਘੱਟ ਅਸੀਂ ਉਹਨੂੰ ਥੋੜ੍ਹਾ ਘੱਟ ਬਾਲ ਲਈਏ। ਇਹਦੇ ਵੱਲ ਨਹੀਂ ਆਏ, ਮੀਟਰ ਦੂਜਾ ਨਵਾਂ ਲਵਾ ਲਿਆ, ਉਹਦੇ 'ਚ ਵੀ ਮੀਟਰ ਲਵਾਉਣ ਲੱਗਾ ਵੀ ਘੱਟੋ ਘੱਟ 10-15 ਹਜ਼ਾਰ ਤਾਂ ਲੱਗਦਾ ਹੀ ਆ। ਉਹਨੂੰ ਤੁਸੀਂ 2 ਕਿਲੋਵਾਟ ਦਾ ਲਾਉਣਾ, 3 ਕਿਲੋਵਾਟ ਦਾ ਲਾਉਣਾ, ਉਧਰ ਲਾਤਾ ਪੈਸਾ, ਅਤੇ ਇੱਧਰ ਬਿੱਲ ਦੇਣ ਵਾਲੇ ਪਾਸੇ ਨਹੀਂ, ਮੀਟਰ ਨਵੇਂ ਆ ਗਏ ਆ। ਇਹ 'ਚ ਸਰਕਾਰ ਫਿਰ ਫਾਇਦੇ 'ਚ ਹੋਈ, ਜਿਹੜੇ ਨਵੇਂ ਮੀਟਰ ਆ ਰਹੇ ਆ ਇਹ ਵੀ ਇਹਨਾਂ ਦੇ ਵਿੱਚ ਇਹਨਾਂ ਦਾ ਕੰਸੈਸ਼ਨ ਆ, ਇਹਦੇ ਵਿੱਚ ਇਹਨਾਂ ਦਾ ਥੋੜ੍ਹਾ ਜਿਹਾ ਪੈਸਾ ਮਿਲਦਾ ਵਾ। ਉਹ ਸਾਰਾ ਪੈਸਾ ਜਿਹੜਾ ਇੱਕ ਕੰਪਨੀ ਨੂੰ ਦਿੱਤਾ, ਨਵੇਂ ਮੀਟਰ ਹੋਰ ਆ ਗਏ, ਨਵੇਂ ਮੀਟਰ ਲੱਗੀ ਜਾਂਦੇ। ਉਹ ਤਾਂ ਗੱਲਾਂ ਬਿਲਕੁਲ ਟੈਕਨੀਕਲ ਨੇ, ਬਿਲਕੁਲ ਠੀਕ ਨੇ। ਮੈਂ ਇੱਕ ਸੋਸ਼ਲ ਗੱਲ ਕਰਨ ਲੱਗਾ ਕਿ ਅਸੀਂ ਸਾਰੇ ਕਿੰਨੇ ਧਾਰਮਿਕ ਆ, ਥਾਂ ਥਾਂ ਦੇ ਉੱਤੇ ਜਾ ਕੇ ਸਿਰ ਝੁਕਾਉਂਦੇ ਆ, ਤੇ ਜਦੋਂ ਪ੍ਰੈਕਟੀਕਲੀ ਕੰਮ ਹੋਣ ਦਾ ਵੇਲਾ ਹੁੰਦਾ ਉਦੋਂ ਕਿੱਦਾਂ ਠੱਗੀ ਮਾਰਨੀ ਹੈ, ਸਾਡਾ ਦਿਮਾਗ ਉਧਰ ਤੁਰਦਾ ਹੈ। ਸਹੀ ਗੱਲ, ਭਾਈ ਜੇ 600 ਯੂਨਿਟ ਨੇ, 300 ਯੂਨਿਟ ਨੇ ਤਾਂ 2 ਮੀਟਰ ਲਗਵਾ ਲਓ, ਅੱਧੇ ਅੱਧੇ ਹੋ ਗਏ, ਸਾਡੇ ਪੈਸੇ ਬਚ ਜਾਣਗੇ। ਉਹ ਯਾਰ ਪੈਸੇ ਉੱਥੇ ਬਚਾਓ ਜਿੱਥੇ ਬਚਾਉਣੇ ਨੇ, ਜਿੱਥੇ ਪਹਿਲਾਂ ਹੀ ਖਜ਼ਾਨੇ ਖਾਲੀ ਨੇ ਉੱਥੇ ਕਿਹੜੇ ਪੈਸੇ ਬਚਾਉਣੇ ਨੇ। ਤੁਸੀਂ ਜੇ ਦੇ ਸਕਦੇ ਹੋ ਦਿਓ, ਜ਼ਰੂਰਤਮੰਦ ਬੈਠੇ ਨੇ ਜਿਹੜੇ, ਉਹਨਾਂ ਨੂੰ ਫੈਸਿਲਿਟੀ ਜਾਣ ਦਿਓ। ਇਹ ਬੁਢਾਪਾ ਪੈਨਸ਼ਨ ਵੀ ਉਹਨਾਂ ਨੂੰ ਲੈਣ ਦਿਓ, ਇਹ ਸ਼ਗਨ ਸਕੀਮ ਵੀ ਉਹਨਾਂ ਨੂੰ ਲੈਣ ਦਿਓ, ਇਹ ਬਿਜਲੀ ਦੇ ਯੂਨਿਟ ਵੀ ਉਹਨਾਂ ਨੂੰ ਲੈਣ ਦਿਓ ਜਿੱਥੇ ਲੋੜ ਹੈ। ਰੱਜੇ ਪੁੱਜੇ ਘਰਾਂ ਦੇ ਲੋਕ ਇਹ ਕੰਮ ਕਰਦੇ ਚੰਗੇ ਲੱਗਦੇ ਨੇ। ਤੁਹਾਨੂੰ ਪਤਾ ਮਰਸੀ ਗੱਡੀ ਤੇ ਇੱਕ ਜਿਹੜਾ ਆਟਾ ਲੈ ਰਿਹਾ ਸੀ, ਦਾਣੇ ਰੱਖ ਰਿਹਾ ਸੀ, ਉਹ ਗੱਡੀ ਲਿਆ ਰਿਹਾ ਉੱਥੇ ਤੇ ਉਹਨੇ ਕਾਰਡ ਬਣਾਇਆ, ਫਿਰ ਕਹਿੰਦਾ ਕਿ ਇਹ ਤਾਂ ਮਾਲਕਾਂ ਦੀ ਗੱਡੀ ਹੈ, ਮੈਂ ਤਾਂ ਡਰਾਈਵਰ ਹੁੰਦਾ। ਜਿਹੜੇ ਸਮਾਰਟ ਕਾਰਡ ਫੜੇ ਆ ਲੋਕਾਂ ਦੇ, ਬਹੁਤ ਫੜੇ ਆ, ਤੇ ਡੀਸੀ ਸਾਹਿਬ ਜਿਹੜੇ ਨੇ ਜ਼ਿਲ੍ਹੇ ਦੇ, ਉਹ ਔਰ ਐਸਐਸਪੀ, ਇਹਨਾਂ ਨੇ ਉੱਥੇ ਰੇਡ ਰੂਡ ਕੀਤੇ, ਪਤਾ ਕੀਤਾ। ਤੁਸੀਂ ਦੇਖੋ ਸਹੂਲਤ ਇੱਕ ਵਾਰੀ ਅਨਾਉਂਸ ਹੋ ਜੇ ਸਹੀ, ਔਰ ਉਹਦੇ ਪਿੱਛੇ ਲੋਕ ਲੱਗਣਗੇ, ਇਹ ਨਹੀਂ ਕੰਮ ਕਰਨਗੇ ਕਿ ਅਸੀਂ ਅੱਜ ਕੰਮ ਕਰ ਲਈਏ। 15 ਦਿਨ ਕਿਸੇ ਦਫ਼ਤਰ ਦੇ ਗੇੜੇ ਕੱਟ ਲੈਣਗੇ, ਪਰ 15 ਦਿਨ ਕੰਮ ਨਹੀਂ ਕਰਨਾ। ਇੱਕ ਵਾਰੀ ਇੱਕ ਸਰਕਾਰੀ ਆਫੀਸਰ ਨਾਲ ਮੇਰੀ ਗੱਲਬਾਤ ਹੋਈ ਆ ਬੁਢਾਪਾ ਪੈਨਸ਼ਨ ਬਾਰੇ। ਮੈਨੂੰ ਕਹਿੰਦਾ ਦੇਖੋ ਜੀ, ਉਂਝ ਤਾਂ ਬੁੱਢਾ ਕੋਈ ਵੀ ਨਹੀਂ ਹੋਣਾ ਚਾਹੁੰਦਾ, ਡਾਈ ਕਰਕੇ ਵਾਲਾਂ ਨੂੰ ਸਭ ਜਵਾਨ ਬਣੇ ਹੁੰਦੇ ਨੇ, ਤੇ ਜਦੋਂ ਬੁਢਾਪਾ ਪੈਨਸ਼ਨ ਦੀ ਗੱਲ ਹੁੰਦੀ ਹੈ ਉਦੋਂ ਜਵਾਨ ਵੀ ਬੁੱਢੇ ਬਣ ਕੇ ਬਹਿ ਜਾਂਦੇ ਨੇ ਕਿ ਸਾਨੂੰ ਫਾਇਦਾ ਹੋਣਾ ਚਾਹੀਦਾ। ਸਾਡਾ ਅਪੀਅਰੈਂਸ, ਸਾਡੀ ਫੋਟੋ ਤਾਂ ਲੱਗੇ ਬੁੱਢੇ ਦੀ, ਸਾਡੇ ਜਵਾਨ ਜਿਹੜੇ ਆ ਦੇਖੋ ਉਹ ਨਾ ਰਵੇ ਕਿ ਅਸੀਂ ਘੱਟੋ ਘੱਟ ਇਹ ਪੈਸਾ ਲੈਣ ਜੋਗੇ ਤੇ ਹੋ ਜਾਈਏ ਆਪਣੀ ਫੋਟੋ ਨਾਲ। ਫਿਰ ਵਾਲਾਂ ਨੂੰ ਡਾਈ ਕਰਾ ਕੇ ਚਿੱਟਾ ਕਰਾ ਲੈਂਦੇ ਨੇ ਕਿ ਚਲੋ ਜੀ ਹੁਣ ਆਪਾਂ ਬੁਢਾਪਾ ਪੈਨਸ਼ਨ ਲੈ ਲਈਏ। ਸੋ ਇਹ ਗੱਲਾਂ ਵੀ ਹੁੰਦੀਆਂ ਨੇ। ਟਾਈਮ ਵੀ ਹੋ ਰਿਹਾ, ਸੋ ਬਿਲਕੁਲ ਟਾਈਮ ਹੋ ਰਿਹਾ। ਇੱਕ ਗੀਤ ਦੇ ਮੈਨੂੰ ਬੋਲ ਯਾਦ ਆ ਰਹੇ ਨੇ, ਉਹ ਹਿੰਦੀ ਗੀਤ ਹੈ, ਕਹਿੰਦਾ ਰਾਜਾ ਔਰ ਪ੍ਰਜਾ ਕੇ बीच होती रहेगी खींचातानी, कदम कदम पर दोनों करेंगे अपनी अपनी मनमानी। ਹੁਣ ਜੇ ਇਦਾਂ ਚਲਾਓਗੇ ਨਾ ਫਿਰ ਲੋਕਤੰਤਰ ਨਹੀਂ ਚੱਲਣਾ, मनमानी है। यही राम कहानी है, जिसके हाथ में लाठी होगी भैंस वही ले जाएगा, जिसकी लाठी उसकी भैंस। ਇਹ ਤਾਂ ਨਹੀਂ ਨਾ ਕੰਮ ਚੱਲੂਗਾ। ਲੋਕਤੰਤਰ ਹੈ, ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣਾ ਪਊਗਾ। ਤੁਸੀਂ ਮੇਰਾ ਖਿਆਲ ਰੱਖੋ, ਮੈਂ ਤੁਹਾਡਾ ਖਿਆਲ ਰੱਖਾਂ। ਨਹੀਂ, ਇੱਥੇ ਹੋਣਾ ਪਊਗਾ, ਇਸ ਮੁੱਦੇ ਨੂੰ ਉਸੇ ਤਰ੍ਹਾਂ ਰੱਖਣਾ ਪਊਗਾ। ਜੇ ਲੋਕ ਤਰੀਕੇ ਨਾਲ ਚੱਲਣਗੇ, ਜੇ ਮਨਮਾਨੀ ਨਹੀਂ ਕਰਨਗੇ, ਜੇ ਕੋਈ ਇਸ ਤਰ੍ਹਾਂ ਦਾ ਰੌਲਾ ਰੱਪਾ ਨਹੀਂ ਪਾਉਣਗੇ ਤੇ ਖੁਸ਼ੀ ਹੰਡਾਉਣਗੇ, ਚੰਗੇ ਤਰੀਕੇ ਨਾਲ ਜੀਵਨ ਬਤੀਤ ਕਰਨਗੇ, ਤੇ ਜੇ ਆਪੋ ਤਾਪੀ ਪੈ ਗਈ, ਰੌਲਾ ਰੱਪਾ ਪੈ ਗਿਆ, ਤੇ ਫਿਰ ਜ਼ਿੰਦਗੀ ਬਰਬਾਦ ਹੈ। ਫਿਰ ਜਿੱਥੇ ਉੱਠੇ ਉੱਥੇ ਰਹਿ ਜਾਣਗੇ। ਇੱਕ ਕਵੇ ਦੂਜਾ ਮੰਨੇ, ਇੱਕ ਨੇ ਮਾਨੀ
ਇੱਕ ਨੇ ਕਹੀ ਦੂਸਰੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਦੋਨੋਂ ਬ੍ਰਹਮ ਗਿਆਨੀ, ਦੋਵਾਂ ਦਾ ਭਲਾ ਹੋ ਜਾਣਾ ਹੈ। ਹਾਂ, ਸਹੀ ਸਰਬੱਤ ਦਾ ਭਲਾ ਹੋ ਜਾਣਾ ਹੈ। ਜੀ ਜੀ ਜੀ। ਸੋ ਚੱਲੀਏ ਜੀ, ਫਿਰ ਚੱਲ ਪਈਏ। ਬਿਲਕੁਲ ਚੱਲੇ। ਤੇ ਤੁਸੀਂ ਜੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।